ਆਪਾਂ ਇੱਕ ਹੋਰ ਕਲਚਰ ਵੀ ਦੇਖ ਰਹੇ ਹਾਂ ਕਿ ਤੁਸੀਂ ਆਪਣੇ ਹੱਕ ਭੁੱਲ ਜਾਓ, ਬੇਰੋਜ਼ਗਾਰੀ ਭੁੱਲ ਜਾਓ, ਮਹਿੰਗਾਈ ਭੁੱਲ ਜਾਓ, ਤੁਸੀਂ ਸਿਰਫ ਕਿਸ ਧਰਮ ਦੇ ਹੋ, ਕਿਸ ਕਲਚਰ ਨੂੰ ਬਿਲੋਂਗ ਕਰਦੇ ਹੋ, ਉਸ ਨਾਮ ਤੇ ਵੋਟ ਪਾਇਆ। ਮੈਨੂੰ ਕੋਈ ਫਰਕ ਨਹੀਂ ਦਿਖਦਾ ਆਰਐਸਐਸ ਬੀਜੇਪੀ ਦੀ ਪੋਲਿਟਿਕਸ ਤੇ ਸਿਮਰਜੀਤ ਮਾਨ ਦੀ ਪੋਲਿਟਿਕਸ। ਲੋਕ ਤਾਂ ਮਜ਼ਾ ਲੈਂਦੇ ਆ, ਸਵਾਦ ਆਉਂਦਾ ਉਹਨਾਂ ਨੂੰ ਜਦੋਂ ਸੋਸ਼ਲ ਮੀਡੀਆ ਤੇ ਉਹ ਦੇਖਦੇ ਆ ਕਿ ਫਲਾਣਾ ਐਮਐਲਏ ਹਸਪਤਾਲ 'ਚ ਵੜ ਗਿਆ, ਕਿਸੇ ਨੂੰ ਲੰਮਾ ਪਵਾ ਲਿਆ, ਕਿਸੇ ਨੂੰ ਖੜਾ ਕਰਤਾ। ਉਸ ਐਮਐਲਏ ਨੇ, ਉਸ ਮੰਤਰੀ ਨੇ ਲੋਕਾਂ ਨੂੰ ਉੱਥੇ ਉਲਝਾ ਰੱਖਿਆ ਵੀ ਹਾਂ ਸਹੀ ਉੱਥੇ ਉਹ ਮੰਜੇ 'ਚ ਫਸੇ ਰਹੋ। ਇਹ ਨਾ ਦੱਸੋ ਕਿ ਇਸ ਹਸਪਤਾਲ ਨੂੰ ਪੈਸੇ ਕਿੱਥੋਂ ਆਣਗੇ। ਸ਼ਹੀਦਾਂ ਤੇ ਲੜਾਈ ਚੱਲ ਰਹੀ ਹੈ, ਚਲੋ ਵੋਟਾਂ ਵਾਸਤੇ ਆਪਾਂ ਨੂੰ ਸ਼ਹੀਦਾਂ ਤੇ ਲੜਾਈ ਕਰਨ ਦੀ ਲੋੜ ਹੈ, ਇਹਨਾਂ ਨੂੰ ਇਹ ਕਰਨ, ਇਹਨਾਂ ਦੀ ਪੋਲਿਟਿਕਸ ਇਹ ਹੈ। ਪਰ ਸੋਚ ਰਿਹਾ ਸੀ ਫਿਰ ਇਸ ਗੱਲ ਤੇ ਲੜਾਈ ਚੱਲ ਰਹੀ ਕਿ ਸ਼ਹੀਦ ਕੌਣ ਹੈ ਤੇ ਸ਼ਹੀਦ ਕੌਣ ਹੁੰਦਾ ਹੈ। ਜੇ ਇਹਨਾਂ ਦੇ ਲੌਜਿਕ ਨਾਲ ਦੇਖਿਆ ਜਾਵੇ ਤੇ ਗੁਰੂ ਤੇਗ ਬਹਾਦਰ ਮਹਾਰਾਜ, ਉਹਨਾਂ ਨੇ ਤਾਂ ਸਿੱਖਾਂ ਵਾਸਤੇ ਨਹੀਂ ਕੀਤਾ ਸੀ, ਉਹਨਾਂ ਨੇ ਤਾਂ ਹਿੰਦੂਆਂ ਵਾਸਤੇ ਕੀਤਾ ਸੀ, ਫਿਰ ਉਹ ਤਾਂ ਕੌਮ ਦੇ ਸ਼ਹੀਦ ਨਹੀਂ ਹੋਏ। ਆਪਾਂ ਵੋਟਾਂ ਇਸ ਆਧਾਰ ਤੇ ਪਾਉਣ ਲੱਗੇ ਕਿ ਸਾਡੇ ਧਰਮ ਦਾ ਹੈ ਤੇ ਸਾਡੇ ਧਰਮ ਦੀ ਗੱਲ ਕਰ ਰਿਹਾ ਹੈ, ਤੇ ਫਿਰ ਤਾਂ ਉਹਨਾਂ ਦਾ ਕੰਮ ਬਣ ਗਿਆ। ਉਹਨਾਂ ਨੇ ਪਹਿਲਾਂ ਹੀ ਸਾਰੀ ਤਾਕਤ 117 ਐਮਐਲਏ ਦੀ ਲੈ ਕੇ, ਮੰਤਰੀ ਲੈ ਕੇ ਕਮਰੇ 'ਚ ਬੰਦ ਕੀਤੀ ਹੋਈ ਹੈ। ਉਹ ਕਮਰੇ 'ਚ ਤੇ ਗੱਲ ਕਰਨਗੇ ਪੂੰਜੀਪਤੀਆਂ ਨਾਲ। ਰੋਜ਼ਗਾਰ ਦਾ ਸਿਸਟਮ ਸੈੱਟ ਹੈ, ਮਹਿੰਗਾਈ ਵੱਧਦੀ ਰਹੂਗੀ, ਤੁਹਾਨੂੰ ਕੁਝ ਮਿਲਣਾ ਨਹੀਂ। ਤੁਹਾਨੂੰ ਇਹੀ ਨਹੀਂ ਪਤਾ ਚੱਲਣਾ ਯਾਰ ਵੋਟਾਂ ਤਾਂ ਆਪਾਂ ਧਰਮ ਵਾਸਤੇ ਪਾ ਰਹੇ ਹਾਂ ਤੇ ਆਪਾਂ ਕੰਮ ਕਿੱਥੋਂ ਕਰਾਉਣਾ। ਜਿਹੜੇ ਚੀਜ਼ਾਂ ਦਾ ਵਿੱਚ ਪੰਜਾਬ ਮਾਹਿਰ ਸੀ, ਜਿੱਥੇ ਪੰਜਾਬ ਦਾ ਲਾਹਾ ਚੱਕ ਕੇ ਪੰਜਾਬ 'ਚ ਇੰਡਸਟਰੀ ਗਰੋ ਕੀਤੀ ਜਾ ਸਕਦੀ ਸੀ, ਐਗਰੀਕਲਚਰ ਨੂੰ ਅੱਗੇ ਲੈ ਕੇ ਜਾਇਆ ਜਾ ਸਕਦਾ ਸੀ, ਉਹ ਸਾਰਾ ਸਿਸਟਮ ਛੱਡ ਕੇ ਜਿੰਨਾ ਸਰਕਾਰ ਦਾ ਫੋਕਸ ਸੀ, ਤਾਕਤ ਚਾਹਣ ਵਾਲਿਆਂ ਦਾ ਫੋਕਸ ਸੀ, ਉਸ ਗੱਲ 'ਚ ਰਿਹਾ ਕਿ ਅਸੀਂ ਵੱਧ ਤੋਂ ਵੱਧ ਸਿਸਟਮ ਪ੍ਰਾਈਵੇਟਾਈਜ਼ ਕਰਕੇ ਆਪ ਆਪਣੀ ਜੇਬਾਂ ਕਿਵੇਂ ਭਰ ਸਕਦੇ। ਕਾਂਗਰਸ ਪਾਰਟੀ ਵਿੱਚ ਸਭ ਤੋਂ ਜ਼ਿਆਦਾ ਤਾਕਤ ਸੀ ਇਸ ਰਾਜਨੀਤੀ ਨੂੰ ਕਰਨ ਦੀ, ਦੇਸ਼ ਦਾ ਸੰਵਿਧਾਨ ਬਣਾਉਣ ਦੀ, ਦੇਸ਼ ਦੀ ਆਜ਼ਾਦੀ ਲੜਾਈ ਲੜਨ ਦੀ। ਕਾਂਗਰਸ ਨੂੰ ਤਾਂ ਈਡੀ ਦੀਆਂ ਰੇਡਾਂ 'ਚ ਉਲਝਾ ਕੇ ਰੱਖਤਾ। ਇੱਕ ਦਾਗ ਇਸ ਦੇਸ਼ ਦੇ ਅੰਦਰ ਪੱਕਾ ਹੈ, ਉਹ ਹੈ ਕਰਪਸ਼ਨ ਦਾ ਦਾਗ, ਜਿਸ ਨੂੰ ਲੋਕ ਪਸੰਦ ਨਹੀਂ ਕਰਦੇ। ਬਹੁਤ ਸਾਰੇ ਲੋਕਾਂ ਤੇ ਕਰਪਸ਼ਨ ਦਾ ਦਾਗ ਲਾ ਕੇ ਉਹਨਾਂ ਨੂੰ ਦਾਗੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੇਰੇ ਵਰਗੇ ਲੋਕ ਅੱਜ ਵੀ ਇਹ ਗੱਲ ਬੋਲ ਪਾਉਂਦੇ ਨੇ ਤੇ ਬੋਲਦੇ ਰਹਾਂਗੇ, ਲੜਦੇ ਰਹਾਂਗੇ। ਉਹਦੇ ਪਿੱਛੇ ਸਭ ਤੋਂ ਵੱਡਾ ਕਾਰਨ ਹੀ ਸ਼ਾਇਦ ਇਹ ਹੈ ਕਿ ਆਪਣੀ ਜ਼ਿੰਦਗੀ ਇਮਾਨਦਾਰੀ ਨਾਲ ਬਿਤਾਈਏ। ਇਹ ਅਚਾਨਕ ਇਹੋ ਜਿਹਾ ਕਿਹੜਾ ਅਕਾਲ ਪੈ ਗਿਆ ਕਿ ਲਿਬਰਲਾਈਜੇਸ਼ਨ ਹੁੰਦੀ ਹੈ ਔਰ ਇੰਡਸਟਰੀਜ਼ ਦਾ ਜਿਹੜਾ ਗਰੋਥ ਰੇਟ ਹੈਗਾ ਉਹ ਟਿਕਦਾ ਹੀ ਚਲਾ ਗਿਆ। ਅਸਲ ਵਿੱਚ ਇੰਡਸਟਰੀ ਉੱਥੇ ਤਕੜੀ ਹੋਈ ਹੈ ਜਿੱਥੇ ਉਹੀ ਜੀ ਹੋਮ ਇੰਡਸਟਰੀ ਦਾ ਪਹਿਲਾ ਈਕੋਸਿਸਟਮ ਸੀਗਾ। ਪੰਜਾਬ ਨੂੰ ਅਸਲ ਵਿੱਚ ਉਸ ਲਿਬਰਲਾਈਜੇਸ਼ਨ ਦਾ ਕੋਈ ਜ਼ਿਆਦਾ ਫਾਇਦਾ ਨਹੀਂ ਮਿਲਿਆ। ਪੂਰੇ ਦੇਸ਼ ਤੋਂ ਰॉ ਮਟੀਰੀਅਲ ਪੰਜਾਬ ਚ ਆਉਂਦਾ ਹੈ ਤੇ ਇੱਥੋਂ ਬਣ ਕੇ ਵਾਪਸ ਨੀਚੇ ਚਲਾ ਜਾਂਦਾ। ਹਰ ਸੂਬਾ ਸੋਚਦਾ ਸਾਡੇ ਉਰੀ ਬਣ ਜੇ, ਪੰਜਾਬ ਕੇ ਜਾਵੇ। 117 ਵਿਧਾਇਕ ਜਾ ਕੇ ਵਿਧਾਨ ਸਭਾ ਦੇ ਅੰਦਰ ਕਦੇ ਪਿਛਲੇ 25 ਸਾਲਾਂ ਚ ਪੰਜਾਬ ਦੇ ਕਿਸੇ ਵਿਧਾਇਕ ਨੇ ਵਿਧਾਨ ਸਭਾ ਚ ਆਏ ਕਾਨੂੰਨ ਨੂੰ ਅਮੈਂਡ ਕਰਵਾਇਆ? ਕਿਸੇ ਸਿਆਣੇ ਨੇ ਲਿਖਿਆ ਕਿ ਨਦੀਆਂ ਤੇ ਦਰਿਆਵਾਂ ਉੱਤੇ ਪੁਲ ਤਾਮੀਰ ਕਰੇਗਾ ਕੌਣ, ਖਿਲਰੇ ਤਸਬੀਹ ਵਾਲੇ ਦਾਣੇ ਹੁਣ ਜ਼ੰਜੀਰ ਕਰੇਗਾ ਕੌਣ। ਦੇਖੋ ਯਾਰ, ਸਿੱਧੀ ਜੀ ਗੱਲ ਇਹ ਹੈ ਕਿ ਨਾ ਤਾਂ ਮੈਂ ਕੋਈ ਇਕਨੋਮਿਕਸ ਦਾ ਵਿਦਿਆਰਥੀ ਰਿਹਾ, ਨਾ ਮੈਨੂੰ ਅਰਥ ਸ਼ਾਸਤਰ ਬਾਰੇ ਕੋਈ ਜਾਣਕਾਰੀ ਹੈ, ਲੇਕਿਨ ਜਦੋਂ ਟਰੈਵਲ ਕਰੀਦਾ ਉਦੋਂ ਕੰਨਾਂ ਦੇ ਵਿੱਚ ਆਵਾਜ਼ਾਂ ਪੈਂਦੀਆਂ, ਪੰਜਾਬ ਕਰਜ਼ਾਈ ਹੋ ਗਿਆ। ਸੋਸ਼ਲ ਮੀਡੀਆ ਦੇ ਉੱਤੇ ਵਿਦਵਾਨ ਬੈਠੇ ਆ, ਗਿਆਨੀ ਬੈਠੇ ਆ, ਆਪਣੇ ਆਪ ਨੂੰ ਇੰਟੈਲੈਕਚੁਅਲ ਕਹਿੰਦੇ ਆ ਔਰ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਆ। ਗੱਲਾਂ ਬਹੁਤ ਤਰ੍ਹਾਂ ਦੀਆਂ ਹੁੰਦੀਆਂ, ਪ੍ਰੋਬਲਮਸ ਬਾਰੇ ਗੱਲਾਂ ਹੁੰਦੀਆਂ, ਸਵਾਲ ਅਕਸਰ ਸਰਕਾਰਾਂ ਦੇ ਉੱਤੇ ਖੜੇ ਕੀਤੇ ਜਾਂਦੇ ਆ। ਇੱਕ ਗੁਜਰਾਤ ਮਾਡਲ ਨੇ ਪ੍ਰਧਾਨ ਮੰਤਰੀ ਦੇ ਦਿੱਤਾ, ਦਿੱਲੀ ਮਾਡਲ ਨੇ ਮੁੱਖ ਮੰਤਰੀ ਦੇ ਦਿੱਤਾ, ਲੇਕਿਨ ਇੱਕ ਹੋਰ ਮਾਡਲ ਸੀਗਾ ਪੰਜਾਬ ਮਾਡਲ, ਜਿਸ ਦਾ ਜ਼ਿਕਰ ਨਵਜੋਤ ਸਿੰਘ ਸਿੱਧੂ ਅਕਸਰ ਕਰਦੇ ਆਏ ਸੀਗੇ। ਅੱਜ ਗੱਲ ਕਰਨੀ ਹੈ ਸਮਿਤ ਸਿੰਘ ਹੋਰਾਂ ਦੇ ਨਾਲ। ਸਮਿਤ ਸਿੰਘ ਕਿਹਾ ਜਾਂਦਾ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਨਾਲ ਸਾਏ ਦੀ ਤਰ੍ਹਾਂ ਤੁਰਦੇ ਸੀ, ਚਾਚੇ ਭਤੀਜੇ ਦੀ ਜੋੜੀ ਵੀ ਕਹੀ ਜਾਂਦੀ ਹੈ। ਹਾਲਾਂਕਿ ਸਮਿਤ ਸਿੰਘ ਇਸ ਚੀਜ਼ ਨੂੰ ਖਾਰਜ ਕਰਦੇ, ਉਹ ਕਹਿੰਦੇ ਆ ਕਿ ਮੇਰਾ ਕੋਈ ਖੂਨ ਦਾ ਰਿਸ਼ਤਾ ਨਹੀਂ ਹੈਗਾ, ਲੇਕਿਨ ਅਸੀਂ ਪੰਜਾਬ ਨੂੰ ਲੈ ਕੇ ਇੱਕੋ ਸੋਚ ਰੱਖਦੇ ਹਾਂ। 2018 ਦੇ ਵਿੱਚ ਸਮਿਤ ਸਿੰਘ ਨਵਜੋਤ ਸਿੰਘ ਸਿੱਧੂ ਦੇ ਨਾਲ ਜੁੜਦੇ ਆ ਔਰ ਰਿਸਰਚ ਐਂਡ ਪਾਲਿਸੀ ਮੇਕਿੰਗ ਹੁੰਦੀ ਹੈ ਔਰ ਪੰਜਾਬ ਮਾਡਲ ਤਿਆਰ ਹੁੰਦਾ ਕਿ ਪੰਜਾਬ ਨੂੰ ਅੱਗੇ ਲੈ ਕੇ ਕਿਵੇਂ ਜਾਇਆ ਜਾਵੇ। ਉਸ ਪੰਜਾਬ ਮਾਡਲ ਦੇ ਵਿੱਚ ਅਲੱਗ-ਅਲੱਗ ਤਰੀਕੇ ਦੇ ਨਾਲ ਸੋਲਿਊਸ਼ਨਸ ਜਿਹੜੇ ਹੈਗੇ ਨੇ ਉਹਨਾਂ ਨੂੰ ਲੱਭਿਆ ਜਾਂਦਾ ਹੈ। ਸਮਿਤ ਸਿੰਘ ਕੌਣ ਹੈ? ਸਮਿਤ ਸਿੰਘ ਨੇ ਆਕਸਫੋਰਡ ਯੂਨੀਵਰਸਿਟੀ ਤੋਂ ਪੋਸਟ ਗ੍ਰੈਜੂਏਸ਼ਨ ਕੀਤੀ ਹੈ ਔਰ ਮਾਸ਼ਾਅੱਲਾ ਕਮਾਲ ਦੇ ਸਕੀਟ ਸ਼ੂਟਰ ਵੀ ਰਹੇ ਆ ਔਰ ਮਹਾਰਾਜਾ ਰਣਜੀਤ ਸਿੰਘ ਅਵਾਰਡ ਵੀ ਉਹਨਾਂ ਨੇ ਜਿੱਤਿਆ। ਸਮਿਤ ਸਿੰਘ ਨੌਜਵਾਨ ਹੈ, 31 ਸਾਲਾਂ ਦੀ ਉਮਰ ਹੈ ਔਰ ਮੇਰੇ ਨਾਲ ਨੇ, ਗੱਲਬਾਤ ਕਰਦੇ ਹਾਂ। ਸਮਿਤ ਜੀ, ਬਹੁਤ ਬਹੁਤ ਸਵਾਗਤ ਹੈ ਰੋਜ਼ਾਨਾ ਸਪੋਕਸਮੈਨ। ਥੈਂਕ ਯੂ ਬ੍ਰਦਰ। ਮੈਂ ਦੇਖਦਾ ਹੁੰਦਾ ਕਿ ਜਿਹੜੇ ਲੀਡਰਸ ਨੇ ਉਹਨਾਂ ਦੇ ਆਲੀਸ਼ਾਨ ਮਹਿਲ ਮਲਾਰੇ ਨੇ, ਉੱਚੀਆਂ ਉੱਚੀਆਂ ਲੰਬੀਆਂ ਲੰਬੀਆਂ ਵੱਡੀਆਂ ਵੱਡੀਆਂ ਗੱਡੀਆਂ, ਔਰ ਜਦੋਂ ਇਹ ਲੀਡਰ ਸਟੇਜ ਤੇ ਚੜ੍ਹਦੇ ਆ, ਮਾਈਕ ਫੜਦੇ ਆ ਤੇ ਚੀਕ ਮਾਰ ਕੇ ਕਹਿੰਦੇ ਪੰਜਾਬ ਕਰਜ਼ਾਈ ਹੋ ਗਿਆ। ਇਹਨਾਂ ਦੇ ਆਲੀਸ਼ਾਨ ਮਕਾਨ ਵੇਖ ਕੇ ਇੰਝ ਲੱਗਦਾ ਨਹੀਂ ਕਿ ਪੰਜਾਬ ਕਰਜ਼ਾਈ ਹੋ ਗਿਆ ਔਰ ਪੰਜਾਬ ਦੇ ਬੜੇ ਮਾੜੇ ਹਾਲ ਹੈ। ਕਿਵੇਂ ਹੋ ਗਿਆ ਸਮਿਤ ਜੀ ਇਹ? ਤੁਸੀਂ ਆਪਣੇ ਪੰਜਾਬ ਮਾਡਲ ਨੂੰ ਜਦੋਂ ਰਿਸਰਚ ਕਰ ਰਹੇ ਸੀਗੇ, ਨਵਜੋਤ ਸਿੰਘ ਸਿੱਧੂ ਹੋਰਾਂ ਦੀ ਟੀਮ ਦੇ ਤੁਸੀਂ ਇੱਕ ਕੋਰ ਮੈਂਬਰ ਕਹੇ ਜਾਂਦੇ ਹੋ, ਜਿੱਤੇਗਾ ਪੰਜਾਬ, ਇਹ ਨਾਰਾ ਵੀ ਦਿੱਤਾ ਗਿਆ ਸੀਗਾ। ਤੁਸੀਂ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਪੰਜਾਬ ਦੇ ਹਾਲਾਤ ਹੈ ਕੀ? ਬ੍ਰਦਰ, ਪੰਜਾਬ ਕਰਜ਼ਾਈ ਹੋ ਗਿਆ
ਇਹ ਆਪਾਂ ਗੱਲ 90s ਤੋਂ ਸੁਣਦੇ ਆ ਰਹੇ ਹਾਂ। ਹਰ ਬੰਦੇ ਨੇ ਆਪਣਾ ਆਪਣਾ ਕਾਰਨ ਦਿੱਤਾ ਪੰਜਾਬ ਕਰਜ਼ਾਈ ਕਿਉਂ ਹੋ ਗਿਆ। ਮੈਨੂੰ ਇਹ ਲੱਗਦਾ ਹੈ ਕਿ ਪੰਜਾਬ ਦੇ ਕਰਜ਼ਾਈ ਹੋਣ ਦੇ ਪਿੱਛੇ ਸਭ ਤੋਂ ਵੱਡੇ ਕਾਰਨ ਇਹ ਸੀ ਕਿ ਜਿਹੜੇ ਚੀਜ਼ਾਂ ਦਾ ਵਿੱਚ ਪੰਜਾਬ ਮਾਹਿਰ ਸੀ, ਜਿੱਥੇ ਪੰਜਾਬ ਦਾ ਲਾਹਾ ਚੱਕ ਕੇ ਪੰਜਾਬ 'ਚ ਇੰਡਸਟਰੀ ਗਰੋ ਕੀਤੀ ਜਾ ਸਕਦੀ ਸੀ, ਐਗਰੀਕਲਚਰ ਨੂੰ ਅੱਗੇ ਲੈ ਕੇ ਜਾਇਆ ਜਾ ਸਕਦਾ ਸੀ, ਰੋਜ਼ਗਾਰ ਦਿੱਤਾ ਜਾ ਸਕਦਾ ਸੀ, ਉਹ ਸਾਰਾ ਸਿਸਟਮ ਛੱਡ ਕੇ ਜਿੰਨਾ ਸਰਕਾਰ ਦਾ ਫੋਕਸ ਸੀ, ਤਾਕਤ ਚਾਹਣ ਵਾਲਿਆਂ ਦਾ ਫੋਕਸ ਸੀ, ਉਸ ਗੱਲ 'ਚ ਰਿਹਾ ਕਿ ਅਸੀਂ ਵੱਧ ਤੋਂ ਵੱਧ ਸਿਸਟਮ ਪ੍ਰਾਈਵੇਟਾਈਜ਼ ਕਰਕੇ ਆਪ ਆਪਣੀ ਜੇਬਾਂ ਕਿਵੇਂ ਭਰ ਸਕਦੇ, ਉਹ ਵੀ ਪ੍ਰਾਈਵੇਟਾਈਜ਼ ਇਸ ਤਰੀਕੇ ਨਾਲ ਕਰਨਾ ਕਿ ਕਾਟਲ ਬਣ, ਕਿ ਕੰਪੀਟੀਸ਼ਨ ਨਾ ਹੋਵੇ। ਨਹੀਂ ਤਾਂ ਤੁਸੀਂ ਪ੍ਰਾਈਵੇਟਾਈਜ਼ ਕਰੋ ਤੇ ਲੋਕ ਆਣ ਆਪਣੇ ਵਪਾਰ ਖੋਲ੍ਹਣ, ਤੇ ਜਿਹੜੇ ਆਮ ਲੋਕ ਨੇ ਉਹਨਾਂ ਦੀ ਸਿਆਸਤ ਦਾ ਮੂੰਹ ਅਸਲ ਹੁਣ ਵੀ ਕਦੇ ਉਸ ਰਾਹ ਤੇ ਨਹੀਂ ਪਿਆ ਕਿ ਅਸੀਂ ਆਪਣੇ ਹੱਕ ਕਿਵੇਂ ਲੈ ਲਈਏ ਜਾਂ ਅਸੀਂ ਆਪਣੇ ਸਮਾਜ ਵੱਲ ਜ਼ਿੰਮੇਵਾਰੀ ਕਿਵੇਂ ਪੂਰੀ ਕਰ ਦਈਏ। ਮੁਸ਼ਕਿਲਾਂ ਚੱਕ ਕੇ, ਮਸਲੇ ਖੜੇ ਕਰਕੇ ਬਾਰ-ਬਾਰ ਇੱਥੇ ਸਰਕਾਰਾਂ ਬਣਾਈਆਂ ਜਾਂਦੀਆਂ ਤੇ ਬਣਾਈਆਂ ਜਾਂਦੀਆਂ ਰਹਿਣਗੀਆਂ। ਤੁਸੀਂ ਆਹ ਦੇਖ ਲਓ ਜੀ, ਪਾਣੀ ਦੇਖ ਲਓ ਜੀ, ਸਾਡੀ ਕਿਸਾਨੀ ਦੇਖ ਲਓ ਜੀ, ਮਗਰ ਉਹਦੇ ਸੋਲੂਸ਼ਨ ਦੀ ਕੋਈ ਗੱਲ ਨਹੀਂ ਕਰਦਾ। ਇੰਡਸਟਰੀ ਲਿਆਣੀ ਕਿਵੇਂ ਉਹਦੀ ਗੱਲ ਨਹੀਂ ਕਰਦਾ। ਕਿਸਾਨੀ ਦਾ ਅਸਲ ਹੱਲ ਕਿਵੇਂ ਉਹਦੀ ਗੱਲ ਨਹੀਂ ਕਰਦਾ। ਹਰ ਆਦਮੀ ਜਦ ਇਲੈਕਸ਼ਨ ਲੜਦਾ ਹੈ ਜਾਂ ਇਲੈਕਸ਼ਨ ਲੜਨ ਜਾਂਦੇ ਆ ਤੇ ਆਪਾਂ ਕੇਂਦਰ ਸਰਕਾਰ ਨੂੰ ਮਾੜਾ ਬੋਲ ਕੇ ਜਾਂ ਕਿਸੇ ਹੋਰ ਪਾਰਟੀ ਨੂੰ ਮਾੜਾ ਬੋਲ ਕੇ ਵੋਟਾਂ ਲੈ ਲੈਂਦੇ ਆ। ਇਸ ਵਾਰ ਤਾਂ ਲੋਕਾਂ ਨੇ ਆਮ ਆਦਮੀ ਪਾਰਟੀ ਵੀ ਦੇਖ ਲਈ, ਤੁਸੀਂ ਇਹ ਸਰਕਾਰ ਵੀ ਦੇਖ ਰਹੇ ਹੋ, ਤੁਸੀਂ ਦੇਖ ਰਹੇ ਹੋ ਕਿੰਨੇ ਕਾਮਯਾਬ ਨੇ ਪਿੰਡਾਂ ਦੇ। ਮੈਨੂੰ ਯਾਦ ਹੈ ਭਗਵੰਤ ਮਾਨ ਜੀ ਜਿੱਦਾਂ ਇਲੈਕਸ਼ਨ ਜਿੱਤੇ ਸੀਗੇ, ਇਲੈਕਸ਼ਨ ਦਾ ਰਿਜ਼ਲਟ ਆ ਰਿਹਾ ਸੀ ਤੇ ਗੱਡੀ ਦੀ ਛੱਤ ਤੇ ਖੜੇ ਸੀ ਤੇ ਕਿਸੇ ਨੇ ਉਹਨੂੰ ਪੁੱਛਿਆ ਤੁਹਾਨੂੰ ਕਿਹੋ ਜਿਹਾ ਮਹਿਸੂਸ ਹੋ ਰਿਹਾ, ਕਹਿੰਦੇ ਮੈਨੂੰ ਬੜਾ ਦੁੱਖ ਮਹਿਸੂਸ ਹੋ ਰਿਹਾ ਕਿ ਮੇਰੇ ਆਸ-ਪਾਸ ਮੋਟਰਸਾਈਕਲਾਂ ਤੇ ਪੰਜਾਬ ਦਾ ਯੂਥ ਹੈ, ਅੱਜ ਵਰਕਿੰਗ ਡੇ ਹੈ ਤੇ ਬੇਰੋਜ਼ਗਾਰਾਂ ਵਾਂਗ ਮੇਰੇ ਇੱਥੇ ਆਏ ਨੇ, ਮੈਂ ਚਾਹੁੰਦਾ ਕਿ ਇਹਨਾਂ ਸਭ ਨੂੰ ਰੋਜ਼ਗਾਰ ਮਿਲ ਜਾਏ। ਉਹਨਾਂ ਨੂੰ ਰੋਜ਼ਗਾਰ ਦੇਣਾ ਤਾਂ ਬਹੁਤ ਦੂਰ ਦੀ ਗੱਲ ਹੈ, ਜਿਹੜੇ ਉਹਨਾਂ ਦੇ ਸਟਾਰਟਿੰਗ ਦੇ ਵਾਅਦੇ ਨੇ, ਜਿੱਥੋਂ ਮੁਹਿੰਮ ਸ਼ੁਰੂ ਹੋਣੀ ਹੈ ਕਿ ਅਸੀਂ 30,000 ਕਰੋੜ ਰੁਪਇਆ ਰੇਤੇ ਚੋਂ ਕੱਢਾਂਗੇ, ਉਹ ਕਿੱਥੇ ਗਿਆ ਜੀ। ਉਹ ਦੁਬਾਰਾ ਸੁਣਾ ਦੇਣਗੇ ਇੱਕ ਲਿਸਟ ਜੋ ਕਿ ਇੰਟਰਨੈਟ ਤੇ ਪਈ ਹੈ, ਹਰ ਪੰਜਾਬੀ ਪੜ੍ਹੇ ਕਿ ਕਿਸ ਟਾਈਮ ਤੇ ਕਿੰਨਾ ਰੇਤੇ ਚੋਂ ਪੈਸਾ ਆਇਆ। ਅਸਲ 'ਚ ਫੈਕਟ ਇਹ ਹੈ ਕਿ ਰੇਤੇ ਵਿੱਚੋਂ 30,000 ਕਰੋੜ ਆ ਨਹੀਂ ਸਕਦਾ। ਜਦੋਂ ਆਪਣਾ ਇੱਕ ਝੂਠ ਬੋਲ ਕੇ ਉਧਾਰ ਬਣਿਆ ਹੈ, ਕਿਸੇ ਹੋਰ ਥਾਂ ਤੋਂ ਆ ਸਕਦਾ, ਮਗਰ ਉੱਥੇ ਦੀ ਉਹ ਗੱਲ ਨਹੀਂ ਕਰਦੇ। ਬੜੇ ਆਸਾਨ ਭਾਸ਼ਾ ਸਮਝਾਓ ਕਿਉਂ ਨਹੀਂ ਆ ਸਕਦਾ 30,000 ਕਰੋੜ ਰੇਤੇ ਦੇ ਵਿੱਚੋਂ, ਤਾਂ ਕਿ ਜਿਹੜੇ ਦਰਸ਼ਕ ਹੈਗੇ ਨੇ, ਇਹਦੇ 'ਚੋਂ ਬਹੁਤ ਸਾਰੇ ਨੌਜਵਾਨ ਹੈਗੇ ਨੇ, ਉਹਨਾਂ ਨੂੰ ਸਵਾਲ ਘੱਟ ਪਸੰਦ ਹੁੰਦੇ, ਸਵਾਦ ਜ਼ਿਆਦਾ ਲੈਣ ਲਈ ਉਹ ਖੜੇ ਹੁੰਦੇ ਆ। ਸੋ ਆਪਾਂ ਇਹਨਾਂ ਨੂੰ ਸਮਝਾਉਣਾ ਹੈ ਕਿ ਕੀ ਤੁਸੀਂ ਸਮਝਾਉਂਦੇ ਪਿਓ ਪੰਜਾਬ ਮਾਡਲ ਦੇ ਵਿੱਚੋਂ। ਦੇਖੋ ਜੀ, ਰੇਤੇ ਵਿੱਚੋਂ 30,000 ਇਸ ਲਈ ਨਹੀਂ ਆ ਸਕਦਾ ਕਿਉਂਕਿ ਰੇਤੇ ਵਿੱਚ ਪਹਿਲੀ ਗੱਲ ਤਾਂ ਇੰਨਾ ਲੋਕ ਕੰਸਟਰਕਸ਼ਨ ਕਰ ਰਹੇ ਨੇ ਪੰਜਾਬ 'ਚ, ਘਰ ਬਣਾ ਰਹੇ ਨੇ, ਸੜਕਾਂ ਇੰਨੀਆਂ ਬਣ ਰਹੀਆਂ ਨੇ ਕਿ ਇੰਨਾ ਰੇਤਾ ਵਰਤਿਆ ਜਾਵੇ। ਆਪਾਂ ਇੱਕ ਪਹਿਲੀ ਗੱਲ ਇਹ ਸਮਝਦੇ ਰੇਤਾ ਕਿੰਨਾ ਵਰਤਿਆ ਜਾਂਦਾ, ਇਹਨੂੰ ਜਾਣਨਾ ਕੋਈ ਬਹੁਤ ਮੁਸ਼ਕਿਲ ਗੱਲ ਨਹੀਂ ਹੈ, ਸਰਕਾਰ ਕੋਲ ਜਾਣ ਦੀ ਆਪਾਂ ਨੂੰ ਇੰਨੀ ਲੋੜ ਨਹੀਂ। ਰੇਤਾ ਇਹਨੂੰ ਸੀਮੈਂਟ ਵਿੱਚ ਮਿਕਸ ਕਰਕੇ ਵਰਤਿਆ ਜਾਂਦਾ ਹੈ। 3 ਤਰ੍ਹਾਂ ਦੀ ਕੰਸਟਰਕਸ਼ਨ ਹੁੰਦੀ ਹੈ, ਇੰਫਰਾਸਟ੍ਰਕਚਰ ਦੀ ਹੁੰਦੀ ਹੈ ਜਿਹੜੀ ਸਰਕਾਰ ਕਰਦੀ ਹੈ, ਸੜਕਾਂ ਦੀ ਬਣਾਉਂਦੀ ਹੈ, ਬਿਲਡਿੰਗਾਂ ਦੀ ਹੁੰਦੀ ਹੈ ਤੇ ਆਪਣੇ ਘਰਾਂ ਦੀ ਹੁੰਦੀ ਹੈ। ਤਿੰਨਾਂ ਤਰ੍ਹਾਂ ਦੀ ਕੰਸਟਰਕਸ਼ਨ 'ਚ ਅਲੱਗ ਰੇਸ਼ੋ ਵਰਤੀ ਜਾਂਦੀ ਹੈ, 2/3 ਦੀ, 4/3 ਦੀ, 6/2 ਦੀ। ਜਦੋਂ ਆਪਾਂ GST ਲਾਤਾ ਸੀਮੈਂਟ ਤੇ ਆਪਾਂ ਨੂੰ ਇਹ ਪਤਾ ਹੈ ਕਿ ਹਰ ਡਿਸਟ੍ਰਿਕਟ ਦਾ DC ਉੱਥੇ ਦੀ ਕਾਉਂਸਲ ਦੱਸ ਸਕਦੀ ਹੈ ਕਿ ਇੱਥੇ ਕਿੰਨਾ ਸੀਮੈਂਟ ਤੇ GST ਇਕੱਠਾ ਹੋਇਆ ਤੇ ਕਿਹੇ ਜਿਹੀ ਕੰਸਟਰਕਸ਼ਨ ਹੋਈ ਤੇ ਆਪਾਂ ਰੇਟ ਕੱਢ ਲਾਂਗੇ ਵੀ ਇੰਨਾ ਰੇਤਾ ਇੱਥੇ ਆ ਰਿਹਾ। ਤੇ ਆਪਾਂ ਨੂੰ ਇਹ ਪਤਾ ਹੈ ਕਿ ਪੰਜਾਬ ਦੇ ਰੇਤੇ ਦੀ ਡਿਮਾਂਡ ਕਿੰਨੀ ਹੈ। ਬੜਾ ਸਿੰਪਲ ਜਿਹਾ ਹਿਸਾਬ ਨਾਲ ਦੱਸਦਾ ਕਿ ਇੰਨਾ ਰੇਤਾ ਆਪਾਂ ਪਿਛਲੇ 25 ਸਾਲਾਂ ਦਾ ਕੱਢ ਲਈਏ ਕਿ ਸੀਮੈਂਟ ਨਾਲ ਕਿੰਨਾ ਰੇਤਾ ਮਿਲਿਆ ਜੀ, ਕਿਸ ਡਿਸਟ੍ਰਿਕਟ 'ਚ ਕਿੰਨੀ ਕੰਸਟਰਕਸ਼ਨ ਹੋਈ ਹੈ। ਸਰਕਾਰ ਕੋਲ ਤਾਂ ਹਰ ਕੰਸਟਰਕਸ਼ਨ ਦਾ ਰਿਕਾਰਡ ਹੋਣਾ ਚਾਹੀਦਾ, ਟਾਊਨ ਪਲਾਨਰ ਕੋਲ ਘਰਾਂ ਦਾ ਰਿਕਾਰਡ ਹੋਣਾ ਚਾਹੀਦਾ ਤੇ ਸਰਕਾਰ ਕੰਪਿਊਟਰ ਪਾ ਕੇ ਆਰਾਮ ਨਾਲ ਕੱਢ ਲੇਗੀ ਇੰਨੀ ਡਿਮਾਂਡ ਹੈ ਜੀ, ਵੱਧ ਰਹੀ ਹੈ, ਘਟ ਰਹੀ ਹੈ। ਦੂਸਰੇ ਪਾਸੇ ਸਪਲਾਈ, ਆਪਾਂ ਨੂੰ ਪਤਾ ਹੈ ਕਿੰਨੀਆਂ ਨਹਿਰਾਂ ਨੇ। ਗਵਰਨਮੈਂਟ ਆਫ ਇੰਡੀਆ ਦਾ 2018 ਦਾ ਇੱਕ ਸੈਂਡ ਮਾਈਨਿੰਗ ਫਰੇਮਵਰਕ ਹੈ, ਉਹ ਇੱਕ এনवायरमेंटल ਗਾਈਡਲਾਈਨਸ ਰੱਖਦਾ। ਤੁਸੀਂ ਰੇਤਾ ਉਹ ਨਹੀਂ ਕੱਢ ਸਕਦੇ ਜਿਹੜਾ ਰੇਤਾ ਕਦੇ ਵਾਪਸ ਭਰਿਆ ਨਹੀਂ ਜਾਣਾ। ਰੇਤਾ ਜਿੰਨਾ ਪਹਾੜਾਂ ਚੋਂ ਆ ਰਿਹਾ ਹੈ ਉਹਦਾ ਇੱਕ ਸਾਇੰਟਿਫਿਕ ਸਟੱਡੀ ਹੁੰਦੀ ਹੈ, ਉਹ ਦੇਖ ਕੇ ਦੱਸ ਦਿੰਦੇ ਨੇ ਵੀ ਇੰਨਾ ਕੁ ਰੇਤਾ ਹਰ ਸਾਲ ਆ ਜਾਂਦਾ, ਤੁਸੀਂ ਇਸ ਤੋਂ ਨੀਚੇ ਰਹੋ ਤੇ ਆਪਣਾ ਕੱਢ ਕੇ ਵਰਤਦੇ ਰਹੋ ਤੇ ਤੁਹਾਨੂੰ ਸਪਲਾਈ ਵੀ ਪਤਾ ਚੱਲ ਗਈ ਜੀ। ਜੇ ਤੁਹਾਨੂੰ ਸਪਲਾਈ ਪਤਾ ਹੈ ਤੇ ਡਿਮਾਂਡ ਪਤਾ ਹੈ, ਤੁਹਾਡਾ ਪਹਿਲਾ ਕਦਮ ਤਾਂ ਇਹ ਹੋਣਾ ਚਾਹੀਦਾ ਹੈ ਕਿ ਅਸੀਂ ਇੱਕ ਰੇਟ ਫਿਕਸ ਕਰ ਲੈਂਦੇ ਹਾਂ ਕਿ ਕੋਈ ਵੀ ਬੰਦਾ ਬਾਹਰੋਂ ਰੇਤਾ ਕੱਢ ਕੇ ਆਮ ਬੰਦੇ ਨੂੰ ਰੇਟ ਵਧਾ ਕੇ ਨਾ ਦੱਸੇ। ਸਰਕਾਰ ਇੱਕ MRP ਦੱਸ ਦੇ ਵੀ ਇੰਨੀ ਸਪਲਾਈ, ਇੰਨੀ ਡਿਮਾਂਡ ਹੈ, ਅਸੀਂ ਆਹ ਰੇਟ ਦਾ ਵੇਚਿਆ ਕਰਾਂਗੇ। ਐਕਚੁਅਲੀ ਪੰਜਾਬ ਮਾਡਲ ਦੀ ਸੋਚ ਉੱਥੋਂ ਆਈ ਸੀਗੀ ਕਿ ਅਸੀਂ ਪਹਿਲਾਂ ਰੇਟ ਫਿਕਸ ਕਰਦੇ ਹਾਂ, ਹੋਰ ਕੁਝ ਵੀ ਨਹੀਂ ਕਰਦੇ। ਅੱਛਾ, ਇੱਕ ਹੋਰ ਆਸਾਨੀ ਚੀਜ਼ ਕਰ ਸਕਦੇ ਹਾਂ, ਤੇਲੰਗਾਨਾ ਕਰਦਾ, ਰੇਟ ਫਿਕਸ ਕਰਕੇ ਆਨਲਾਈਨ ਪੋਰਟਲ ਬਣਾਤਾ ਕਿ ਜਿਹੜੇ ਬੰਦੇ ਨੇ ਰੇਤਾ ਚਾਹੀਦਾ ਹੈ ਉਹ ਆਨਲਾਈਨ ਰਸੀਦ ਬੁੱਕ ਕਰਾ ਲੇ ਉਸ ਰੇਟ ਤੇ। ਜਿਹੜਾ ਵੀ ਲੋਕਲ ਰੇਤੇ ਦਾ ਸਪਲਾਇਰ ਹੋਊਗਾ, ਭਾਵੇਂ ਪ੍ਰਾਈਵੇਟ ਠੇਕੇਦਾਰ ਹੋਵੇ, ਤੁਹਾਨੂੰ ਸਪਲਾਈ ਕਰੂਗਾ ਜੀ। ਉਹਨੂੰ ਆਨਲਾਈਨ ਆਰਡਰ ਆ ਗਿਆ, ਉਹਨਾਂ ਸਰਕਾਰ ਨੂੰ ਵੀ ਪਤਾ ਚੱਲ ਗਿਆ ਵੀ ਕਿੰਨਾ ਵਿਕਿਆ, ਆਦਮੀ ਨੂੰ ਉਸ ਰੇਟ ਤੇ ਰੇਤਾ ਮਿਲ ਰਿਹਾ, ਆਦਮੀ ਨੇ ਬਾਹਰੋਂ ਕਿਤੇ ਜਾ ਕੇ ਲੈਣਾ ਨਹੀਂ। ਇੱਕ ਬੇਸਿਕ ਕਦਮ ਨੇ, ਪਰ ਇਹ ਜਦੋਂ ਅਸੀਂ ਕਦਮਾਂ ਵਿੱਚ ਚੱਲਣ ਲੱਗੇ ਸੀ ਦੇਖਿਆ ਕਿ ਕਾਂਗਰਸ ਸਰਕਾਰ ਨੇ 30-40 ਕਰੋੜ ਰੇਤੇ ਚ ਆਉਂਦਾ ਸੀ ਬਾਦਲਾਂ ਦੇ ਟਾਈਮ, ਕਾਂਗਰਸ ਸਰਕਾਰ ਨੇ ਵਧਾ ਕੇ ਉਹਨੂੰ 300-400 ਕਰਤਾ। ਸਿਰਫ ਆਹੀ ਜ਼ੋਰ ਜ਼ੱਪਾ ਲਾ ਕੇ
ਕਿ ਇੱਧਰ ਠੀਕ ਕਰੋ ਉੱਧਰ ਠੀਕ ਕਰੋ। ਜੇ ਅਸੀਂ ਰੇਤੇ ਦਾ ਰੇਟ ਫਿਕਸ ਕਰ ਦਿੰਦੇ ਤੇ ਹਿਸਾਬ ਲੱਗਿਆ ਕਿ 700-800 ਆ ਜਾਊਗਾ, 900 ਆ ਜਾਊਗਾ। ਤੇ ਜੇ ਅਸੀਂ ਥੋੜਾ ਜਿਹਾ ਕਦਮ ਹੋਰ ਅੱਗੇ ਚੱਕ ਕੇ ਸਾਰੇ ਕੰਟਰੈਕਟਰ ਹੀ ਬੰਦ ਕਰਕੇ ਸਰਕਾਰੀ ਕਰ ਦਿੰਦੇ ਤੇ ਸਟਾਕ ਯਾਰਡ ਵਗੈਰਾ ਬਣਾ ਕੇ ਸਰਕਾਰੀ ਟਰੱਕਾਂ 'ਚ ਹੀ ਭੇਜਣ ਲੱਗ ਜਾਂਦੇ ਤੇ ਕਹਿੰਦੇ ਆ ਕਿ 1000 1200 ਤੇ 1500 ਪਹੁੰਚ ਜਾਊਗਾ। ਇਹ ਉਹਦਾ ਹਿਸਾਬ ਬਣਦਾ। ਹੁਣ ਉੱਥੇ 30000 ਕਿਵੇਂ ਕੱਢਾਂਗੇ? 30000 ਕੱਢਣ ਦੀਆਂ ਹੋਰ ਥਾਵਾਂ ਹੈਗੀਆਂ ਨੇ, ਮਗਰ ਇਹ ਲੋਕਾਂ ਨੂੰ ਗੁੰਮਰਾਹ ਕਰਨ ਦਾ ਤਰੀਕਾ ਸੀ ਕਿ ਅਸੀਂ ਲੋਕਾਂ ਨੂੰ ਇੱਕ 30000 ਕਰੋੜ ਰੇਤਿਆ ਦੱਸ ਕੇ ਇੱਕ ਤਾਂ ਪੁਰਾਣਿਆਂ ਨੂੰ ਸਾਰਿਆਂ ਨੂੰ ਗਾਲਾਂ ਕੱਢ ਲਈਏ ਤੇ ਇੱਕ ਲੋਕਾਂ ਨੂੰ ਲੋਲੀਪੌਪ ਦੇ ਜੀ ਇੱਥੋਂ 30000 ਹੋ ਗਏ, ਤੁਹਾਡੇ ਸਾਰੇ ਕੰਮ ਇੱਥੋਂ ਹੋ ਗਏ। ਜਦੋਂ ਉੱਥੇ 30000 ਹੈਗੇ ਨਹੀਂ ਤੇ ਭਗਵੰਤ ਮਾਨ ਜੀ ਦੇ ਗੱਡੀ ਦੇ ਆਸ-ਪਾਸ ਚੱਲਦੇ ਯੁਵਾਵਾਂ ਨੂੰ ਰੋਜ਼ਗਾਰ ਕਿੱਥੋਂ ਮਿਲੇਗਾ ਜੀ? ਤਾਂ ਹੀ ਤਾਂ ਮਿਲ ਨਹੀਂ ਪਾ ਰਿਹਾ, ਤਾਂ ਹੀ ਤਾਂ 1000 ਰੁਪਏ ਨਹੀਂ ਨਿਕਲ ਪਾ ਰਹੇ ਔਰਤਾਂ ਨੂੰ ਦੇਣ ਨੂੰ, ਤਾਂ ਹੀ ਤਾਂ 300 ਯੂਨਿਟ 300 ਯੂਨਿਟ ਵਾਸਤੇ ਪੰਜਾਬ ਅਜੇ ਵੀ ਵੇਟ ਕਰ ਰਿਹਾ ਵੀ ਕਿਵੇਂ ਕਰਨਗੇ, ਕਿਉਂਕਿ ਸਬਸਿਡੀ ਤਾਂ ਪਹਿਲਾਂ ਹੀ ਪੰਜਾਬ 13-14 ਹਜ਼ਾਰ ਕਰੋੜ ਦੀ ਬਿਜਲੀ ਦੇ ਰਿਹਾ। ਪੰਜਾਬ ਦਿੱਲੀ ਸਿਰਫ 1700 ਕਰੋੜ ਦੀ ਬਿਜਲੀ ਸਬਸਿਡੀ ਦਿੰਦਾ ਹੈ। ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੇ ਆਉਣ ਤੋਂ ਪਹਿਲਾਂ ਹੀ 13-14 ਹਜ਼ਾਰ ਕਰੋੜ ਦੀ ਬਿਜਲੀ ਸਬਸਿਡੀ ਦਿੰਦੀ ਹੈ। ਤੁਸੀਂ ਹੁਣ ਉਸ ਤੋਂ ਬਾਅਦ ਕਿੰਨੀ ਦੇ ਪਾਉਂਦੇ ਹੋ? ਅਸੀਂ ਵੇਟ ਕਰ ਰਹੇ ਹਾਂ ਦੇਖਣ ਨੂੰ। ਤੁਸੀਂ ਓਵਰਆਲ ਜਦੋਂ ਆਪਣੇ ਪੰਜਾਬ ਮਾਡਲ ਨੂੰ ਦੇਖਦੇ ਹੋ ਔਰ ਸਰਕਾਰ ਦਾ ਜੋ ਹੁਣ ਵਕਤ ਗੁਜ਼ਰਿਆ ਔਰ ਜੋ ਅੱਗੇ ਇਹਨਾਂ ਨੇ ਗੁਜ਼ਾਰਨਾ ਹੈ, ਉਸ ਤਰੀਕੇ ਨਾਲ ਤੁਸੀਂ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਕਿ ਜਿਹੜਾ ਇਹ ਅਸੀਂ ਮਿਹਣਾ ਅਕਸਰ ਸੁਣਦੇ ਆ ਰਹੇ ਹਾਂ ਕਿ ਪੰਜਾਬ ਕਰਜ਼ਾਈ ਹੋ ਗਿਆ, ਪੰਜਾਬ ਨੂੰ ਕਰਜ਼ਾ ਮੁਕਤ ਬਣਾਉਣਾ ਹੈ, ਪੰਜਾਬ ਨੂੰ ਇੱਕ ਨਵੀਂ ਦਿਸ਼ਾ ਵੱਲ ਲੈ ਕੇ ਜਾਣਾ, ਤੁਹਾਨੂੰ ਲੱਗਦਾ ਹੈ ਕਿ ਇਹ ਉਹੀ ਨਕਸ਼ੇ ਕਦਮ ਨੇ ਜਿੱਤੇ ਸਰਕਾਰ ਤੁਰਦੀ ਪਈ ਔਰ ਛੇਤੀ ਉਹ ਮੰਜ਼ਿਲ ਤੱਕ ਪਹੁੰਚ ਜਾਣਗੇ? ਮੈਂ ਇਸ ਕੰਮ ਦੇ ਪਹਿਲੇ ਸਿਰਫ ਕਦਮ ਤੇ ਆਨਾ, ਇਸ ਕੰਮ ਨੂੰ ਵੀ ਰੇਤੇ ਮੂੰਹ ਬੜਾ ਆਸਾਨ ਕਰਦੇ ਆ। ਅਸਲ 'ਚ ਆਪਾਂ ਕਰਜ਼ੇ ਵੱਲ, ਇਕਨੋਮਿਕ ਹਾਲਤ ਵੱਲ ਬਾਅਦ 'ਚ ਵਧਦੇ ਹਾਂ। ਪਹਿਲਾਂ ਆਪਾਂ ਇਹ ਦੇਖਦੇ ਹਾਂ ਕਿ ਆਪਾਂ ਕੀ ਚੁਣ ਰਹੇ ਹਾਂ ਤੇ ਫੈਸਲੇ ਕੌਣ ਲੈ ਰਿਹਾ। ਆਪਣੇ ਜ਼ੋਰ ਲਾਉਣ ਦਾ ਫਾਇਦਾ ਤਾਂ ਹੋਵੇ ਨਾ ਜੇ ਆਪਾਂ ਕਿਸੇ ਅਜਿਹੀ ਥਾਂ ਤੇ ਲਾ ਰਹੀ ਹੋਵੇ ਜਿਹਦਾ ਕੋਈ ਅਸਰ ਹੋ ਰਿਹਾ ਹੋਵੇ। ਐਕਸਕਿਊਜ਼ ਮੀ। ਆਪਾਂ 117 ਵਿਧਾਇਕਾਂ ਨੂੰ ਵੋਟਾਂ ਪਾਉਂਦੇ ਹਾਂ। 117 ਵਿਧਾਇਕਾਂ ਦਾ ਕੰਮ ਕੀ ਹੈ? ਆਪਾਂ ਤਾਂ ਉਮੀਦ ਨਾ ਪਾਉਂਦੇ ਹਾਂ ਕਿ ਇਹ ਜਾ ਕੇ ਸਾਡਾ ਕਰਜ਼ਾ ਮੁੜਵਾ ਦੇਣਗੇ ਜੀ, ਇਹ ਰੋਜ਼ਗਾਰ ਦੇ ਦੇਣਗੇ, ਸਭ ਕੁਝ ਕਰਨਗੇ। 117 ਵਿਧਾਇਕ ਜਾ ਕੇ ਵਿਧਾਨ ਸਭਾ ਦੇ ਅੰਦਰ ਕਦੇ ਪਿਛਲੇ 25 ਸਾਲਾਂ 'ਚ ਪੰਜਾਬ ਦੇ ਕਿਸੇ ਵਿਧਾਇਕ ਨੇ ਵਿਧਾਨ ਸਭਾ 'ਚ ਆਏ ਕਾਨੂੰਨ ਨੂੰ ਅਮੈਂਡ ਕਰਵਾਇਆ? ਪੰਜਾਬ ਦੇ ਵਿਧਾਨ ਸਭਾ ਦੇ ਕਦੇ ਕਿਸੇ ਡਿਬੇਟ ਤੋਂ ਕਾਨੂੰਨ ਬਦਲਿਆ ਗਿਆ? ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇਹਨਾਂ ਦੇ 92 ਜਿਹੜੇ ਸਿਟਿੰਗ ਵਿਧਾਇਕ ਹੈ ਉਹ ਸਲਾਹ ਦੇ ਕੇ ਚਲਾ ਰਹੇ ਨੇ ਜਾਂ ਕਲਾਸਾਂ ਇਹਨਾਂ ਦੀ ਉਹ ਲੈ ਰਹੇ ਨੇ? ਤੇ ਜਦੋਂ ਕਲਾਸਾਂ ਲੈ ਰਹੇ ਨੇ ਤੇ ਕੀ ਕਹਿ ਰਹੇ ਨੇ? ਹਲਕੇ ਵਿੱਚ ਰਹੋ, ਹਲਕੇ 'ਚੋਂ ਬਾਹਰ ਨਾ ਨਿਕਲੋ। ਪਿੰਡਾਂ ਦੇ ਲੋਕਾਂ ਦੇ ਕੰਮ ਬੜੇ ਜ਼ਰੂਰੀ ਕੰਮ, ਪਟਵਾਰੀ, ਤਹਿਸੀਲਦਾਰ, ਥਾਣਾ, ਡੀਐਸਪੀ ਦੇ ਕੰਮ, ਕੀ ਆਪਾਂ ਵਿਧਾਇਕਾਂ ਨੂੰ ਇਹ ਕੰਮ ਕਰਾਉਣ ਨੂੰ ਚੁਣਿਆ? ਕਿਉਂਕਿ ਸਰਕਾਰ ਤਾਂ ਹੀ ਕਹਿ ਰਹੀ ਹੈ ਉੱਥੇ ਰਹੋ, ਉਹੀ ਕਰਦੇ ਰਹੋ। ਇਹਦਾ ਮਕਸਦ ਕੀ ਹੈ? ਆਪਾਂ ਲੋਕਾਂ ਨੂੰ ਸਮਝਾਈਏ ਕਿ ਤੁਹਾਡੇ ਨਾਲ ਹੋ ਕੀ ਰਿਹਾ। ਆਪਾਂ 117 ਵਿਧਾਇਕ ਇਹ ਸਾਰੇ ਗੱਲਾਂ ਸੋਚ ਕੇ ਚੁਣਦੇ ਆ ਕਿ ਮਾਫੀਆ ਖਤਮ ਕਰਨਗੇ, ਕਿ ਪੰਜਾਬ ਦੇ ਜੇਬਾਂ ਭਰਨਗੇ, ਖਜ਼ਾਨਾ ਭਰਨਗੇ, ਕਿਸਾਨੀ ਦਾ ਹੱਲ ਹੋਊਗਾ ਜੀ, SYL ਦਾ ਹੱਲ ਹੋਊਗਾ। ਮਗਰ ਉਹ ਕਰਦੇ ਕੀ ਨੇ? ਉਹਨਾਂ ਦਾ ਕਾਰਨ ਇਹ ਹੈ ਕਿ ਆਪਣੇ ਪਿੰਡਾਂ ਜਾ ਕੇ ਜਿਹੜਾ ਆਪਣਾ ਧੜਾ ਬਣਿਆ ਉਹਦੇ ਕੰਮ ਆਪਾਂ ਲੋਕਲ ਦਫ਼ਤਰਾਂ ਤੋਂ ਕਰਾਉਂਦੇ ਰਹਿਣਾ। ਉਹ ਕਰਾਉਣ ਬਹੁਤ ਜ਼ਰੂਰੀ ਨੇ। ਕਰਾਣੇ ਕਿਉਂ ਪੈਂਦੇ ਨੇ? ਕਿਉਂਕਿ ਅਸਲ ਵਿੱਚ ਜਿਹੜੇ ਆਮ ਸਹੂਲਤਾਂ ਨੇ, ਜੋ ਕਿ ਅਸੀਂ ਪੰਜਾਬ ਮਾਡਲ 'ਚ ਗੱਲ ਕਰਦਾ ਸੀ, ਮੈਂ ਬਹੁਤ ਲੜਿਆ ਇਸ ਗੱਲ ਵਾਸਤੇ। ਮੇਰੀ ਇਲੈਕਸ਼ਨ ਕੰਪੇਨ ਦੀਆਂ 200 ਸਪੀਚਾਂ ਨੇ, ਮੈਂ ਇਹੀ ਗੱਲਾਂ ਬੋਲੀਆਂ ਕਿ ਜਿਹੜੇ ਉਹ ਕੰਮ ਨੇ ਨਾ ਉਹ ਤੁਹਾਡੇ ਹੱਕ ਦੇ ਕੰਮ ਨੇ। ਤੇ ਲੋਕਲ ਬਾਡੀਜ਼ ਦੇ ਉੱਤੇ ਵੀ ਜ਼ੋਰ ਦਿੱਤਾ ਸੀ ਇਲੈਕਸ਼ਨ ਟਾਈਮ। ਮੈਂ ਲੋਕਲ ਬਾਡੀਜ਼ ਇਸੇ ਜ਼ੋਰ ਦਿੱਤਾ ਕਿ ਤੁਹਾਡੇ ਕੰਮ ਨੇ ਯਾਰ, ਉਹ ਕੰਮ ਕਰਾਉਣ ਵਾਸਤੇ ਤੁਸੀਂ MLA ਦੇ ਪਿੱਛੇ ਕਿਉਂ ਭੱਜੋ? ਇਹ ਤਾਂ ਤੁਹਾਡੇ ਵੈਸੇ ਹੀ ਹੋ ਜਾਣੇ ਚਾਹੀਦੇ ਨੇ। ਅਸਲ 'ਚ ਮਸਲਾ ਇਹ ਹੈ ਕਿ 5 ਸਾਲ ਤੁਹਾਡੇ ਉਹੀ ਕੰਮ ਨਹੀਂ ਹੋ ਪਾਉਂਦੇ। ਡੇਟ ਆਫ ਬਰਥ, ਡੈਥ ਸਰਟੀਫਿਕੇਟ, ਡਰਾਈਵਿੰਗ ਲਾਇਸੈਂਸ, ਤੁਸੀਂ ਪਟਵਾਰੀ ਤੋਂ ਆਪਣੀ ਫਰਦਾ ਨਹੀਂ ਲੈ ਸਕਦੇ ਜੀ, ਤੁਸੀਂ ਇੱਧਰ ਨਹੀਂ ਜਾ ਸਕਦੇ, ਹਰ ਜਗ੍ਹਾ ਫੋਨ ਕਰਾਓ ਜੀ, ਸਾਨੂੰ ਬਚਾਓ ਜੀ, ਉਹਨਾਂ ਪੰਗਾ ਪੈ ਗਿਆ ਜੀ, ਸਾਡਾ ਜਾਇਜ਼ ਕਰੋ ਜੀ, ਸਾਡੇ ਨਾਲ ਧੱਕਾ ਹੋ ਗਿਆ ਜੀ, ਇਹਨੇ ਪੈਸੇ ਦਿੱਤੇ ਜੀ। ਆਪਾਂ ਇਹਦੇ ਵਿੱਚ ਹੀ 5 ਸਾਲ ਕੱਢ ਦਿੰਦੇ ਹਾਂ। ਮੇਰਾ ਕਹਿਣ ਦਾ ਇਹਨਾਂ ਮਕਸਦ ਹੈ ਕਿ ਕਿੰਨੀਆਂ ਕੀ ਸੁਵਿਧਾਵਾਂ ਨੇ ਆ ਰਹੇ 30-40। ਕੁਝ ਲੋਕ ਕਹਿੰਦੇ ਨੇ ਜੇ ਸਾਰੀ ਸੁਵਿਧਾ ਜੋੜ ਲਈਏ ਨਾ ਸੀਵਰੇਜ ਵਗੈਰਾ ਵਿੱਚ ਪਾ ਕੇ 117 ਸੁਵਿਧਾ ਨੇ, ਇਹ ਲੋਕਾਂ ਦੇ ਹੱਕ ਨੇ, ਲੋਕਾਂ ਨੂੰ ਵੈਸੇ ਦੇ ਦਈਏ ਤੇ ਫਿਰ ਤਾਂ ਆਪਣੇ MLA ਵਿਹਲੇ ਹੋ ਗਏ। ਫਿਰ ਆਪਾਂ ਕਹਿੰਦੇ MLA ਸਵਾਲ ਪੁੱਛ ਸਕਦੇ ਨੇ, ਸਵਾਲ ਨੂੰ RTI ਦੇ ਅੰਦਰ ਸਾਰੇ ਸਵਾਲਾਂ ਦੇ ਜਵਾਬ ਮਿਲ ਜਾਂਦੇ ਨੇ। MLA ਕਿਹੜਾ ਸਵਾਲ ਪੁੱਛਣਾ? ਉਹ ਤਾਂ ਇੱਕ ਅਲੱਗ ਆਰਟੀਕਲ ਲਵਾ ਸਕਦਾ ਆਪਣਾ, ਇੱਕ ਹੋਰ ਸਵਾਲ ਪੁੱਛ ਕੇ, ਵੈਸੇ ਤਾਂ RTI 'ਚ ਜਵਾਬ ਲੈ ਹੀ ਸਕਦਾ। MLA ਦਾ ਅਸਲੀ ਕੰਮ ਸੀਗਾ ਕਿ ਉਹ ਸਰਕਾਰ ਦੇ ਕਾਨੂੰਨ ਬਣਾਉਣ ਵਿੱਚ ਯੋਗਦਾਨ ਦੇਵੇ। ਸਰਕਾਰ ਦੀ ਨੀਤੀ ਲੋਕਾਂ ਦੀ ਆਵਾਜ਼ 'ਚੋਂ ਆਉਂਦੀ। ਇਹ ਲੋਕਾਂ ਦੀ ਬਣਾਈ ਸਰਕਾਰ ਹੈ, ਅਫਸਰਾਂ ਦੀ ਨਹੀਂ। ਤੁਸੀਂ ਪੰਜਾਬ ਵਿੱਚ ਪੂਰੇ ਸੁਣ ਰਹੇ ਹੋ ਕਿ ਰਾਘਵ ਚੱਗੜਾ ਤੇ ਆਪਾਂ ਅਟੈਕ ਕਰ ਰਹੇ ਹਾਂ। ਉਹਦੇ ਪਿੱਛੇ 2 ਕਾਰਨ ਨੇ। ਇੱਕ ਤਾਂ ਕਹਿ ਰਹੇ ਸਾਡੇ ਪੰਜਾਬ ਤੋਂ ਨਹੀਂ ਚੁਣਿਆ ਗਿਆ, ਦਿੱਲੀੋਂ ਆਇਆ, ਪਰ ਦੂਸਰਾ ਇੱਕ ਹੋਰ ਬਹੁਤ ਵੱਡਾ ਕਾਰਨ ਹੈ ਜਿਹਨੂੰ ਲੋਕ ਇਗਨੋਰ ਕਰ ਦਿੰਦੇ ਨੇ, ਕਿਉਂਕਿ ਉਹ ਗੱਲ ਕਿਸੇ ਨੂੰ ਉਸ ਤਰ੍ਹਾਂ ਕਹਿੰਦਾ ਨਹੀਂ, ਕੋਈ ਉਹਨੂੰ ਠੋਕ ਨਹੀਂ ਮਾਰ ਕੇ ਕਹਿੰਦਾ। ਯਾਰ ਇਹਨੂੰ ਕਿਹਨੇ ਅਧਿਕਾਰ ਦਿੱਤਾ ਉਹ ਕਾਨੂੰਨ ਬਣਾਉਣ ਦਾ? ਸਾਡੇ MLA, ਸਾਡੇ ਸਰਪੰਚ, ਸਾਡੇ ਕਾਉਂਸਲਰ ਕਿੱਥੇ ਨੇ? ਅਸੀਂ ਤਾਂ ਵੋਟਾਂ ਉਹਨਾਂ ਨੂੰ ਪਾਈਆਂ ਸੀ। ਅਸਲ ਵਿੱਚ ਜਿਹੜੇ ਲੋਕਾਂ ਨੂੰ ਆਪਾਂ ਚੁਣਦੇ ਹਾਂ
ਤੇ ਤੁਸੀਂ ਇਹ ਅਕ੍ਰੋਸ ਇੰਡੀਆ ਦੇਖੋਗੇ, ਹਰ ਸੂਬੇ 'ਚ ਦੇਖੋਗੇ, ਉਹਨਾਂ ਦਾ ਨੀਤੀ ਬਣਾਉਣ 'ਚ, ਕਾਨੂੰਨ ਬਣਾਉਣ 'ਚ ਕੋਈ ਯੋਗਦਾਨ ਨਹੀਂ ਹੈ। ਤੇ ਫਿਰ ਨੀਤੀ ਕਾਨੂੰਨ ਕੌਣ ਬਣਾ ਰਿਹਾ? ਆਪਾਂ ਇਸ ਸਵਾਲ ਪੁੱਛੀਏ ਕਿ ਖੇਤੀ ਕਾਨੂੰਨ ਵਾਪਸ ਤਾਂ ਆਪਾਂ ਕਰਾ ਲਏ, ਲਿਖੇ ਕਿਨੇ ਸੀ? ਕੀ ਤੋਮਰ ਸਾਹਿਬ ਖੁਦ ਲਿਖਦੇ ਸੀ ਜਾਂ ਕੋਈ ਆਈਐਸ ਅਫਸਰ ਸੀ ਜਿਹੜਾ ਨਾਲ ਬੈਠ ਕੇ ਉਹ ਲਿਖਦਾ ਸੀ, ਉਹਨੂੰ ਸਾਰਾ ਪਤਾ ਸੀ? ਫਿਰ ਆਪਾਂ ਕਹਿੰਦੇ ਉਹਨੇ ਯੂਨੀਅਨ ਨਾਲ ਗੱਲ ਨਹੀਂ ਕੀਤੀ, ਇਹਨਾਂ ਗੱਲ ਨਹੀਂ ਕੀਤੀ, ਫਿਰ ਕਿਹਨਾਂ ਗੱਲ ਕੀਤੀ ਉਹਨੇ? ਅਸਲ ਵਿੱਚ ਸਾਹਮਣੇ ਆਉਂਦਾ ਹੈ ਕਿ ਜਿਹੜੇ ਕਾਨੂੰਨ ਨੇ, ਜਿਹੜੀਆਂ ਪਾਲਿਸੀਆਂ ਨੇ, ਇਹ ਕੁਝ ਲੋਕਾਂ ਦੇ ਫਾਇਦੇ ਵਾਸਤੇ ਬਣਾਈਆਂ ਜਾਂਦੀਆਂ ਨੇ ਤੇ ਬਹੁਤ ਹੱਦ ਤੱਕ ਇਹ ਇੱਕ ਸੀਐਮ ਆਫਿਸ ਦੇ ਅੰਦਰ ਹੀ ਰਹਿ ਜਾਂਦੀਆਂ। ਸਮੇਂ ਜੀ ਲੋਕ ਤਾਂ ਮਜ਼ਾ ਲੈਂਦੇ ਆ, ਸਵਾਦ ਆਉਂਦਾ ਉਹਨਾਂ ਨੂੰ ਜਦੋਂ ਸੋਸ਼ਲ ਮੀਡੀਆ ਤੇ ਉਹ ਦੇਖਦੇ ਆ ਕਿ ਫਲਾਣਾ ਐਮਐਲਏ ਥਾਣੇ 'ਚ ਵੜ ਗਿਆ, ਫਲਾਣਾ ਐਮਐਲਏ ਹਸਪਤਾਲ 'ਚ ਵੜ ਗਿਆ, ਵੀਡੀਓ ਔਨ ਕੀਤੀ, ਕਿਸੇ ਨੂੰ ਲੰਮਾ ਪਵਾ ਲਿਆ, ਕਿਸੇ ਨੂੰ ਖੜਾ ਕਰਤਾ। ਲੋਕਾਂ ਨੂੰ ਮਜ਼ਾ ਆ ਰਿਹਾ। ਇਹ ਲੋਕਾਂ ਦੀ ਸੋਚ ਕਿਵੇਂ ਬਦਲੋਗੇ? ਲੋਕਾਂ ਨੂੰ ਤਾਂ ਸਵਾਲ ਕਰਨ ਦਾ ਉਹ ਐਕਚੁਅਲੀ ਸੋਚ ਮਾੜੀ ਨਹੀਂ ਹੈ। ਤੁਸੀਂ ਦੇਖੋ ਉਹਦੇ ਅੰਦਰ ਦੋ ਗੱਲਾਂ ਨੇ। ਪਹਿਲੀ ਗੱਲ ਤਾਂ ਆਪਾਂ ਸਮਝੀਏ ਕਿ ਲੋਕ ਉਹ ਕਰ ਕਿਉਂ ਰਹੇ ਨੇ, ਕਿਉਂਕਿ ਲੋਕ ਇਹ ਦੇਖ ਰਹੇ ਨੇ ਯਾਰ ਸਾਡਾ ਤਾਂ ਕੋਈ ਕੰਮ ਹੀ ਨਹੀਂ ਹੋ ਰਿਹਾ, ਸਾਡੇ ਹੱਕ ਦੇ ਕੰਮ ਨਹੀਂ ਹੋ ਰਹੇ। ਗਲਤ ਗੱਲ ਕਿੱਥੇ ਹੈ ਕਿ ਉਸ ਐਮਐਲਏ ਨੇ, ਉਸ ਮੰਤਰੀ ਨੇ ਲੋਕਾਂ ਨੂੰ ਉੱਥੇ ਉਲਝਾ ਰੱਖਿਆ ਵੀ ਹਾਂ ਸਹੀ ਉੱਥੇ ਉਹ ਮੰਜੇ 'ਚ ਫਸੇ ਰਹੋ। ਇਹ ਨਾ ਦੱਸੋ ਕਿ ਇਸ ਹਸਪਤਾਲ ਨੂੰ ਪੈਸੇ ਕਿੱਥੋਂ ਆਣਗੇ। ਪਰ ਇਹ ਗੱਲਾਂ ਤਾਂ ਵਿਧਾਨ ਸਭਾ 'ਚ ਹੋਣੀਆਂ ਚਾਹੀਦੀਆਂ ਨੇ। ਇੱਥੇ ਤਾਂ ਪਾਲਿਸੀ ਬਣਨੀ ਚਾਹੀਦੀ ਹੈ, ਪਾਲਿਸੀ ਬਣਨੀ ਚਾਹੀਦੀ ਹੈ ਕਿ ਇੱਕ ਐਮਐਲਏ ਨਾ ਜਾਵੇ ਉੱਥੇ, ਲੇਕਿਨ ਇਹੋ ਜੀ ਪਾਲਿਸੀ ਇਹੋ ਜੀ ਤਿਆਰ ਕਰ ਦਿਓ ਕਿ ਉੱਥੇ ਸਭ ਕੁਝ ਇਹੋ ਜਿਹੀਆਂ ਚੀਜ਼ਾਂ ਕ੍ਰਿਸਟਲ ਕਲੀਅਰ ਰਹਿਣ, ਟਰਾਂਸਪੇਰੈਂਸੀ ਰਵੇ ਕਿ ਹਾਂ ਵੀ ਉੱਥੇ ਸਭ ਕੁਝ ਸਹੀ ਚੱਲਦਾ ਪਿਆ। ਤੇ ਐਮਐਲਏ ਦਾ ਕੰਮ ਕੀ ਹੈ? ਐਮਐਲਏ ਦਾ ਕੰਮ ਤਾਂ ਅਸਲ 'ਚ ਜੇ ਸਿਸਟਮ ਨੂੰ ਚੈੱਕ ਰੱਖਣਾ ਹੈ ਡਿਸਟ੍ਰਿਕਟ ਲੈਵਲ ਤੇ ਜਾਂ ਆਪਣੇ ਹਲਕੇ ਲੈਵਲ ਤੇ, ਇਹ ਹੈ ਕਿ ਜਿਹੜੀ ਨੀਤੀਆਂ ਪਾਲਿਸੀਆਂ ਬਣੀਆਂ ਉਹ ਲਾਗੂ ਤਾਂ ਹੋ ਰਹੀਆਂ ਨੇ, ਕਿ ਸਾਡਾ ਸਿਸਟਮ ਰੂਲ ਆਫ ਲਾਅ ਦੇ ਹਿਸਾਬ ਨਾਲ ਚੱਲੇ। ਪਹਿਲੀ ਗੱਲ ਤਾਂ ਰੂਲ ਨਹੀਂ ਬਣਾ ਪਾ ਰਹੇ, ਫਿਰ ਉਸ ਹਿਸਾਬ ਨਾਲ ਚਲਾ ਨਹੀਂ ਪਾ ਰਹੇ। ਸੋ ਇਹ ਬਹੁਤ ਵੱਡਾ ਗੈਪ ਹੈ। ਲੋਕਾਂ ਨੂੰ ਵੀ ਗੁੰਮਰਾਹ ਕੀਤਾ ਜਾ ਰਿਹਾ, ਲੋਕ ਗੁੰਮਰਾਹ ਹੈਗੇ ਵੀ ਨੇ, ਇਹ 'ਚ ਕੋਈ ਦੁਰਾਇਆ ਪਰ ਇਹ ਮਜ਼ਾ ਆਉਂਦਾ ਇਹਨਾਂ ਨੂੰ। ਰੇਡ ਕਲਚਰ ਜਿਹੜਾ ਨਵਾਂ ਪੰਜਾਬ 'ਚ ਸ਼ੁਰੂ ਹੋ ਗਿਆ ਨਾ, ਰੇਡ ਮਾਰਤੀ, ਰੇਡ ਕਲਚਰ 'ਚ ਲੋਕਾਂ ਨੂੰ ਮਜ਼ਾ ਆ ਰਿਹਾ। ਚਲੋ ਹਰ ਚੀਜ਼ ਦੀ ਨਾ ਕੁਝ ਵੈਲਿਡਿਟੀ ਹੁੰਦੀ, ਇਹ ਵੀ ਕੁਝ ਦੇਰ ਚੱਲੇਗਾ। ਅੱਜ ਤਾਂ ਆਪਾਂ ਇੱਕ ਹੋਰ ਕਲਚਰ ਵੀ ਦੇਖ ਰਹੇ ਹਾਂ, ਦੇਸ਼ ਦੇ ਅੰਦਰ ਅਲੱਗ-ਅਲੱਗ ਤਰ੍ਹਾਂ ਦੀ ਰਾਜਨੀਤੀ ਚੱਲ ਰਹੀ ਹੈ। ਜਿਹੜੀ ਗੱਲਾਂ ਆਪਾਂ ਕਰ ਰਹੇ ਹਾਂ ਵਿਚਾਰਧਾਰਾ ਦੀ, ਇਕਨੋਮਿਕਸ ਦੀ, ਜਾਂ ਲੋਕਾਂ ਨੂੰ ਲੋਕਾਂ ਦੇ ਹੱਕ ਦੇਣ ਦੀ, ਇੱਥੋਂ ਵੀ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ। ਲੋਕਾਂ ਨੂੰ ਤਾਂ ਕਿਸੇ ਹੋਰ ਪੋਲਿਟਿਕਸ ਵੱਲ ਤੋਰਿਆ ਜਾ ਰਿਹਾ ਕਿ ਤੁਸੀਂ ਆਪਣੇ ਹੱਕ ਭੁੱਲ ਜਾਓ, ਬੇਰੋਜ਼ਗਾਰੀ ਭੁੱਲ ਜਾਓ, ਮਹਿੰਗਾਈ ਭੁੱਲ ਜਾਓ, ਤੁਸੀਂ ਸਿਰਫ ਕਿਸ ਧਰਮ ਦੇ ਹੋ, ਕਿਸ ਕਲਚਰ ਨੂੰ ਬਿਲੋਂਗ ਕਰਦੇ ਹੋ, ਉਸ ਨਾਮ ਤੇ ਵੋਟ ਪਾਇਆ ਹੈ। ਪਰ ਉਸ ਕੀ ਉਹ ਲੋਕਾਂ ਦਾ ਹੀ ਫਾਇਦਾ ਹੋ ਰਿਹਾ? ਆਪਾਂ ਚਲੋ ਉਹਨਾਂ ਨੂੰ ਛੱਡ ਦਿੰਦੇ ਜਿਨ੍ਹਾਂ ਦੇ ਖਿਲਾਫ ਹੈ, ਜਿਹਦੇ ਹੱਕ 'ਚ ਹੈ ਉਹਨੂੰ ਕੀ ਮਿਲਿਆ? ਕਿ ਉਹਨੂੰ ਨੌਕਰੀ ਮਿਲੀ, ਕਿ ਉਹਦੀ ਮਹਿੰਗਾਈ ਘਟੀ, ਕਿ ਉਹਨਾਂ ਦੀ ਸੜਕਾਂ ਸਾਫ਼ ਨੇ, ਕਿ ਉਹਨਾਂ ਦੇ ਸੀਵਰੇਜ ਚੱਲ ਰਹੇ ਨੇ, ਕਿ ਸਟਾਰਮ ਵਾਟਰ ਤੇ ਸੀਵਰੇਜ ਦਾ ਫਰਕ ਪੈ ਗਿਆ, ਜਾਂ ਹਜੇ ਵੀ ਜਦੋਂ ਬਾਰਿਸ਼ ਪੈਂਦੀ ਹੈ ਸਾਰਾ ਕੁਝ ਬਾਹਰ ਆ ਜਾਂਦਾ? ਜੇ ਮਸਲੇ ਉਹ ਹੁੰਦੇ ਤੇ ਆਪਾਂ ਜਿਹੜੀ ਵੋਟ ਪਾਉਂਦੇ ਆ ਉਹ ਚੁਣਨ ਦੀ ਲੜਾਈ ਉਹ ਲੜਦੇ ਤਾਂ ਠੀਕ ਰਹਿੰਦਾ। ਸਾਡੇ ਨਾ ਅਹਿਮਦਗੜ੍ਹ ਦੇ ਇੱਕ 10 ਨੰਬਰ ਵਾਰਡ 'ਚੋਂ ਕਾਉਂਸਲਰ ਲੜੇ ਸੀ, ਤੇ ਉਹ ਮੈਨੂੰ ਕਹਿੰਦਾ ਜੀ ਮੈਂ ਕਾਉਂਸਲਰ ਲੜਨ ਦੀ ਕੋਈ ਇੱਛਾ ਨਹੀਂ ਇਸ ਕਰਕੇ ਲੜਿਆ ਕਿਉਂਕਿ ਥੋੜੇ ਮੋਟੇ ਪੈਸੇ ਦੇ ਕੇ ਐਨਓਸੀ ਲੈ ਲੈਂਦੇ ਨੇ ਅਫਸਰਾਂ ਤੋਂ, ਤੇ ਸਾਡੇ ਛੱਤਾਂ ਦੇ ਟਾਵਰ ਲਾਉਣ ਲੱਗੇ ਸੀ। ਮੈਂ ਆਵਾਜ਼ ਚੁੱਕਤੀ ਤੇ ਪੂਰਾ ਵਾਰਡ ਇਕੱਠਾ ਹੋ ਗਿਆ ਵੀ ਤੇਰੇ ਨਾਲ ਆ। ਫਿਰ ਮੈਨੂੰ ਲੋਕਾਂ ਨੇ ਪੈਸੇ ਦਿੱਤੇ ਵੀ ਕੇਸ ਲੜ। ਮੈਂ ਪੈਸੇ ਨਹੀਂ ਖਾਦੇ, ਐਸਡੀਐਮ ਕੋਲੇ ਗਿਆ, ਐਸਡੀਐਮ ਖੁਦ ਹੀ ਮੰਨ ਗਿਆ ਵੀ ਗਲਤ ਹੋ ਰਿਹਾ ਤੁਹਾਡੇ ਨਾਲ, ਉਹਨੇ ਕੈਂਸਲ ਕਰਤਾ ਤੇ ਵਾਪਸ ਆ ਗਿਆ। ਪੈਸੇ ਲੋਕਾਂ ਨੂੰ ਵਾਪਸ ਦਿੱਤੇ, ਲੋਕ ਕਹਿੰਦੇ ਸਾਡੀ ਆਵਾਜ਼ ਚੁੱਕ। ਪਰ ਜੀ ਜਦੋਂ ਮੈਂ ਸਿਸਟਮ 'ਚ ਆਇਆ ਤੇ ਮੈਂ ਉਲਝ ਗਿਆ, ਕਿਉਂਕਿ ਮੈਨੂੰ ਸਮਝ ਨਹੀਂ ਆਇਆ ਕਿ ਮੈਂ ਜਿਹੜੀ ਲੜਾਈ ਲੜਨਾ ਆਇਆ ਸੀ ਉਹਦੀ ਲੜਾਈ ਜਾ ਕੇ ਲੜਨੀ ਕਿੱਥੇ ਹੈ। ਕਾਉਂਸਲਰ ਨੂੰ ਵਿਚਾਰਿਆਂ ਨੂੰ ਤਾਂ ਇਹ ਨਹੀਂ ਪਤਾ ਕਿ ਸਾਡੇ ਪੈਸੇ ਕਿੱਥੋਂ ਆ ਰਹੇ ਤੇ ਕਿੰਨੇ ਲਾਣੇ ਨੇ। ਲੜਾਈ ਤਾਂ ਹੋਣੀ ਚਾਹੀਦੀ ਸੀ, ਪਰ ਲੜਾਈ ਇਹ ਹੋ ਗਈ ਹੈ ਕਿ ਪ੍ਰਧਾਨਗੀ ਨੂੰ ਲਾਣਾ। ਲੜਾਈ ਇਹ ਹੋ ਗਈ ਹੈ ਕਿ ਅਸੀਂ ਕਿਸ ਵਿਚਾਰਧਾਰਾ ਦੀ ਰਾਜਨੀਤੀ ਖੇਲ ਕੇ ਸਾਰੀਆਂ ਵੋਟਾਂ ਇੱਕ ਪਾਸੇ ਨੂੰ ਖਿੱਚ ਸਕਦੇ। ਮੈਨੂੰ ਲੱਗਦਾ ਹੈ ਕਿ ਅਸਲ ਰਾਜਨੀਤੀ ਜਿਹੜੀ ਹੈ ਆਪਾਂ ਉਸ ਵੱਲ ਵਧੀਏ, ਤੇ ਕਾਂਗਰਸ ਪਾਰਟੀ ਵਿੱਚ ਸਭ ਤੋਂ ਜ਼ਿਆਦਾ ਤਾਕਤ ਸੀ ਇਸ ਰਾਜਨੀਤੀ ਨੂੰ ਕਰਨ ਦੀ, ਦੇਸ਼ ਦਾ ਸੰਵਿਧਾਨ ਬਣਾਉਣ ਦੀ, ਦੇਸ਼ ਦੀ ਆਜ਼ਾਦੀ ਲੜਾਈ ਲੜਨ ਦੀ ਤੇ ਆਪਸੀ ਭਾਈਚਾਰਾ ਰੱਖਣ ਦੀ। ਇਹ ਦੇਸ਼ ਦਾ ਜਿਹੜਾ ਰੂਪ ਹੈ, ਜਿਹੜਾ ਅੱਜ ਆਪਾਂ ਤਿਰੰਗਾ ਲਹਿਰਾਉਂਦੇ ਦੇਖ ਰਹੇ ਹਾਂ, ਸੈਕੂਲਰਿਜ਼ਮ ਦਾ, ਡੈਮੋਕ੍ਰੇਸੀ ਦਾ, ਸਭ ਦੇ ਭਾਈਚਾਰਕ ਸਾਂਝ ਦਾ, ਇਹਦੀ ਜੜ ਬੋਨ ਦਾ। ਕਾਂਗਰਸ ਨੂੰ ਤਾਂ ਈਡੀ ਦੀਆਂ ਰੇਡਾਂ 'ਚ ਉਲਝਾ ਕੇ ਰੱਖਤਾ। ਈਡੀ ਦੀ ਰੇਡ ਔਰ ਤਮਾਮ ਕਾਂਗਰਸ ਹਰ ਸੂਬੇ ਦੇ ਵਿੱਚ ਸੜਕਾਂ ਤੇ ਉਤਰ ਆਉਂਦੀ ਹੈ ਕਿ ਅਸੀਂ ਸਾਡੇ ਪਾਰਟੀ ਦੇ ਜਿਹੜੇ ਅਧਿਕਸ਼ਾ ਹੈਗੇ ਸੋਨੀਆ ਗਾਂਧੀ ਜੀ, ਉਹਨਾਂ ਦੇ ਨਾਲ ਕੁਝ ਵੀ ਬਦਸਲੂਕੀ ਹੋਏਗੀ ਸਾਡੇ ਤੋਂ ਬਰਦਾਸ਼ਤ ਨਹੀਂ ਹੁੰਦੀ। ਅਸਲ ਵਿੱਚ ਜਿਹੜੀਆਂ ਏਜੰਸੀਆਂ ਨੂੰ ਮੈਨੇਜ ਕੀਤਾ ਗਿਆ ਕੇਂਦਰ ਸਰਕਾਰ ਵੱਲੋਂ, ਤੁਸੀਂ ਇਹ ਦੇਖੋ ਕਿ ਕੋਈ ਵੀ ਆਦਮੀ, ਜਿਸ ਤਰ੍ਹਾਂ ਦੀ ਗੱਲਾਂ ਮੈਂ ਵੀ ਕਰ ਰਿਹਾ, ਜਦੋਂ ਪੋਲਿਟਿਕਸ ਨੂੰ ਆਪਾਂ ਨੰਗਾ ਕਰ ਦਿੰਦੇ ਉਹਨਾਂ ਦੀ, ਜਦੋਂ ਆਪਾਂ ਸੱਚ ਬੋਲ ਦਿੰਦੇ ਹਾਂ ਕਿ ਯਾਰ ਇਹ ਗੱਲ ਹੈ, ਤੇ ਲੋਕ ਬੜੇ ਸਿਆਣੇ ਨੇ, ਲੋਕਾਂ ਨੇ ਇਹ ਗੱਲ ਨੂੰ ਮਿੰਟ 'ਚ ਕੈਚ ਕਰ ਲੈਣਾ ਵੀ ਹਾਂ ਯਾਰ ਇਹ ਗੱਲ ਸਹੀ ਹੈ, ਆਪਾਂ ਕਿਉਂ ਵੰਡੇ ਜਾ ਰਹੇ ਹਾਂ, ਆਪਾਂ ਕਿਉਂ ਟੁੱਟ ਰਹੇ ਹਾਂ। ਫਿਰ ਉਸਨੂੰ ਇੱਕ ਦਾਗ ਇਸ ਦੇਸ਼ ਦੇ ਅੰਦਰ ਪੱਕਾ ਹੈ, ਉਹ ਹੈ ਕਰਪਸ਼ਨ ਦਾ ਦਾਗ, ਜਿਸ ਨੂੰ ਲੋਕ ਪਸੰਦ ਨਹੀਂ ਕਰਦੇ। ਠੀਕ ਹੈ, ਤੇ ਬਹੁਤ ਸਾਰੇ ਲੋਕਾਂ ਤੇ ਕਰਪਸ਼ਨ ਦਾ ਦਾਗ ਲਾ ਕੇ ਉਹਨਾਂ ਨੂੰ ਦਾਗੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਮੈਂ ਤਾਂ ਬਸ ਇਹ ਸਮਝਦਾ ਕਿ ਮੇਰੇ ਵਰਗੇ ਲੋਕ ਅੱਜ ਵੀ ਇਹ ਗੱਲ ਬੋਲ ਪਾਉਂਦੇ ਨੇ ਤੇ ਬੋਲਦੇ ਰਹਾਂਗੇ, ਲੜਦੇ ਰਹਾਂਗੇ। ਉਹਦੇ ਵਿੱਚ ਸਭ ਤੋਂ ਵੱਡਾ ਕਾਰਨ ਹੀ ਸ਼ਾਇਦ ਇਹ ਹੈ ਕਿ ਆਪਣੀ ਜ਼ਿੰਦਗੀ ਇਮਾਨਦਾਰੀ ਨਾਲ ਬਿਤਾਈਏ। ਤੁਸੀਂ ਸਟਾਰਟਿੰਗ ਵਿੱਚ ਗੱਲ ਕਰ ਰਹੇ ਸੀ ਮਹਿਲਾਂ ਦੀ, ਕੋਠੀਆਂ ਦੀ, ਤੇ ਮੈਂ ਸੋਚ ਰਿਹਾ ਸੀਗਾ ਕਿ ਮੇਰੇ ਫਾਦਰ 2 ਵਾਰੀ MLA ਰਹੇ ਨੇ। MLA ਬਣ ਕੇ ਪਿੰਡ ਜਾ ਕੇ ਰਹਿਣ ਲੱਗ ਗਏ ਤੇ ਖੇਤੀ ਕਰਦੇ। ਉਹੀ ਜ਼ਮੀਨ ਹੈ, ਉਨੀ ਜ਼ਮੀਨ ਹੈ ਜਿੰਨੀ ਦਾਦਾ ਦੀ ਟਾਈਮ ਸੀਗੀ, ਉਹ ਤੇ ਖੇਤੀ ਕਰਦੇ ਰਹੇ। ਮੈਂ ਤੁਹਾਨੂੰ ਆਪਣੇ ਬਾਰੇ ਦੱਸਣਾ ਚਾਹਨਾ ਕਿ ਇਹ ਨਿਸ਼ਾਨੇਬਾਜ਼ੀ ਦੇ ਮੈਡਲ ਤੇ ਸਾਰੀਆਂ ਚੀਜ਼ਾਂ ਬੜੀਆਂ ਬਾਅਦ ਚ ਆਈਆਂ। ਇਸ ਤੋਂ ਪਹਿਲਾਂ ਜਦੋਂ ਮੈਂ 18 ਸਾਲ ਦਾ ਸੀਗਾ, ਮੈਂ ਚੰਡੀਗੜ੍ਹੋਂ ਦਿੱਲੀ ਗਿਆ ਸੀ ਪੜ੍ਹਨ ਵਾਸਤੇ, ਤੇ ਮੇਰੇ ਫਾਦਰ ਚਾਹੁੰਦੇ ਮੈਂ ਲਾਅ ਕਰਾਂ। ਮੈਂ ਕਿਹਾ ਜੀ ਮੈਂ ਲਾਅ ਨਹੀਂ ਕਰਨਾ, ਮੈਂ ਇਕਨੋਮਿਕਸ ਕਰਨੀ ਹੈ। ਕਹਿੰਦੇ ਇਹ ਕਰਕੇ ਕੀ ਕਰੇਗਾ? ਮੈਂ ਕਿਹਾ ਜੀ ਮੈਂ ਕੁਛ ਨਾ ਕੁਛ ਕਰ ਲੂੰਗਾ। ਤੇ ਮੈਂ ਦਿੱਲੀ ਪਹੁੰਚਿਆ ਤੇ ਪਹਿਲਾਂ ਮੈਨੂੰ ਐਡਮਿਸ਼ਨ ਮਿਲੀ ਤੇ ਮੇਰੇ ਕੋਲ ਜ਼ਿਆਦਾ ਕੋਈ ਖਰਚੇ ਪਾਉਣ ਵਾਸਤੇ ਪੈਸੇ ਨਹੀਂ ਸੀ। ਸਾਡੇ ਉੱਥੇ ਸਰੀਤਾ ਵਿਹਾਰ ਇੱਕ ਧੂਰੇ ਪਿੰਡ ਦਾ ਬੰਦਾ ਹੈ, ਗੁਰਦੀਪ ਸੰਧੂ, ਉਹਨਾਂ ਦੀ ਸੰਧੂ ਟੈਕਸੀ ਸਰਵਿਸ ਹੈ। ਮੈਂ 1 ਸਾਲ ਸਵੇਰੇ ਸ਼ਾਮ ਉਹਨੇ ਟੈਕਸੀ ਸਰਵਿਸ ਦਾ ਰੂਟ ਚਲਾਇਆ। ਫਿਰ ਜਾ ਕੇ ਮੈਨੂੰ ਪਹਿਲੀ ਵਾਰੀ ਸਕਾਲਰਸ਼ਿਪ ਮਿਲੀ ਤੇ ਮੈਂ ਏਸ਼ੀਅਨ ਗੇਮਸ ਖੇਡਣ ਗਿਆ ਸੀਗਾ। ਜਦੋਂ ਮੈਨੂੰ ਸ਼ੂਟਿੰਗ ਵਿੱਚੋਂ ਚੰਗੇ ਪੈਸੇ ਆਉਣ ਲੱਗ ਗਏ, ਮੈਂ ਇੰਡੀਆ ਵਾਸਤੇ ਹੋਰ ਮੈਡਲ ਜਿੱਤਣ ਲੱਗ ਗਿਆ, ਸਪਾਂਸਰ ਮਿਲਣ ਲੱਗ ਗਏ, ਤਾਂ ਮੇਰੀ ਪੜ੍ਹਾਈ ਵੀ ਹੋਰ ਤਕੜੀ ਹੁੰਦੀ ਰਹੀ। ਉਹ ਦੋਨਾਂ ਦਾ ਰਲਮਿਲ ਬਣਾ ਕੇ ਮੈਂ ਆਪਣੀ ਜ਼ਿੰਦਗੀ ਦਾ ਕਰੀਅਰ ਬਣਾਇਆ। ਪਰ ਉਹਦੀ ਸ਼ੁਰੂਆਤ ਇੱਥੋਂ ਹੋਈ ਸੀ ਕਿ ਮੈਂ ਸੰਧੂ ਟੈਕਸੀ ਸਰਵਿਸ ਤੇ 1 ਸਾਲ ਕੰਮ ਕੀਤਾ। ਇੰਡਸਟਰੀਜ਼ ਤੇ ਆਉਣਾ ਚਾਹਾਂਗਾ ਮੈਂ। ਇੰਡਸਟਰੀਜ਼ ਲਿਬਰਲਾਈਜੇਸ਼ਨ ਤੋਂ ਬਾਅਦ, ਕਿਉਂਕਿ ਅਸੀਂ ਪਹਿਲਾਂ ਜਦੋਂ ਕੈਮਰਾ ਔਨ ਨਹੀਂ ਹੋਇਆ ਸੀਗਾ ਅਸੀਂ ਗੱਲ ਕਰ ਰਹੇ ਸੀਗੇ ਲਿਬਰਲਾਈਜੇਸ਼ਨ ਤੋਂ ਪਹਿਲਾਂ, ਔਰ ਇਨਫੈਕਟ ਕਿ ਜਦੋਂ ਮਿਲੀਟੈਂਸੀ ਦਾ ਦੌਰ ਸੀਗਾ ਪੰਜਾਬ ਦੇ ਵਿੱਚ, ਉਦੋਂ ਇੰਡਸਟਰੀਜ਼ ਜਿਹੜੀਆਂ ਸੀਗੀਆਂ ਸਟੇਬਲ ਸੀਗੀਆਂ ਔਰ ਗਰੋ ਵੀ ਕਰ ਰਹੀਆਂ ਸੀਗੀਆਂ। ਇਹ ਅਚਾਨਕ ਇਹੋ ਜਿਹਾ ਕਿਹੜਾ ਅਕਾਲ ਪੈ ਗਿਆ ਕਿ ਲਿਬਰਲਾਈਜੇਸ਼ਨ ਹੁੰਦੀ ਹੈ ਔਰ ਇੰਡਸਟਰੀਜ਼ ਦਾ ਜਿਹੜਾ ਗਰੋਥ ਰੇਟ ਹੈਗਾ ਉਹ ਡਿੱਗਦਾ ਹੀ ਚਲਾ ਗਿਆ? ਅਸਲ ਜਿਹੜੀ ਲਿਬਰਲਾਈਜੇਸ਼ਨ ਦੀ ਆਪਾਂ ਗੱਲ ਕਰਦੇ ਹਾਂ, 1990s ਜਦੋਂ ਲਿਬਰਲਾਈਜੇਸ਼ਨ ਆਈ ਤੇ ਦੇਸ਼ ਦੇ ਅੰਦਰ 2 ਚੀਜ਼ਾਂ ਵਾਪਰੀਆਂ ਨੇ। ਇੱਕ ਤਾਂ ਦੇਸ਼ ਦੇ ਅੰਦਰ ਇਕਨੋਮੀ ਨੂੰ ਆਜ਼ਾਦੀ ਮਿਲੀ ਹੈ ਕਿ ਕਿਤੇ ਕਿਤੇ ਨਵੀਂ ਇੰਡਸਟਰੀ ਖੁੱਲ ਸਕੇ, ਤੇ ਦੂਸਰੀ ਜਿੱਥੇ ਇੰਡਸਟਰੀ ਪਾਵਰਫੁਲ ਹੋਈ ਹੈ ਉਹਦੇ ਜਿਹੜੇ ਸੈਂਟਰਸ ਬਣੇ ਨੇ, ਜੇ ਆਪਾਂ ਬੈਂਗਲੌਰ, ਸੂਰਤ, ਮੁੰਬਈ ਦੇਖੀਏ, ਕਲਕੱਤਾ ਦੇਖੀਏ, ਲਖਨਊ ਦੇਖੀਏ, ਅਸਲ ਵਿੱਚ ਇੰਡਸਟਰੀ ਉੱਥੇ ਤਕੜੀ ਹੋਈ ਹੈ ਜਿੱਥੇ ਉਹੀ ਜੀ ਹੋਮ ਇੰਡਸਟਰੀ ਦਾ ਪਹਿਲਾਂ ਈਕੋਸਿਸਟਮ ਸੀਗਾ। ਮਤਲਬ ਕਿਵੇਂ? ਜਿਵੇਂ ਅਸੀਂ ਕਣਕ ਲਾਉਂਦੇ ਹਾਂ ਤਾਂ ਜਿੱਥੇ ਕਣਕ ਲੱਗਦੀ ਸੀ ਉਹਦੇ ਨਾਲ ਹੀ ਕਣਕ ਤੇ ਬਿਸਕਟ ਬਣਾਉਂਦੇ। ਜਿੱਥੇ ਮੱਕੀ ਹੁੰਦੀ ਸੀ ਉੱਥੋਂ ਹੀ ਕਾਰਨਫਲੇਕਸ ਦੀ। ਜਿੱਥੇ ਜ਼ਿਆਦਾ ਫੂਡ ਵੈਜੀਟੇਬਲ ਨੇ ਉੱਥੋਂ ਹੀ ਉਹਨਾਂ ਦੀ ਫੂਡ ਪ੍ਰੋਸੈਸਿੰਗ ਦੀ ਇੰਡਸਟਰੀ। ਤਾਂ ਜਿੱਥੇ ਜਿਹੜੀ ਚੀਜ਼ ਸੀਗੀ, ਜਿੱਥੇ ਗਾਰਮੈਂਟ ਫੈਕਟਰੀਜ਼ ਉੱਥੇ ਗਾਰਮੈਂਟ ਵਧਿਆ। ਜਿੱਥੇ IT ਇੰਡਸਟਰੀ 1980s 'ਚ IT ਇੰਡਸਟਰੀ ਬੈਂਗਲੌਰ 'ਚ ਆ ਗਈ ਸੀਗੀ, ਤੇ ਜੋ ਲਿਬਰਲਾਈਜੇਸ਼ਨ ਹੋਈ ਉਹ ਹੋਰ ਵੱਡੀ ਹੋ ਗਈ। IT ਹੱਬ ਬਣ ਗਿਆ, ਸਿਲਿਕਨ ਵੈਲੀ ਬਣ ਗਿਆ ਇੰਡੀਆ ਦਾ। ਪੰਜਾਬ ਨੂੰ ਅਸਲ ਵਿੱਚ ਉਹ ਪੂਰੇ ਦਾਇਰੇ 'ਚ ਉਸ ਲਿਬਰਲਾਈਜੇਸ਼ਨ ਦਾ ਕੋਈ ਜ਼ਿਆਦਾ ਫਾਇਦਾ ਨਹੀਂ ਮਿਲਿਆ। ਇਹਦੇ ਆਪਾਂ ਅਲੱਗ-ਅਲੱਗ ਕਾਰਨ ਕੱਢ ਸਕਦੇ ਹਾਂ। ਅੱਜ ਵੀ ਸਾਡੀ ਇੰਡਸਟਰੀ, ਮੈਂ ਇੰਡਸਟਰੀ ਨੂੰ ਕਾਫੀ ਸਾਲਾਂ ਤੋਂ ਇਹ ਗੱਲ ਬੋਲਦਾ ਆ ਰਿਹਾ, ਮੈਂ ਇੰਡਸਟਰੀ ਨੂੰ ਇਸ ਤਰੀਕੇ ਨਾਲ ਨਹੀਂ ਦੇਖਦਾ ਕਿ ਕਿਹੜੀ ਇੰਡਸਟਰੀ ਆ ਪੰਜਾਬ 'ਚ ਲਿਆਈਏ। ਮੈਂ ਪਹਿਲੀ ਗੱਲ ਇਹ ਸੋਚਦਾ ਹੁੰਦਾ ਕਿ ਕਿਹੜੀ ਇੰਡਸਟਰੀ ਪੰਜਾਬ 'ਚ ਹੁਣ ਭੱਜਣ ਲੱਗੀ ਹੈ ਜਿਹੜੀ ਰੋਕ ਲਈਏ। ਆਪਾਂ ਪੰਜਾਬ ਦੇ ਇੰਡਸਟਰੀਜ਼ ਨੂੰ ਜਾ ਕੇ ਇਹ ਪੁੱਛਣਾ ਹੈ ਕਿ ਤੁਸੀਂ ਇੱਥੋਂ ਕਿਉਂ ਛੱਡ ਕੇ ਭੱਜ ਰਹੇ ਹੋ, ਉਹਨੂੰ ਰੋਕਣਾ ਕਿਵੇਂ ਹੈ, ਉਹਦੇ ਵਾਸਤੇ ਪਾਲਿਸੀ ਹੋਣੀ ਚਾਹੀਦੀ ਹੈ। ਆਪਾਂ ਪਹਿਲਾਂ ਇਹ ਗੱਲ ਕਰ ਰਹੇ ਸੀ, ਮੈਂ ਤੁਹਾਨੂੰ ਗੱਲ ਕਰ ਰਿਹਾ ਸੀ ਬਟਾਲੇ ਵਿੱਚ ਫਾਊਂਡਰੀ ਦੀ ਇੰਡਸਟਰੀ ਹੈ, ਬਹੁਤ ਮਸ਼ਹੂਰ ਹੈ, 1950-60s ਤੋਂ ਬੜੀ ਤਕੜੀ ਹੈ। ਇਹਦਾ ਮਤਲਬ ਉੱਥੇ ਇਕੋਸਿਸਟਮ ਹੈ, ਉੱਥੇ ਉਹ ਜਿਹਾ ਲੇਬਰ ਟ੍ਰੇਨਡ ਹੈ। ਇਕੋਸਿਸਟਮ ਮਤਲਬ ਕੀ ਹੈ ਕਿ ਤੁਹਾਡੇ ਲੇਬਰ ਨੂੰ ਉੱਥੇ ਪਹਿਲਾਂ ਹੀ ਉਹੀ ਜਿਹੀ ਟ੍ਰੇਨਿੰਗ ਹੈ, ਤੁਹਾਡੀ ਉੱਥੇ ਇੰਡਸਟਰੀ ਦਾ ਕਲਸਟਰ ਇੰਨਾ ਤਕੜਾ ਬਣ ਚੁੱਕਿਆ ਹੈ ਕਿ ਉੱਥੇ ਚੀਜ਼ ਨੂੰ ਬਣਾਉਣਾ ਆਸਾਨ ਹੈ। ਪੁਰਾਣੀ ਮਸ਼ੀਨਰੀ ਪਈ ਹੈ, ਸਕਿੱਲਸ ਪਈ ਹੈ, ਮੈਨੇਜਰ ਨੂੰ ਉਸਦੀ ਸਮਝ ਹੈਗੀ ਹੈ, ਨਵੀਂ ਚੀਜ਼ ਨੂੰ ਸੈੱਟ ਨਹੀਂ ਕਰਨਾ। ਪਰ ਅੱਜ ਉਹ ਵੀ ਉੱਥੋਂ ਭੱਜ ਰਹੀ ਹੈ। ਉਹਦੇ ਪਿੱਛੇ ਅਲੱਗ-ਅਲੱਗ ਕਾਰਨ ਨੇ। ਬਿਜਲੀ ਦੀ ਸਬਸਿਡੀ ਇੱਕ ਸਭ ਤੋਂ ਵੱਡਾ ਕਾਰਨ ਹੈ ਉਹਦਾ। ਦੂਸਰਾ ਇੱਕ ਵੱਡਾ ਕਾਰਨ ਰਿਹਾ ਪੰਜਾਬ ਵਿੱਚ ਇੰਡਸਟਰੀ ਫੇਲ ਹੋਣ ਦਾ, ਉਹ ਇਹ ਰਿਹਾ ਕਿ ਪੂਰੇ ਦੇਸ਼ ਤੋਂ ਰॉ ਮਟੀਰੀਅਲ ਪੰਜਾਬ 'ਚ ਆਉਂਦਾ ਹੈ ਤੇ ਇੱਥੋਂ ਬਣ ਕੇ ਵਾਪਸ ਨੀਚੇ ਚਲੇ ਜਾਂਦਾ। ਤੇ ਫਿਰ ਉਰੇ ਕਿਉਂ ਬਣੇ? ਹਰ ਸੂਬਾ ਸੋਚਦਾ ਸਾਡੇ ਉਰੇ ਬਣ ਜੇ, ਪੰਜਾਬ ਕੇ ਜਾਵੇ। ਉਹ ਇੱਕ ਬਹੁਤ ਵੱਡਾ ਕਾਰਨ ਰਿਹਾ ਪੰਜਾਬ ਇੰਡਸਟਰੀ ਫੇਲ ਹੋਣ ਦਾ। ਇਸ ਦਾ ਹੱਲ ਕਾਫੀ ਲੋਕ ਕੱਢਦੇ ਨੇ ਤੇ ਕਹਿੰਦੇ ਨੇ ਕਿ ਪੰਜਾਬ ਦੀ ਟ੍ਰੇਡ ਖੁੱਲ੍ਹਣੀ ਚਾਹੀਦੀ ਹੈ ਜੀ। ਤੇ ਬਹੁਤ ਲੋਕਾਂ ਨੇ ਬੋਲਿਆ ਕਿ ਪੰਜਾਬ ਦੀ ਟ੍ਰੇਡ ਖੁੱਲ੍ਹੀ ਸੀ ਪਹਿਲਾਂ, ਪਾਕਿਸਤਾਨ ਵੱਲੋਂ ਬੰਦ ਹੋ ਗਈ। ਮੈਂ ਇਹਦੇ ਵਿੱਚ ਤੁਹਾਨੂੰ ਇੱਕ ਬੜਾ ਛੋਟਾ ਐਗਜ਼ਾਮਪਲ ਦੇਣਾ ਚਾਹੂੰਗਾ। ਆਪਾਂ ਇਹ ਗੱਲਾਂ ਬਹੁਤ ਕਰਦੇ ਹਾਂ, ਆਪਾਂ ਇਹ ਗੱਲਾਂ ਕਹਿ ਸਕਦੇ ਹਾਂ ਪੰਜਾਬ ਦੀ ਟ੍ਰੇਡ ਬੰਦ ਹੋ ਗਈ ਜੀ, ਕੇਂਦਰ ਸਰਕਾਰ ਨੇ ਬੰਦ ਕਰਾਤੀ, ਸਾਡਾ ਧੱਕਾ ਹੋ ਗਿਆ, ਆਪਾਂ ਧਰਨਾ ਦਿੰਦੇ ਹਾਂ, ਚੰਗੀਆਂ ਗਾਲਾਂ ਕੱਢ ਲਾਂਗੇ। ਮੈਂ ਤੁਹਾਨੂੰ ਇੱਕ ਬੜਾ ਸਿੰਪਲ ਐਗਜ਼ਾਮਪਲ ਦਿੰਦਾ। ਅੰਮ੍ਰਿਤਸਰ ਤੋਂ ਹਰ ਰੋਜ਼ ਤੁਰਕਮੇਨਿਸਤਾਨ ਨੂੰ ਇੱਕ ਫਲਾਈਟ ਜਾਂਦੀ ਹੈ, ਅੱਜ ਵੀ ਜਾ ਰਹੀ ਹੈ। ਤੁਰਕਮੇਨਿਸਤਾਨ ਦੀ ਇੰਡਸਟਰੀ ਨੂੰ ਕਿਸ ਚੀਜ਼ ਦੀ ਪੰਜਾਬ 'ਚੋਂ ਲੋੜ ਹੈ? ਉਹ ਜਹਾਜ਼ ਦਾ ਕਾਰਗੋ ਸੈਕਸ਼ਨ ਖਾਲੀ ਹੈ। ਆਪਾਂ ਉੱਥੇ ਆ ਕੇ ਆਪਣੇ ਕਿਸੇ ਇਨਵੈਸਟ ਪੰਜਾਬ ਵਾਲੇ ਬੰਦੇ ਨੂੰ ਭੇਜ ਕੇ ਪੁੱਛ ਲੈਂਦੇ ਹਾਂ ਤੇ ਇੱਥੇ ਆਪਣੀ ਇੰਡਸਟਰੀ ਨੂੰ ਪੁੱਛ ਲੈਂਦੇ ਹਾਂ ਕਿ ਆਪ ਭਰ ਕੇ ਭੇਜ ਸਕਦੇ ਹੋ ਤੇ ਉੱਥੋਂ ਕੁਝ ਮੰਗਾ ਸਕਦੇ ਹੋ। ਜੇ ਇੱਕ ਜਹਾਜ਼ ਭਰਨ ਲੱਗ ਗਿਆ ਤੇ ਯਕੀਨੀ ਦੂਸਰਾ ਜਹਾਜ਼ ਆ ਜਾਏਗਾ, 2 ਭਰਨ ਲੱਗ ਗਿਆ ਤਾਂ ਤੀਸਰਾ ਆ ਜਾਏਗਾ।
ਸ਼ਾਇਦ ਕੱਲ ਨੂੰ ਤੁਰਕਮੇਨਿਸਤਾਨ 'ਚ ਆਪਾਂ ਇੱਕ ਛੋਟਾ ਦਫ਼ਤਰ ਖੋਲੀਏ ਇਨਵੈਸਟ ਪੰਜਾਬ ਦਾ, ਤੇ ਸੈਂਟਰਲ ਏਸ਼ੀਆ ਵਾਲਿਆਂ ਨੂੰ ਬੋਲੀਏ ਕਿ ਸਾਡੇ ਪੰਜਾਬ 'ਚ ਆਹ ਇੰਡਸਟਰੀ ਹੈਗੀ ਜੀ, ਅਸੀਂ ਤੁਹਾਨੂੰ ਕੀ ਸਪਲਾਈ ਕਰ ਸਕਦੇ ਹਾਂ। ਬੜੇ ਗਰੀਬ ਦੇਸ਼ ਨੇ ਉੱਥੇ ਕਾਫੀ, ਉੱਥੇ ਵੀ ਉਹਨਾਂ ਨੂੰ ਕਾਫੀ ਚੀਜ਼ਾਂ ਦੀ ਲੋੜ ਹੈ, ਤੇ 26 ਦੇਸ਼ਾਂ ਨਾਲ ਟ੍ਰੇਡ ਤਾਂ ਐਵੇਂ ਖੁੱਲ ਸਕਦੀ ਹੈ। ਫਿਰ ਆਪਾਂ ਇੱਕ ਕਦਮ ਹੋਰ ਅੱਗੇ ਚੱਲਾਂਗੇ। ਤੇ ਜਿਹੜੀ ਬਾਰਡਰ ਬੰਦ ਹੋਈ ਹੈ ਨਾ 2019 'ਚ, ਮੈਨੂੰ ਬੜਾ ਅੱਛਾ ਲੱਗੇਗਾ, ਮੈਂ ਵੀ ਤੁਹਾਨੂੰ ਚੰਗੇ ਡਾਇਲੌਗ ਮਾਰ ਕੇ ਬੋਲਾਂ ਕਿ ਬੜੀ ਇੰਨਾ ਸੀਗਾ ਜੀ, ਇੰਨੇ ਢਾਬੇ, ਇੰਨੇ ਟਰੱਕ, ਕਹਿੰਦੇ 2200 ਕਰੋੜ ਦਾ ਤਾਂ ਹਰ ਸਾਲ ਨੁਕਸਾਨ ਹੋ ਰਿਹਾ ਲਾਹੌਰ ਤੇ ਅੰਮ੍ਰਿਤਸਰ ਦੀ ਟ੍ਰੇਡ ਖਤਮ ਹੋਣ ਦਾ। ਪਰ ਉਹ ਤਾਂ ਸਿਰਫ ਪਾਕਿਸਤਾਨ ਇੰਡੀਆ ਦੀ ਖਤਮ ਹੋਈ ਹੈ। ਵਾਘਾ ਬਾਰਡਰ ਹਜੇ ਵੀ ਅਫਗਾਨਿਸਤਾਨ ਵਾਸਤੇ 26 ਦੇਸ਼ਾਂ ਵਾਸਤੇ ਖੁੱਲ੍ਹਾ ਹੈ। ਤੁਸੀਂ ਗੱਲ ਕਰ ਲਓ ਤਜਿਕਿਸਤਾਨ ਨਾਲ, ਉਹਨੂੰ ਕਿਹੜੀ ਚੀਜ਼ ਦੀ ਲੋੜ, ਆਪਾਂ ਟਰੱਕਸ ਭਰ ਕੇ ਭੇਜ ਦਈਏ। ਪਰ ਆਪਾਂ ਗਾਲਾਂ ਕੱਢਣ ਨੂੰ ਤਾਂ ਮੂਹਰੇ ਆ, ਆਪਾਂ ਫੋਨ ਕਦੇ ਮਿਲਾਇਆ ਨਹੀਂ। ਆਪਾਂ ਕਦੇ ਉਹ ਸਾਰੇ ਦੇਸ਼ਾਂ ਦੇ ਐਂਬੈਸਡਰ ਨੂੰ ਬੁਲਾ ਕੇ ਚੰਡੀਗੜ੍ਹ ਪੁੱਛਿਆ ਨਹੀਂ ਵੀ ਤੁਹਾਨੂੰ ਕਿਹੜੀ ਚੀਜ਼ਾਂ ਦੀ ਲੋੜ ਹੈ, ਅਸੀਂ ਪੰਜਾਬ ਤੋਂ ਭੇਜਦਿਆ ਕਰਾਂਗੇ। ਜਿੰਨਾ ਸਾਨੂੰ ਦੂਰ ਸੈਂਟਰਲ ਏਸ਼ੀਆ ਪੈਂਦਾ ਹੈ, ਉਨਾ ਹੀ ਸੈਂਟਰ ਇੰਡੀਆ ਪੈਂਦਾ। ਸੋ ਇਹ ਕਦਮ ਨੇ ਜਿਹੜੇ ਆਪਾਂ ਚੱਕ ਸਕਦੇ ਹਾਂ। ਪਰ ਜਿਵੇਂ ਤੁਸੀਂ ਸਟਾਰਟਿੰਗ 'ਚ ਕਿਹਾ ਕਿ ਬਹੁਤ ਸਾਰੀ ਰਾਜਨੀਤੀ ਇਸ ਗੱਲ ਦੀ ਰਹਿ ਗਈ ਹੈ ਕਿ ਆਪਾਂ ਇੱਕ ਮਸ਼ਹੂਰੀ ਕਰਕੇ, ਇੱਕ ਗਾਲਾਂ ਜੀ ਕੱਢ ਕੇ, ਇੱਕ ਧਰਨਾ ਦੇ ਕੇ, ਇੱਕ ਮੀਟਿੰਗ ਜੀ ਕਰਕੇ ਉਹਨੂੰ ਚਲਾ ਕੇ ਆਪਣੇ ਆਪਣੇ ਘਰਾਂ ਨੂੰ ਚਲੇ ਜਾਈਏ। ਅਸਲ ਵਿੱਚ ਬਹਿ ਕੇ ਕੋਈ ਕੰਮ ਕਰਨ ਨੂੰ ਰਾਜ਼ੀ ਨਹੀਂ। ਤੁਹਾਨੂੰ ਲੱਗਦਾ ਸੁਮਿਤ ਜੀ ਸਰਕਾਰਾਂ ਦੇ ਵਿੱਚ ਇੰਨੀ ਸਹਿਨਸ਼ੀਲਤਾ ਹੋਣੀ ਚਾਹੀਦੀ ਹੈ ਜਾਂ ਫਿਰ ਇੰਨੀ ਕੁ ਫਰੀडम ਉਹਨਾਂ ਨੂੰ ਇਨਰ ਪਾਰਟੀ ਦੇ ਵਿੱਚ ਹੋਣੀ ਚਾਹੀਦੀ ਹੈ ਕਿ ਜਿਵੇਂ ਤੁਹਾਡੇ ਵਰਗੇ ਨੌਜਵਾਨ ਹੈਗੇ ਆ ਜਿਨ੍ਹਾਂ ਦੇ ਕੋਲ ਇੱਕ ਮਾਡਲ ਸੈਟਅਪ ਹੈਗਾ, ਇਹੋ ਜਿਹੇ ਲੋਕਾਂ ਨੂੰ ਸਰਕਾਰ ਦੇ ਵਿੱਚ ਜਗ੍ਹਾ ਹੋਣੀ ਚਾਹੀਦੀ ਹੈ। ਤੁਹਾਡੇ ਵਰਗੇ ਹੋਰ ਵੀ ਨੌਜਵਾਨ ਹੋਣਗੇ, ਹੋਰ ਵੀ ਇਹੋ ਜਿਹੇ ਲੋਕ ਹੋਣਗੇ, ਮਿੱਤਰ ਹੋਣਗੇ ਜੋ ਪੰਜਾਬ ਦੀ ਖੁਸ਼ਹਾਲੀ ਦੇ ਲਈ ਉਹਨਾਂ ਦੇ ਕੋਲ ਸੋਲਿਊਸ਼ਨ ਹੈਗੇ। ਤੁਹਾਨੂੰ ਲੱਗਦਾ ਕਿ ਇਹੋ ਜਿਹਾ ਪੰਜਾਬ ਸਰਕਾਰ ਨੂੰ ਕੁਝ ਉਪਰਾਲਾ ਕਰਨਾ ਚਾਹੀਦਾ ਹੈ, ਪਾਰਟੀ ਪੋਲਿਟਿਕਸ ਤੋਂ ਉੱਠ ਕੇ ਜਾਂ ਜੋ ਵੀ ਪੰਜਾਬ ਦੇ ਵਿੱਚ ਸਿਆਸਤ ਚੱਲਦੀ ਉਸ ਤੋਂ ਉੱਠ ਕੇ ਤੁਹਾਡੇ ਵਰਗੇ ਲੋਕਾਂ ਨੂੰ ਨਾਲ ਜੋੜਿਆ ਜਾਵੇ ਔਰ ਜਿਹੜੇ ਰਾਹ ਹੈਗੇ ਨੇ ਥੋੜ੍ਹੇ ਸੁਖਾਲੇ ਹੋ ਜਾਣਗੇ ਕਿਸੇ ਨਤੀਜੇ ਤੱਕ ਪਹੁੰਚਣ ਦੇ ਲਈ। ਤੁਹਾਨੂੰ ਲੱਗਦਾ ਕਿ ਇਹੋ ਜਿਹੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ? ਦੇਖੋ, ਆਪਾਂ ਜਦੋਂ ਵੀ ਇਲੈਕਸ਼ਨ ਲੜਦੇ ਹਾਂ ਆਪਾਂ ਕਹਿੰਦੇ ਲੋਕਾਂ ਦੀ ਸਰਕਾਰ ਹੈ, ਲੋਕਾਂ ਦੀ ਸਰਕਾਰ ਬਣਾਉਣ ਜਾ ਰਹੇ ਹਾਂ, ਤਾਕਤਾਂ ਤੁਹਾਡੇ ਕੋਲ ਵਾਪਸ ਆਉਣਗੀਆਂ। ਹਰ ਪਿੰਡ ਜਾ ਕੇ ਇਹੀ ਗੱਲ ਕਹਿੰਦੇ। ਆਮ ਆਦਮੀ ਪਾਰਟੀ ਦੇ ਨਾਲ ਤਾਂ ਆਮ ਆਦਮੀ ਹੈ, ਪਰ ਇਹ ਸਿਸਟਮ ਹੋਣਾ ਕਿ ਤੁਹਾਡੇ ਐਮਐਲਏਆਂ ਦੀ ਆਵਾਜ਼ ਨਾ ਹੋਵੇ, ਤੁਹਾਡੇ ਮੰਤਰੀ ਨੂੰ ਵੀ ਨਹੀਂ ਪਤਾ ਹੋਵੇ ਕਾਨੂੰਨ ਕੀ ਆ ਰਹੇ ਨੇ, ਪਾਲਿਸੀਆਂ ਕੀ ਬਣ ਰਹੀਆਂ ਨੇ, ਤੇ ਸਾਰੀ ਤਾਕਤ ਨੂੰ ਇੱਕ ਦੋ ਕਮਰੇ 'ਚ ਬੰਦ ਕਰ ਦਿੱਤਾ ਜਾਵੇ। ਕੋਈ ਵੀ ਬੰਦਾ ਕਿੰਨਾ ਵੀ ਕਾਬਿਲ ਹੋਵੇ, ਆਖਿਰ ਉਹਦੇ ਅੰਦਰ ਕੋਈ ਨਾ ਕੋਈ ਕਮੀ ਜ਼ਰੂਰ ਹੋਏਗੀ, ਉਹ ਸਾਰੇ ਸਿਸਟਮ ਨੂੰ ਨਹੀਂ ਚਲਾ ਸਕਦਾ। ਇਹ ਸਾਰੇ ਸਿਸਟਮ ਨੂੰ ਚਲਾਉਣ ਨੂੰ ਮੈਂ ਤੁਹਾਨੂੰ ਕੀ ਕਹਿ ਰਿਹਾ ਕਿ ਹਰ ਵਾਰਡ ਦੇ ਅੰਦਰ ਇੱਕ ਮੁਸ਼ਕਿਲ ਹੈ। ਜਿਹੜਾ ਸਾਡਾ 10 ਨੰਬਰ ਵਾਰਡ ਦਾ ਐਮਸੀ ਲੜਿਆ, ਉਹ ਮੁਸ਼ਕਿਲ ਤਾਂ ਮੈਨੂੰ ਚੰਡੀਗੜ੍ਹ ਬੈਠ ਕੇ ਨਹੀਂ ਪਤਾ। ਮੈਨੂੰ ਇਹ ਲੱਗਦਾ ਹੈ ਕਿ ਇਹ ਸਿਸਟਮ ਨੂੰ ਡੀਸੈਂਟਰਲਾਈਜ਼ ਕਰਨ ਦੀ ਲੋੜ ਹੈ। ਮੇਰੇ ਵਰਗੇ ਬੰਦੇ ਮੈਂ ਬੜੀ ਆਸਾਨੀ ਨਾਲ ਕਹਿ ਸਕਦਾ ਕਿ ਹਾਂਜੀ ਸਾਨੂੰ ਲਾਓ ਜੀ, ਪਰ ਮੈਨੂੰ ਪਤਾ ਹੈ ਕਿ ਮੈਂ ਉਸ ਵਿੱਚ ਇੱਕ ਰੋਲ ਪਲੇ ਕਰ ਸਕਦਾ, ਮੈਂ ਬੜੀ ਖੁਸ਼ੀ ਨਾਲ ਕਰਾਂਗਾ। ਜੋ ਮੈਨੂੰ ਮੌਕਾ ਨਹੀਂ ਵੀ ਦੇਣਗੇ ਮੈਂ ਆਪਣੇ ਸੰਘਰਸ਼ ਨਾਲ ਮੌਕਾ ਲਵਾਂਗਾ ਕਿ ਮੈਂ ਪੰਜਾਬ ਦੇ ਭਵਿੱਖ ਵਾਸਤੇ ਆਪਣਾ ਇੱਕ ਛੋਟਾ ਯੋਗਦਾਨ ਹੈ ਮੇਰਾ। ਮੈਨੂੰ ਪਤਾ ਹੈ ਕਿ ਮੈਂ ਆਪਣੀ ਜ਼ਿੰਦਗੀ 'ਚ ਇੱਕ ਚੀਜ਼ ਕਰਨੀ ਹੈ ਪੰਜਾਬ ਵਾਸਤੇ, ਮੈਂ ਆਪਣੀ ਜ਼ਿੰਦਗੀ ਕੁਝ ਦੇ ਕੇ ਜਾਣਾ, ਪੰਜਾਬ ਨੂੰ ਕੁਝ ਭਲਾ ਕਰਨਾ। ਮੈਨੂੰ ਪੰਜਾਬ ਬਹੁਤ ਮੇਰੇ ਵਾਸਤੇ ਬਹੁਤ ਜ਼ਰੂਰੀ ਹੈ ਤੇ ਮੈਂ ਪੰਜਾਬ ਵਾਸਤੇ ਕੁਝ ਜ਼ਰੂਰੀ ਬਣਨਾ ਚਾਹੁੰਦਾ। ਮੈਂ ਉਸ ਕਿਸੇ ਅਹੁਦੇ ਨਾਲ ਨਹੀਂ ਬਣਾਂਗਾ, ਮੈਂ ਕੁਝ ਪੰਜਾਬ ਵਾਸਤੇ ਕਰਕੇ ਹੀ ਬਣਾਂਗਾ। ਅੱਛਾ, ਪੰਜਾਬ ਤੇ ਪੰਜਾਬੀਆਂ ਲਈ ਤੁਹਾਡੇ ਮੁਤਾਬਕ ਕਿਹੜੇ ਗੈਰ ਜਿਹੜੇ ਕਹਿੰਦੇ ਆ ਕਿ ਜਿਨ੍ਹਾਂ ਦੇ ਉੱਤੇ ਧਿਆਨ ਨਹੀਂ ਦੇਣਾ ਚਾਹੀਦਾ, ਉਹ ਕਿਹੜੇ ਇਹੋ ਜਿਹੇ ਮੁੱਦੇ ਹੈਗੇ ਜਿਨ੍ਹਾਂ ਤੇ ਪੰਜਾਬੀਆਂ ਨੂੰ ਧਿਆਨ ਦੇਣਾ ਹੀ ਨਹੀਂ ਚਾਹੀਦਾ? ਪੰਜਾਬੀਆਂ ਦੇ ਲਈ ਜਾਂ ਪੰਜਾਬੀਆਂ ਦੇ ਜ਼ਿਹਨ ਦੇ ਵਿੱਚ ਸਵਾਲ ਕਿਹੜੇ ਹੋਣੇ ਚਾਹੀਦੇ ਜਿਹਦੇ ਨਾਲ ਪੰਜਾਬ ਦਾ ਫਾਇਦਾ ਹੋ ਸਕੇ? ਦੇਖੋ, ਅੱਜ ਸਾਡੇ ਨਾ ਪੰਜਾਬ ਦੇ ਅੰਦਰ ਤੁਸੀਂ ਬਹੁਤ ਅੱਛਾ ਸਵਾਲ ਪੁੱਛਿਆ ਮੈਨੂੰ। ਅੱਜ ਸਾਡੇ ਪੰਜਾਬ ਦੇ ਅੰਦਰ ਜਿਹੜੀਆਂ ਆਪਾਂ ਗੱਲਾਂ ਕਰ ਰਹੇ ਹਾਂ, ਇਕਨੋਮਿਕਸ ਦੀਆਂ ਗੱਲਾਂ ਕਰ ਰਹੇ ਹਾਂ, ਅਰਥ ਸ਼ਾਸਤਰ ਦੀਆਂ, ਪੋਲੀਟਿਕਸ ਦੀਆਂ, ਆਈਡੀਓਲੋਜੀ ਦੀਆਂ, ਵਿਚਾਰਧਾਰਾ ਦੀਆਂ, ਕਿਸ ਤਰ੍ਹਾਂ ਸਿਸਟਮ ਹੋਵੇ, ਡੀਸੈਂਟਰਲਾਈਜ਼ਡ ਕਿਵੇਂ ਹੋਵੇ, ਉਹਨੂੰ ਛੱਡ ਕੇ ਨਾ ਪੰਜਾਬ ਦੇ ਅੰਦਰ ਪੋਲੀਟਿਕਸ ਇਹ ਚੱਲ ਰਹੀ ਹੈ ਕਿ ਮੇਰੀ ਕਲਚਰਲ ਆਇਡੈਂਟੀਟੀ ਕੀ ਹੈ, ਮੇਰਾ ਧਰਮ ਕੀ ਹੈ ਤੇ ਦੂਸਰਾ ਧਰਮ ਕੀ ਹੈ। ਸਾਡੇ ਦੇਸ਼ ਦਾ ਅੱਜ ਜੋ ਮਾੜਾ ਹਾਲ ਹੈ ਉਹ ਇਸੀ ਲੜਾਈ ਦੇ ਕਾਰਨ ਹੈ। ਮੈਨੂੰ ਕੋਈ ਫਰਕ ਨਹੀਂ ਦਿਖਦਾ ਆਰਐਸਐਸ ਬੀਜੇਪੀ ਦੀ ਪੋਲਿਟਿਕਸ ਤੇ ਸਿਮਰਜੀਤ ਮਾਨ ਦੀ ਪੋਲਿਟਿਕਸ। ਵੱਡੀ ਗੱਲ ਕਹਿ ਰਹੇ ਹੋ। ਉਹ ਤਾਂ ਵਾਰ-ਵਾਰ ਇਸੇ ਚੀਜ਼ ਦੇ ਉੱਤੇ ਜ਼ੋਰ ਦਿੰਦੇ ਕਿ ਮੈਂ ਤਾਂ ਹਿੰਦੂਤਵ ਦੀ ਪੋਲਿਟਿਕਸ ਤੇ ਅਗੇਂਸਟ ਹਾਂ। ਆਹੀ ਤਾਂ ਪ੍ਰੋਬਲਮ ਹੈ। ਦੇਖੋ ਗੱਲ ਕੀ ਹੈ, ਮੈਨੂੰ ਇਹ ਕਹਿਣ ਦੀ ਲੋੜ ਨਹੀਂ ਕਿ ਉਹ ਮਿਲੇ ਹੋਏ ਨੇ, ਉਹ ਮਿਲੇ ਹੋਣ ਨਾ ਹੋਣ, ਰਾਜਨੀਤੀ ਇੱਕੋ ਹੈ। ਮੈਂ ਇੱਕ ਤਬਕੇ ਨੂੰ ਚੱਕਾਂ ਤੇ ਦੂਸਰੇ ਤਬਕੇ ਨੀਚੇ ਰੱਖਾਂ, ਤੇ ਇਹ ਵੀ ਉਹੀ ਕਰ ਰਹੇ ਨੇ, ਇੱਕ ਤਬਕੇ ਨੂੰ ਚੱਕ ਰਹੇ ਨੇ, ਦੂਸਰੇ ਨੂੰ ਨੀਚੇ ਰੱਖ ਰਹੇ ਨੇ। ਸਿਰਫ ਕਿਉਂਕਿ ਮੈਂ ਇੱਕ ਸਿੱਖ ਫੈਮਿਲੀ ਨੂੰ ਬਿਲੋਂਗ ਕਰਦਾ ਤੇ ਮੈਂ ਸੋਚਾਂ ਕਿ ਯਾਰ ਜਿਹੜਾ ਸਿੱਖਾਂ ਨੂੰ ਨੀਚੇ ਕਰ ਰਿਹਾ ਉਹ ਮਾੜਾ ਹੈ, ਜਿਹੜਾ ਸਿੱਖਾਂ ਨੂੰ ਚੱਕ ਰਿਹਾ ਉਹ ਚੰਗਾ ਹੈ। ਨਹੀਂ, ਪੰਜਾਬੀਅਤ ਦੀ ਸੋਚ ਇਹ ਹੈ, ਇਸ ਦੇਸ਼ ਦੇ ਸੰਵਿਧਾਨ ਦੀ ਸੋਚ ਇਹ ਹੈ ਕਿ ਆਪਾਂ ਸਾਰੇ ਬਰਾਬਰ ਹਾਂ ਤਾਂ ਹੀ ਠੀਕ ਆ। ਕੀ ਕਰਨ ਲੱਗਿਆ? ਝੰਡਿਆਂ 'ਚ ਵੰਡ ਰਹੇ। ਮੈਂ ਤਾਂ ਇਹ ਦੇਖ ਕੇ ਬੜਾ ਹੈਰਾਨ ਹੋਇਆ ਕਿ ਜਦੋਂ ਮੈਂ ਦੇਖ ਰਿਹਾ ਸੀ ਕਿ ਸ਼ਹੀਦਾਂ 'ਤੇ ਲੜਾਈ ਚੱਲ ਰਹੀ ਹੈ। ਚਲੋ ਵੋਟਾਂ ਵਾਸਤੇ ਆਪਾਂ ਨੂੰ ਸ਼ਹੀਦਾਂ 'ਤੇ ਲੜਾਈ ਕਰਨ ਦੀ ਲੋੜ ਹੈ, ਇਹਨਾਂ ਨੂੰ ਇਹ ਕਰਨ, ਇਹਨਾਂ ਦੀ ਪੋਲਿਟਿਕਸ ਇਹ ਹੈ। ਪਰ ਸੋਚ ਰਿਹਾ ਸੀ ਫਿਰ ਇਸ ਗੱਲ 'ਤੇ ਲੜਾਈ ਚੱਲ ਰਹੀ ਕਿ ਵੀ ਸ਼ਹੀਦ ਕੌਣ ਹੈ ਤੇ ਸ਼ਹੀਦ ਕੌਣ ਹੁੰਦਾ ਹੈ।
ਮੇਰੇ ਹਿਸਾਬ ਨਾਲ ਸ਼ਹੀਦ ਉਹ ਹੁੰਦਾ ਹੈ ਜੋ ਆਪਣਾ ਨਿੱਜੀ ਕੁਝ ਤਿਆਗ ਕੇ, ਆਪਣੀ ਨਿੱਜੀ ਜਾਨ, ਆਪਣੀ ਜ਼ਿੰਦਗੀ ਤਿਆਗ ਕੇ ਸਮਾਜ ਵਾਸਤੇ, ਹੋਰਾਂ ਲੋਕਾਂ ਵਾਸਤੇ ਆਪਣੀ ਜਾਨ ਦੀ ਬਲੀ ਦੇਵੇ, ਉਹ ਸ਼ਹੀਦ ਹੈ। ਆਪਾਂ ਮੰਨਦੇ ਹਾਂ ਕਿ ਉਸਨੇ ਆਪਣੇ ਆਪ ਤੋਂ ਉੱਪਰ ਉੱਠ ਕੇ ਕੁਝ ਕੀਤਾ। ਜੇ ਇਹਨਾਂ ਦੇ ਲੌਜਿਕ ਨਾਲ ਦੇਖਿਆ ਜਾਵੇ ਤੇ ਗੁਰੂ ਤੇਗ ਬਹਾਦਰ ਮਹਾਰਾਜ, ਉਹਨਾਂ ਨੇ ਤਾਂ ਸਿੱਖਾਂ ਵਾਸਤੇ ਨਹੀਂ ਕੀਤਾ ਸੀ, ਉਹਨਾਂ ਨੇ ਤਾਂ ਹਿੰਦੂਆਂ ਵਾਸਤੇ ਕੀਤਾ ਸੀ, ਉਹਨਾਂ ਨੇ ਤਾਂ ਦੇਸ਼ ਵਾਸਤੇ ਕੀਤਾ ਸੀ। ਉਹਨਾਂ ਨੇ ਤਾਂ ਇਹ ਨਹੀਂ ਕਿਹਾ ਸੀ ਕਿ ਇਹ ਤਾਂ ਕਸ਼ਮੀਰ ਤੋਂ ਆਏ ਨੇ, ਮੇਰੇ ਥੋੜੀ ਨੇ। ਫਿਰ ਉਹ ਤਾਂ ਕੌਮ ਦੇ ਸ਼ਹੀਦ ਨਹੀਂ ਹੋਏ। ਆਪਾਂ ਕਿੱਡੀ ਵੱਡੀ ਸਿੱਖੀ ਨੂੰ, ਆਪਾਂ ਗੁਰੂਆਂ ਦੇ ਸਿਖਾਏ ਕਿਸ ਚੀਜ਼ ਨੂੰ ਅੱਜ ਕਿੰਨੀ ਛੋਟੀ ਚੀਜ਼ ਤੇ ਵੰਡਣ ਲੱਗਿਆ ਕਿ ਭਗਤ ਸਿੰਘ ਨੇ ਦੇਸ਼ ਵਾਸਤੇ ਕੀਤਾ। ਭਗਤ ਸਿੰਘ ਦੀ ਸੋਚ ਵਿੱਚੋਂ ਤੁਸੀਂ ਪੰਜਾਬ ਕੱਢ ਰਹੇ ਹੋ। ਸਭ ਤੋਂ ਵੱਡੀ ਗੱਲ ਹੈ ਤੁਸੀਂ ਵੰਡ ਰਹੇ ਹੋ, ਤੁਸੀਂ ਸਾਨੂੰ ਅਲੱਗ-ਅਲੱਗ ਕਰ ਰਹੇ ਹੋ। ਸਾਨੂੰ ਸਿੱਖੀ ਨੇ, ਸਭ ਤੋਂ ਵੱਡੀਆ ਹਿੰਦੂ ਧਰਮ ਨੇ, ਇਸ ਦੇਸ਼ 'ਚ ਰਹਿਣ ਵਾਲੇ ਹਰ ਇਨਸਾਨ ਨੇ ਸਾਨੂੰ ਇਹ ਸਿਖਾਇਆ ਹੈ। ਜਿਹੜੇ ਇਸ ਦੇਸ਼ ਦੇ ਅੰਦਰ ਮੁਸਲਮਾਨ ਨੇ ਉਹ ਤਾਂ ਨਹੀਂ ਛੱਡ ਕੇ ਗਏ ਉਸ ਟਾਈਮ ਤੇ। ਪਾਕਿਸਤਾਨ ਤੋਂ ਜ਼ਿਆਦਾ ਪੋਪੂਲੇਸ਼ਨ ਹੋ ਗਈ ਉਹਨਾਂ ਦੀ। ਮਤਲਬ ਉਹਨਾਂ ਨੇ ਇਸ ਗੱਲ ਦਾ ਵਿਸ਼ਵਾਸ ਦਿਲਾਇਆ ਕਿ ਅਸੀਂ ਧਰਮ ਤੇ ਬਣਨ ਵਾਲੀ ਸਰਕਾਰ ਦੀ ਜਗ੍ਹਾ ਇਸ ਕਨਸਟੀਟਿਊਸ਼ਨ, ਇਸ ਡੈਮੋਕ੍ਰੇਸੀ, ਸੈਕੂਲਰ ਦੇ ਬਣਨ ਵਾਲੀ ਸਰਕਾਰ 'ਚ ਰਹਾਂਗੇ। ਮੌਲਾਨਾ ਅਬਦੁਲ ਕਲਾਮ ਆਜ਼ਾਦ ਕੁਰਾਨ ਦੇ ਸਭ ਤੋਂ ਵੱਡੇ ਮਾਹਿਰ ਸੀ। ਉਹ ਤਾਂ ਨਹੀਂ ਗਏ ਜਿਨ੍ਹਾਂ ਨਾਲ, ਉਹਨਾਂ ਨੇ ਤਾਂ ਗਾਂਧੀ ਨਾਲ ਲੜਾਈ ਕੀਤੀ ਕਿ ਤੁਸੀਂ ਇਸ ਨੂੰ ਇੱਜ਼ਤ ਕਿਉਂ ਦੇ ਰਹੇ ਜ਼ਿਆਦਾ। ਗਾਂਧੀ ਕਿਉਂ ਦੇ ਰਹੇ ਸੀ ਇੱਜ਼ਤ? ਗੁਰੂ ਗਾਂਧੀ ਜਾਣਦੇ ਸੀ ਕਿ ਯਾਰ ਇੱਜ਼ਤ ਮਾਨਣਾ ਮੰਨਦਾ ਤਾਂ ਮਨਾ ਲਓ ਇਹਨੂੰ ਵੀ, ਕਿ ਆਪਾਂ ਇਕੱਠੇ ਰਹਿ ਲਈਏ। ਉਹ ਕਹਿੰਦੇ ਨਹੀਂ, ਇਹ ਤੋੜਨ ਲੱਗਿਆ ਇਹਨੂੰ ਇੱਜ਼ਤ ਨਾ ਦੋ ਜ਼ਿਆਦਾ, ਇਹਦੇ ਪੱਲੇ ਕੁਛ ਨਹੀਂ ਹੈਗਾ, ਇਹ ਤਾਂ ਉੱਪਰਲੇ ਉੱਪਰ ਅਮੀਰਾਂ 'ਚ ਫਿਰਦਾ ਬਸ, ਅਸਲ ਮੁਸਲਮਾਨ ਨਹੀਂ ਜਾਣਾ ਚਾਹੁੰਦਾ। ਮੈਂ ਕੱਲ੍ਹ ਅਹਿਮਦਗੜ੍ਹ 'ਚ ਤਿਰੰਗਾ ਯਾਤਰਾ ਕੱਢ ਰਿਹਾ ਸੀ ਅਤੇ ਮੈਂ ਤੁਹਾਨੂੰ ਉੱਥੇ ਦੀ ਗੱਲ ਦੱਸਣਾ ਚਾਹੁੰਦਾ। ਮੈਂ ਪੂਰੇ ਪੰਜਾਬ ਦੇ ਅੰਦਰ, ਇਹ ਤੁਹਾਨੂੰ ਇੱਕ ਬਹੁਤ ਵੱਡੀ ਚੀਜ਼ ਦਿਖਾ ਦੇਗਾ ਜਿਹੜੀ ਗੁੰਮਰਾਹ ਤੇ ਕਿਤੇ ਫੋਕਸ ਕਰਨਾ, ਕਿਤੇ ਨਹੀਂ ਫੋਕਸ ਕਰਨਾ। ਅੱਜ ਤੋਂ 75 ਸਾਲ ਪਹਿਲਾਂ ਪੂਰੇ ਪੰਜਾਬ ਦੇ ਅੰਦਰ ਦੰਗੇ ਫੈਲੇ, ਲੱਖਾਂ ਲੋਕਾਂ ਨੇ ਆਪਣੀ ਜਾਨ ਗਵਾਈ। ਮਲੇਰਕੋਟਲੇ ਦੇ ਅੰਦਰ ਕਿਸੇ ਦੀ ਜਾਨ ਨਹੀਂ ਗਈ। ਲੋਕੀ ਕਹਿੰਦੇ ਆ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਜਾ ਰਿਹਾ ਸੀ ਤੇ ਨਿਜ਼ਾਮ ਮਲੇਰਕੋਟਲੇ ਨੇ ਹੱਕ ਦਾ ਨਾਅਰਾ ਮਾਰਿਆ ਸੀ ਤੇ ਉੱਥੇ ਦੰਗੇ ਨਹੀਂ ਹੋਏ। ਤੁਸੀਂ ਮਲੇਰਕੋਟਲੇ ਤੋਂ ਬਾਹਰ ਨਿਕਲੋ, ਅਹਿਮਦਗੜ੍ਹ ਆਉਂਦਾ ਸਾਡਾ, ਅਹਿਮਦਗੜ੍ਹ 'ਚ ਕੋਈ ਦੰਗਾ ਨਹੀਂ ਹੋਇਆ। ਅਹਿਮਦਗੜ੍ਹ 'ਚ ਬਰਾਬਰ ਹਿੰਦੂ ਮੁਸਲਿਮ ਸਿੱਖ ਪੋਪੂਲੇਸ਼ਨ ਹੈ, ਅੱਜ ਵੀ ਹੈ, ਉੱਥੇ ਦੰਗਾ ਨਹੀਂ ਹੋਇਆ। ਤੁਸੀਂ ਅਹਿਮਦਗੜ੍ਹ ਤੋਂ ਹੀ ਬਾਹਰ ਜਾਂਦੇ ਹੋ, ਦਲੀਜ਼ਾ ਆਉਂਦਾ, ਦਲੀਜ਼ ਕਲਾਂ ਆਉਂਦਾ, ਉੱਥੇ ਵੀ ਦੰਗਾ ਨਹੀਂ ਹੋਇਆ। ਦੰਗੇ ਸਟਾਰਟ ਹੁੰਦੇ ਨੇ ਰਸੂਲਪੁਰ ਤੋਂ ਅੱਗੇ। ਇਹ ਸਾਨੂੰ ਕੀ ਦੱਸਾ ਰਿਹਾ ਹੈ ਕਿ ਰਸੂਲਪੁਰ ਤੋਂ ਅੱਗੇ ਬ੍ਰਿਟਿਸ਼ ਦਾ ਰਾਜ ਸੀ। ਜਿੱਥੇ ਜਿੱਥੇ ਤੱਕ ਨਿਜ਼ਾਮ ਦਾ ਰਾਜ ਸੀ ਉੱਥੇ ਤੱਕ ਦੰਗੇ ਨਹੀਂ ਹੋਏ, ਉਹ ਪਿੰਡਾਂ 'ਚ ਦੰਗੇ ਨਹੀਂ ਹੋਏ। ਇਹਦਾ ਮਤਲਬ ਜਦੋਂ ਤੁਸੀਂ ਇੱਕ ਇਹ ਸੋਚ ਬਣ ਕੇ ਨਿਜ਼ਾਮ ਗੱਲ ਫੈਲਾ ਰਿਹਾ ਹੈ ਕਿ ਯਾਰ ਆਪਾਂ ਸਾਰੇ ਇੱਕ ਹਾਂ, ਆਪਾਂ ਲੜਾਈ ਨਹੀਂ ਕਰਨੀ, ਜਿੱਥੇ ਹਿੰਦੂ ਪੋਪੂਲੇਸ਼ਨ, ਸਿੱਖ ਪੋਪੂਲੇਸ਼ਨ ਜ਼ਿਆਦਾ ਉੱਥੇ ਵੀ ਦੰਗੇ ਨਹੀਂ ਹੋਏ, ਜਿੱਥੇ ਮੁਸਲਿਮ ਜ਼ਿਆਦਾ ਉੱਥੇ ਵੀ ਦੰਗੇ ਨਹੀਂ ਹੋਏ। ਜਦੋਂ ਤੁਸੀਂ ਉਸ ਸੋਚ ਤੋਂ ਬਾਹਰ ਨਿਕਲਦੇ ਹੋ, ਬ੍ਰਿਟਿਸ਼ ਰਾਜ ਦੇ ਏਰੀਆ 'ਚ ਆਉਂਦੇ ਹੋ, ਤਾਂ ਦੰਗੇ ਸਟਾਰਟ ਹੋ ਗਏ। ਪੰਜਾਬ ਦੇ ਤਾਂ ਬਹੁਤ ਮਹਾਰਾਜੇ ਇਹੋ ਜਿਹੇ ਸੀ ਜਿਨ੍ਹਾਂ ਨੇ ਸਿੱਖਾਂ ਦੇ ਜੱਥੇ ਤਿਆਰ ਕੀਤੇ ਸੀ, ਪਿੰਡ ਜਾ ਕੇ ਲੁੱਟੋ। ਉਹ ਵੀ ਪਾਕਿਸਤਾਨ 'ਚ ਹੋ ਰਿਹਾ ਸੀਗਾ, ਉਹ ਮੁਸਲਮਾਨ ਜੱਥੇ ਤਿਆਰ ਕਰ ਰਹੇ ਸੀਗੇ। ਮਗਰ ਉਹ ਸੋਚ ਕੀ ਸੀ ਜਿਹਨਾਂ ਤਿਆਰ ਕਰ ਰਹੇ ਸੀਗੇ। ਅਤੇ ਆਪਣੇ ਪੰਜਾਬ ਦੇ ਇਹੋ ਜਿਹੇ ਬਹੁਤ ਸਾਰੇ ਪਿੰਡ ਨੇ, ਸਾਡਾ ਪਿੰਡ ਵੀ, ਜਿੱਥੇ ਦੇ ਲੋਕਾਂ ਨੇ ਇਕੱਠੇ ਹੋ ਕੇ ਮੁਸਲਮਾਨਾਂ ਦੇ ਉੱਤੇ ਜਾਨ ਬਚਾਈ, ਜੱਥਿਆਂ ਲੜਾਈਆਂ ਲੜੀਆਂ। ਆਪਾਂ ਉਹ ਸਭ ਕੁਝ ਭੁੱਲ ਕੇ ਆਪਾਂ ਇਹ ਭੁੱਲ ਰਹੇ ਹਾਂ ਕਿ ਉਹ ਪੂਰਾ ਮਲੇਰਕੋਟਲੇ ਦੇ ਏਰੀਆ 'ਚ ਕੋਈ ਦੰਗਾ ਨਹੀਂ ਹੋਇਆ, ਕਿਉਂਕਿ ਉੱਥੇ ਦੀ ਸਿਰਫ ਇੰਨੀ ਸੋਚ ਸੀ ਕਿ ਆਪਾਂ ਇਕੱਠੇ ਹਾਂ। ਆਪਾਂ ਉਹ ਸੋਚ ਬਿਲੀਵ ਹੀ ਨਹੀਂ ਕਰਦੇ। ਪਰ ਜਿਹੜੇ ਮਹਾਰਾਜੇ ਨੇ ਜੱਥੇ ਬਣਵਾਏ, ਉੱਥੇ ਲੜਾਈਆਂ ਹੋ ਗਈਆਂ। ਅੱਛਾ, ਅੱਜ ਆਪਾਂ ਵਾਪਸ ਉਸ ਸੋਚ 'ਚ ਆ ਰਹੇ ਹਾਂ। ਇਸ ਦਾ ਜ਼ਿਕਰ ਇੱਕ ਕਿਤਾਬ ਦੇ ਵਿੱਚ ਆਥਰ ਨੇ ਫਰੀਦਕੋਟ ਦੇ ਮਹਾਰਾਜੇ ਬਾਰੇ ਵੀ ਕੀਤਾ ਹੈਗਾ। ਉਸ ਟਾਈਮ ਤੇ ਖਾਸ ਤੌਰ ਤੇ ਇਹ ਕੀਤਾ ਗਿਆ ਸੀਗਾ ਕਿ ਜਿਹੜੀ ਟ੍ਰੇਨਿੰਗ ਦਿੱਤੀ ਜਾਂਦੀ ਸੀ, ਗੋਲੀਆਂ ਚਲਾਈਆਂ ਜਾਂਦੀਆਂ ਸੀਗੀਆਂ, ਸਾਹਮਣੇ ਬੁੱਤ ਜਿਹੜੇ ਤਿਆਰ ਕੀਤੇ ਜਾਂਦੇ ਸੀਗੇ, ਉਹਨਾਂ ਨੂੰ ਜਿਹੜੇ ਕੱਪੜੇ ਪਹਿਨਾ ਦਿੱਤੇ ਜਾਂਦੇ ਸੀ ਉਹ ਮੁਸਲਮਾਨਾਂ ਦੇ ਟਾਈਪ ਦੇ ਸੀਗੇ, ਔਰ ਉਹ ਜੱਥੇ ਤਿਆਰ ਕੀਤੇ ਜਾਂਦੇ ਸੀਗੇ। ਤਾਂ ਇਸ ਤਰੀਕੇ ਦੀਆਂ ਵੀ ਟ੍ਰੇਨਿੰਗਸ ਉਸ ਟਾਈਮ ਤੇ ਹੋਈਆਂ ਨੇ। ਮੈਨੂੰ ਸਾਡੇ ਪਿੰਡ ਦੀ ਇਹ ਕਹਾਣੀ ਯਾਦ ਹੈ। ਸਾਡੇ ਪਿੰਡ ਵਿੱਚ ਵੀ ਇਹੋ ਜਿਹਾ ਕੋਈ ਹਾਦਸਾ ਹੋਇਆ ਸੀ ਅਤੇ ਮੇਰੀ ਦਾਦੀ ਉਸ ਟਾਈਮ 'ਤੇ 18 ਸਾਲਾਂ ਦੀ ਸੀ। ਸਾਡੇ ਘਰ ਦੇ ਬਾਹਰ ਹੀ ਮੇਰੇ ਦਾਦਾ ਜੀ ਅਤੇ ਉਹਨਾਂ ਨੇ ਉਹ ਬਾਹਰਲੇ ਲੋਕਾਂ ਨੂੰ ਆਉਣ ਵਾਸਤੇ ਸਾਡੇ ਪਿੰਡ ਦੇ ਲੋਕਾਂ ਨੇ ਲੜਾਈ ਲੜੀ, ਜਿਹੜੇ ਜੱਥੇ ਆਉਂਦੇ ਸੀਗੇ ਕਿ ਸਾਡੇ ਪਿੰਡ 'ਚ ਰਹਿਣ ਵਾਲੇ ਮੁਸਲਮਾਨ ਬਚਦੇ ਰਹਿਣ। ਅਤੇ ਫਿਰ ਕੁਛ ਹੋਰ ਪਿੰਡਾਂ ਦੇ ਲੋਕਾਂ ਆ ਕੇ ਸਾਡੇ ਪਿੰਡ ਰਹੇ, ਸਾਡੇ ਘਰ ਦੇ ਪਿੱਛੇ ਨਾ ਬਗਲ ਹੈ, ਉੱਥੇ ਰਹੇ। ਇਹ ਵੀ ਸਾਡਾ ਇੱਕ ਇਤਿਹਾਸ ਹੈ ਜਿਹੜਾ ਆਪਾਂ ਯਾਦ ਕਰ ਲਈਏ। ਅਤੇ ਮੈਂ ਕੁਝ ਦਿਨਾਂ ਤੋਂ ਐਕਚੁਅਲੀ ਆਪਣੀ ਦਾਦੀ ਦੀ ਉਹ ਕੁਛ ਦੱਸੀਆਂ ਗੱਲਾਂ ਯਾਦ ਕਰ ਰਿਹਾ ਸੀਗਾ ਕਿ ਉਹ ਆਪ ਜਾ ਕੇ ਇੱਕ ਬੱਚੇ 'ਤੇ ਉਹ ਚੁੰਨੀ ਪਾ ਰਹੀ ਸੀ, ਉਹਨੂੰ ਬਚਾ ਲਓ। ਇਹ ਸਾਡੇ ਪੰਜਾਬ ਦੀ ਪੰਜਾਬੀਅਤ ਇਸ ਤਰੀਕੇ ਨਾਲ ਬਚੀ ਹੈ। ਇਹ ਸਾਨੂੰ ਗੁਰੂਆਂ ਨੇ ਸਿਖਾਇਆ।
ਤੁਸੀਂ ਇੱਕ ਮਹਾਰਾਜੇ ਬਾਰੇ ਗੱਲ ਕਰਦੇ ਹੋ, ਆਪਣੀ ਸਲਤਨਤ ਬਚਾਉਣ ਵਾਸਤੇ ਕੁਝ ਲੋਕਾਂ ਨੂੰ ਬਾਹਰ ਕੱਢਣ ਵਾਸਤੇ ਅੱਗ ਫੈਲਾ ਰਿਹਾ ਸੀਗਾ। ਸ਼ਾਇਦ ਪੰਜਾਬ ਦੇ ਅੰਦਰ ਕੋਈ ਲੀਡਰ ਇਸੀ ਵਾਸਤੇ ਇੱਕ ਕੌਮ ਨੂੰ ਦੂਸਰੇ ਕੌਮ ਨਾਲ ਵੰਡ ਰਿਹਾ ਕਿ ਸਿੱਖ ਉੱਪਰ ਨੇ ਜੀ ਸਿੱਖ ਹੈ ਨੇ, ਆਪਾਂ ਸਾਰੇ ਇੱਕ। ਇਹੀ ਪੰਜਾਬੀ ਦੀ ਸੋਚ ਹੈ, ਇਹੀ ਸਿੱਖੀ ਦੀ ਸੋਚ ਹੈ। ਅੱਛਾ, ਇਹੀ ਹਿੰਦੂ ਧਰਮ ਦੀ ਸੋਚ ਹੈ, ਇਹੀ ਆਪਣੇ ਸਾਰਿਆਂ ਦੀ ਸੋਚ ਹੈ। ਅਤੇ ਪੰਜਾਬ ਦੀ ਏਕਤਾ 'ਚ, ਭਾਰਤ ਦੀ ਏਕਤਾ 'ਚ ਹੀ ਸਾਡੀ ਕੋਈ ਜਿੱਤ ਹੋ ਸਕਦੀ ਹੈ। ਜੇ ਆਪਾਂ ਇਹ ਵੰਡਣ ਦੀ ਰਾਜਨੀਤੀ 'ਚ ਪੈ ਗਏ ਤੇ ਆਪਾਂ ਵੋਟਾਂ ਇਸ ਆਧਾਰ ਤੇ ਪਾਉਣ ਲੱਗੇ ਕਿ ਸਾਡੇ ਧਰਮ ਦਾ ਹੈ ਤੇ ਸਾਡੇ ਧਰਮ ਦੀ ਗੱਲ ਕਰ ਰਿਹਾ ਹੈ, ਤੇ ਫਿਰ ਤਾਂ ਉਹਨਾਂ ਦਾ ਕੰਮ ਬਣ ਗਿਆ। ਉਹਨਾਂ ਨੇ ਪਹਿਲਾਂ ਹੀ ਸਾਰੀ ਤਾਕਤ 117 ਐਮਐਲਏ ਦੀ ਲੈ ਕੇ, ਮੰਤਰੀ ਲੈ ਕੇ ਕਮਰੇ 'ਚ ਬੰਦ ਕੀਤੀ ਹੋਈ ਹੈ। ਉਹ ਕਮਰੇ 'ਤੇ ਗੱਲ ਕਰਨਗੇ ਪੂੰਜੀਪਤੀਆਂ ਨਾਲ। ਰੋਜ਼ਗਾਰ ਦਾ ਸਿਸਟਮ ਸੈੱਟ ਹੈ, ਮਹਿੰਗਾਈ ਵੱਧਦੀ ਰਹੂਗੀ, ਤੁਹਾਨੂੰ ਕੁਝ ਮਿਲਣਾ ਨਹੀਂ। ਤੁਹਾਨੂੰ ਇਹੀ ਨਹੀਂ ਪਤਾ ਚੱਲਣਾ ਯਾਰ ਵੋਟਾਂ ਤਾਂ ਆਪਾਂ ਧਰਮ ਵਾਸਤੇ ਪਾ ਰਹੇ ਹਾਂ ਤੇ ਆਪਾਂ ਕੰਮ ਕਿੱਥੋਂ ਕਰਾਉਣਾ। ਅੱਛਾ, ਜਿਹੜਾ ਤੁਸੀਂ ਹੁਣ ਗੱਲ ਦੱਸਦੇ ਪਏ ਹੋ, ਹੁਣ ਮੁੱਦਿਆਂ ਤੇ ਆਉਂਦੇ ਆ, ਪੰਜਾਬ ਦੇ ਹੋਰ ਜਿਹੜੇ ਸਵਾਲ ਹੋ ਗਏ ਹੋਏ ਨੇ। ਹੁਣ ਕਈ ਵਾਰੀ ਐਂ ਹੁੰਦਾ ਹੈ ਕਿ ਜਿਹੜੀਆਂ ਇਹ ਗਿਆਨ ਦੀਆਂ ਗੱਲਾਂ ਹੈਗੀਆਂ, ਤੁਸੀਂ ਸੁਣਦਿਆਂ ਸਿਰ ਭੱਜ ਜਾਂਦੇ ਹੋ ਕਿਉਂਕਿ ਤੁਹਾਡੀ ਜਿਹੜੀ ਪੇਸ਼ੈਂਸ ਲੈਵਲ ਹੈ ਬਹੁਤ ਘੱਟ ਹੈ। ਬਹੁਤ ਸਾਰੇ ਦਰਸ਼ਕ ਇਹੋ ਜਿਹੇ ਹੈਗੇ ਨੇ ਜਿਹੜੇ ਸਵਾਦ ਵੀ ਭਾਲਦੇ ਆ, ਲੇਕਿਨ ਜਿਹੜੀ ਕਰੀਮ ਅਸੀਂ ਮੰਨਦੇ ਹਾਂ ਉਹ ਇਹ ਲੋਕ ਨੇ ਜੋ ਇਹ ਜਿਹੜੇ ਮੁੱਦੇ ਜਿਨ੍ਹਾਂ ਦੇ ਉੱਤੇ ਧਿਆਨ ਨਹੀਂ ਜਾਣਾ ਚਾਹੀਦਾ ਉਹਨਾਂ ਦੇ ਉੱਤੇ ਧਿਆਨ ਦਿੰਦੇ ਆ। ਹੁਣ ਜਿਹੜੇ ਮੁੱਦਿਆਂ ਦੀ ਮੈਂ ਗੱਲ ਕਰਨਾ ਚਾਹੁੰਦਾ, ਤੁਸੀਂ ਐਮਐਲਏਜ਼ ਬਾਰੇ ਗੱਲ ਕਰਦੇ ਪਏ ਹੋ, ਪਾਲਿਸੀ ਮੇਕਿੰਗ ਦੇ ਉੱਤੇ ਗੱਲ ਹੋਣੀ ਚਾਹੀਦੀ ਹੈ, ਵਿਧਾਨ ਸਭਾ ਦੇ ਵਿੱਚ ਬਿੱਲਸ ਆਉਣੇ ਚਾਹੀਦੇ ਆ। ਤੁਹਾਡੇ ਜਿਹੜੇ ਕਾਂਗਰਸ ਦੇ ਐਮਐਲਏਜ਼ ਹੈਗੇ ਨੇ ਉਹਨਾਂ 'ਚ ਇਸ ਚੀਜ਼ ਨੂੰ ਲੈ ਕੇ ਕਿੰਨੀ ਕੁ ਸੋਚ ਹੈਗੀ ਹੈ, ਜਾਂ ਤੁਸੀਂ ਉਹਨਾਂ ਦੀ ਸੋਚ ਦੇ ਵਿੱਚ ਕਿਸ ਤਰੀਕੇ ਦੇ ਨਾਲ ਪਰਿਵਰਤਨ ਲੈ ਕੇ ਆਏ ਹੋ? ਦੇਖੋ ਜੀ, ਮੈਂ ਤਾਂ ਬਹੁਤ ਛੋਟਾ ਆਦਮੀ ਹਾਂ, ਉਹਨਾਂ ਦੀ ਕਿਸੇ ਦੀ ਸੋਚ ਪਰਿਵਰਤਨ ਲੈ ਕੇ ਆਉਣ ਵਾਲੀ ਗੱਲ ਨਹੀਂ। ਕਿਉਂਕਿ ਤੁਹਾਡੀ ਰਾਜਾ ਵੜਿੰਗ ਸਾਹਿਬ ਨੂੰ ਤਾਜੀ ਤਸਵੀਰ ਵੀ ਦੇਖੀ ਸੀ ਮੈਂ, ਤੇ ਰਾਜਾ ਵੜਿੰਗ ਜੀ ਵੀ ਇਸ ਤਰ੍ਹਾਂ ਸੋਚਦੇ ਨੇ ਕਿਉਂਕਿ ਉਹ ਕਾਂਗਰਸ ਦੇ ਪ੍ਰਧਾਨ ਨੇ, ਤੁਹਾਨੂੰ ਉਹਨਾਂ ਨੂੰ ਕਹਿਣਾ ਚਾਹੀਦਾ ਇਸ ਚੀਜ਼ ਦੇ ਬਾਰੇ। ਅਸਲ 'ਚ ਉਹ ਮੈਨੂੰ ਕਹਿ ਰਹੇ ਸੀਗੇ ਕਿ ਆਪਾਂ ਅਸਲ ਵਿੱਚ ਜਿਹੜੀ ਪੰਜਾਬ ਦੇ ਹੱਕਾਂ ਦੀ ਲੜਾਈ ਉਹ ਲੜਨੀ ਹੈ, ਤੇ ਆਪਾਂ ਸਾਰਾ ਰਸਤੇ ਇਹੀ ਗੱਲ ਕਰਦੇ ਗਏ ਹਾਂ। ਹੁਣ ਸਾਡੇ ਨਾਲ 2 ਬੰਦੇ ਹੋਰ ਮੌਜੂਦ ਸੀ, ਉਹਨਾਂ ਦੇ ਪੀਏ ਤੇ ਡਰਾਈਵਰ, ਤੁਸੀਂ ਉਹਨਾਂ ਨੂੰ ਪੁੱਛ ਲੈਣਾ ਕਿ ਅਸੀਂ ਸਾਰੇ ਰਾਹੀ ਗੱਲ ਕਰਦੇ ਗਏ ਹਾਂ ਕਿ ਪੰਜਾਬ ਦੇ ਜਿਹੜੇ ਅਸਲ ਮੁੱਦੇ ਨੇ ਆਪਾਂ ਉਹਨਾਂ ਤੇ ਕੀ ਗੱਲ ਕਰੀਏ ਤੇ ਕਿਸ ਤਰ੍ਹਾਂ ਉਹਨਾਂ ਦੇ ਹੱਲ ਕੱਢਣ ਦੀ ਕੋਸ਼ਿਸ਼ ਕਰੀਏ। ਆਪਾਂ ਲੋਕਾਂ ਦੇ ਕੀ ਗੱਲਾਂ ਲੈ ਕੇ ਜਾਣੀਆਂ ਨੇ। ਦੇਖੋ, ਪੋਲਿਟਿਕਸ ਵਰਕਰ ਨੂੰ ਜੋੜਨਾ, ਵਰਕਰ 'ਚ ਮਿਹਨਤ ਕਰਨੀ, ਉਹ ਬਹੁਤ ਮਿਹਨਤ ਕਰ ਰਹੇ ਨੇ, ਤੁਸੀਂ ਉਹਨਾਂ ਦੀ ਮਿਹਨਤ ਦੇਖ ਹੀ ਰਹੇ ਹੋ। ਜੇ ਕੋਈ ਹਾਰਡ ਵਰਕ ਦੀ ਕਮੀ ਤਾਂ ਮੈਂ ਦੇਖ ਨਹੀਂ ਪਾਇਆ, ਮੈਂ ਤਾਂ ਬਾਈ ਇਲੈਕਸ਼ਨ 'ਚ ਉਹਨਾਂ ਦੀ ਮਿਹਨਤ ਦੇਖੀ। ਹਰ ਜਗ੍ਹਾ ਤੇ ਉਹ ਮੌਜੂਦ ਰਹਿਣਾ ਚਾਹੁੰਦੇ। ਜਿਸ ਤਰ੍ਹਾਂ ਸਾਡਾ ਵਰਕਰ ਨੂੰ ਲੋੜ ਸੀ, ਉਹਨਾਂ ਨੇ ਕਾਂਗਰਸ ਦਾ ਵਰਕਰ ਦੁਬਾਰਾ ਖੜਾ ਕਰਕੇ ਜੋੜਤਾ, ਤੇ ਹੁਣ ਉਹਨਾਂ ਦੀ ਸੋਚ ਹੈ। ਅਤੇ ਮੈਂ ਤੁਹਾਨੂੰ ਉਸ ਤੋਂ ਅੱਗੇ ਲੈ ਕੇ ਚੱਲਦਾ, ਰਿਵਾਈਵ ਹੋ ਰਹੀ ਹੈ ਕਾਂਗਰਸ, ਤੁਹਾਨੂੰ ਲੱਗਦਾ ਪੰਜਾਬ ਦੇ ਵਿੱਚ? ਦੇਖੋ, ਕਾਂਗਰਸ ਪਾਰਟੀ ਇੱਕ ਵਿਚਾਰਧਾਰਾ ਹੈ, ਕਾਂਗਰਸ ਪਾਰਟੀ ਕੋਈ ਮੈਨੇਜਮੈਂਟ ਦਾ ਸਿਸਟਮ ਨਹੀਂ। ਪਰ ਤੁਹਾਡੇ ਸਾਹਮਣੇ ਚੁਣੌਤੀ ਹੁਣ ਬਹੁਤ ਵੱਡੀ ਹੈ। ਇੱਕ ਪਾਸੇ ਆਮ ਆਦਮੀ ਪਾਰਟੀ ਦੀ ਇੱਕ ਆਈਡੀਓਲੋਜੀ ਹੈਗੀ ਜਿਹੜੀ ਬਦਲਾਅ ਦੀ ਰਾਜਨੀਤੀ ਦੇ ਨਾਲ ਆਈਡੀਓਲੋਜੀ ਲੈ ਕੇ ਆਪਣੀ ਰਾਜਨੀਤੀ ਦੇ ਵਿੱਚ ਉਤਰੀ ਪੰਜਾਬ ਦੀ। ਦੂਜੇ ਪਾਸੇ ਜਦੋਂ ਕਾਂਗਰਸ ਦੀ ਗੱਲ ਚੱਲਦੀ ਹੈ ਉਹਦੇ ਨਾਲ ਇਹੋ ਜਿਹੇ ਨਾਮ ਵੀ ਜੁੜਦੇ ਰਹੇ ਨੇ। ਇੱਕ ਵਿਚਾਰਧਾਰਾ ਸਮਝ ਆਉਂਦੀ ਹੈ ਕਿ ਸੈਕੂਲਰ ਵਿਚਾਰਧਾਰਾ ਹੈਗੀ ਹੈ ਕਾਂਗਰਸ ਦੀ, ਲੇਕਿਨ ਇੱਕ ਵਿਚਾਰਧਾਰਾ ਜਿਹੜੀ ਪੰਜਾਬ ਦੇ ਵਿੱਚ ਕਾਂਗਰਸ ਦੇ ਨਾਲ ਪੈਰਲਲ ਤੁਰਦੀ ਹੈ ਉਹ ਇਹ ਹੈਗੀ ਹੈ ਕਿ ਕਰਪਸ਼ਨ ਮਾਡਲ ਵੀ ਸੀਗਾ। ਤੁਹਾਨੂੰ ਲੱਗਦਾ ਕਿ ਤੁਸੀਂ ਉਸ ਨੂੰ ਬ੍ਰੇਕ ਡਾਊਨ ਕੀਤਾ ਜਾਂ ਕਰ ਲਓਗੇ ਉਹ ਵੀ ਉਦੋਂ ਜਦੋਂ ਆਮ ਆਦਮੀ ਪਾਰਟੀ ਦੀ ਇੱਕ ਆਈਡੀਓਲੋਜੀ ਤੁਹਾਡੇ ਸਾਹਮਣੇ ਹੈ? ਦੇਖੋ, ਆਮ ਆਦਮੀ ਪਾਰਟੀ ਦੇ ਬਾਰੇ ਤੁਸੀਂ ਇੰਨਾ ਹੀ ਕਹਤਾ ਕਿ ਉਹਨਾਂ ਦੀ ਬਦਲਾਵ ਦੀ ਰਾਜਨੀਤੀ ਹੈ, ਤੇ ਬਦਲਾਵ ਦਾ ਕੋਈ ਆ ਨਹੀਂ ਰਿਹਾ। ਬਦਲਾਵ ਤੋਂ ਮਾੜੇ ਵੱਲ ਵਧ ਰਿਹਾ, ਤੇ ਉਹ ਤਾਂ ਵੈਸੇ ਹੀ ਆਈਡੀਓਲੋਜੀ ਖਤਮ ਹੋ ਗਈ। ਪਰ ਕਾਂਗਰਸ ਪਾਰਟੀ ਦੀ ਆਈਡੀਓਲੋਜੀ ਕਨਸਟੀਟਿਊਸ਼ਨ ਦੀ ਆਈਡੀਓਲੋਜੀ ਹੈ। ਮੈਂ ਤੁਹਾਨੂੰ ਕੀ ਕਹਿ ਰਿਹਾ, ਇੱਕ ਸੋਚ ਹੈ ਕਨਸਟੀਟਿਊਸ਼ਨ ਦੀ। ਜਿਹੜਾ ਬੰਦਾ ਉਸ ਕਨਸਟੀਟਿਊਸ਼ਨ ਦੀ ਸੋਚ ਤੇ ਚੱਲ ਰਿਹਾ, ਮੇਰੇ ਵਾਸਤੇ ਉਹ ਬੰਦਾ ਸਹੀ ਰਾਹ ਤੇ ਚੱਲ ਰਿਹਾ। ਉਹ ਭਾਵੇਂ ਕਿਸੇ ਵੀ ਪਾਰਟੀ 'ਚ ਹੋਵੇ, ਅੱਜ ਆਪਾਂ ਨੂੰ ਉਹ ਸੋਚ ਬਚਾਉਣ ਦੀ ਲੋੜ ਹੈ। ਤੇ ਕਾਂਗਰਸ ਪਾਰਟੀ ਦਾ ਆਧਾਰ, ਕਾਂਗਰਸ ਪਾਰਟੀ ਦਾ ਬੇਸ ਉਹ ਸੰਵਿਧਾਨ ਹੈ। ਜਿਹੜੇ ਸਾਡੇ, ਆਪਾਂ ਇਸ ਤੋਂ ਪਹਿਲਾਂ ਜਿਹੜੀ ਪੋਲਿਟਿਕਸ ਦੀ ਗੱਲ ਕਰ ਰਹੇ ਸੀ ਨਾ, ਉਹਦੇ ਖਿਲਾਫ ਪ੍ਰੀਐਮਬਲ ਵਿੱਚ ਲਿਖਿਆ, ਇੱਕ ਲਾਈਨ ਹੈ ਪ੍ਰੀਐਮਬਲ ਦੇ ਅੰਦਰ। ਪ੍ਰੀਐਮਬਲ ਕਨਸਟੀਟਿਊਸ਼ਨ ਅਸੈਂਬਲੀ ਅੰਦਰ ਇੱਕ ਡਿਬੇਟ ਚੱਲਿਆ, ਉਹਨਾਂ ਨੇ ਬੋਲਿਆ ਕਿ ਯੂਨਿਟੀ ਨੂੰ ਆਪਾਂ ਪ੍ਰਮੁਖਤਾ ਦੇਵਾਂਗੇ। ਇਹ ਪ੍ਰੀਐਮਬਲ ਦੇ ਅੰਦਰ ਇੱਕ ਵਰਡ 'ਚ ਆਊਗੀ, ਲਿਬਰਟੀ ਆਊਗੀ, ਸੈਕੂਲਰਿਜ਼ਮ ਆਊਗੀ, ਹੋਰ ਵਰਡ ਆਉਣਗੇ। ਬਾਕੀ ਸੈਕੂਲਰਿਜ਼ਮ ਨਹੀਂ ਆਇਆ, 70s ਜਾ ਕੇ ਆਇਆ। ਕੁਝ ਵਰਡਸ ਆਏ, ਉਹਨਾਂ ਦੀ ਯੂਨਿਟੀ ਬਹੁਤ ਜ਼ਰੂਰੀ ਸੀ। ਤੇ ਅੰਬੇਦਕਰ ਸਾਹਿਬ ਦਾ ਕਹਿਣਾ ਸੀ ਕਨਸਟੀਟਿਊਸ਼ਨ ਅਸੈਂਬਲੀ ਦੇ ਅੰਦਰ ਕਿ ਯੂਨਿਟੀ ਤਾਂ ਜੇਲ੍ਹ 'ਚ ਵੀ ਹੁੰਦੀ ਹੈ। ਯੂਨਿਟੀ ਕਿਸ ਤਰ੍ਹਾਂ ਦੀ? ਵਿਦ ਫਰਟਰਨਿਟੀ ਵੀਲ ਹੈਵ ਦ ਯੂਨਿਟੀ ਆਫ ਇੰਡੀਆ। ਇਹਦਾ ਮਤਲਬ ਕੀ ਹੈ? ਫਰਟਰਨਿਟੀ ਦਾ ਮਤਲਬ ਕੀ ਹੈ? ਇੱਕ ਬ੍ਰਦਰਹੁੱਡ ਦੇ ਨਾਲ, ਬੰਧੁਤਾ ਦੇ ਨਾਲ। ਅਸਲ ਹਿੰਦੀ ਮਤਲਬ ਉਹਦਾ ਬੰਧੁਤਾ। ਅਸੀਂ ਦੇਸ਼ ਦੀ ਯੂਨਿਟੀ ਰੱਖਾਂਗੇ। ਸੋ ਇਹ ਕਾਂਗਰਸ ਪਾਰਟੀ ਦੀ ਸੋਚ ਹੈ, ਤੇ ਅੱਜ ਅਸੀਂ ਉਸ ਸੋਚ ਵਾਸਤੇ ਲੜ ਰਹੇ ਹਾਂ। ਇੱਕ ਮਿਕਸਡ ਇਕਨੋਮਿਕ ਮਾਡਲ ਦੀ ਸੋਚ ਹੈ ਕਿ ਗਰੀਬਾਂ ਦਾ ਭਲਾ ਕਰ ਸਕੀਏ। ਤੁਸੀਂ ਦੇਖੋ MSP, ਤੁਸੀਂ ਦੇਖੋ PDS ਸਿਸਟਮ, ਤੁਸੀਂ ਦੇਖੋ ਫੂਡ ਕਾਰਪੋਰੇਸ਼ਨ ਆਫ ਇੰਡੀਆ, APMC ਮੰਡੀਆਂ ਕਿਹਨੇ ਬਣਾਈਆਂ? ਕਾਂਗਰਸ ਨੇ ਬਣਾਈਆਂ। ਏਮਸ, PGI, ਸਾਰੇ ਹਸਪਤਾਲ ਕਿਹਨੇ ਬਣਾਏ? ਕਾਂਗਰਸ ਨੇ ਬਣਾਏ। ਜੇ ਅੱਜ ਆਪਾਂ ਇਹ ਦੇਖੀਏ ਕਿ ਦੇਸ਼ ਦੇ ਅੰਦਰ ਹਰੀ ਕ੍ਰਾਂਤੀ ਕੌਣ ਲੈ ਕੇ ਆਇਆ ਸੀ? ਕਾਂਗਰਸ ਪਾਰਟੀ ਲੈ ਕੇ ਆਈ ਸੀਗੀ। ਜੇ ਅੱਜ ਆਪਾਂ ਲਿਬਰਲਿਜ਼ਮ ਦੀ ਗੱਲ ਕਰਦੇ ਹਾਂ, ਉਹ ਕੌਣ ਲੈ ਕੇ ਆਇਆ ਸੀ? ਕਾਂਗਰਸ ਪਾਰਟੀ ਲੈ ਕੇ ਆਈ ਸੀਗੀ। ਜੇ ਆਪਾਂ ਮਨਰੇਗਾ ਦੀ ਗੱਲ ਕਰਦੇ ਹਾਂ ਕਿ ਗਰੀਬਾਂ ਨੂੰ ਪਿੰਡਾਂ 'ਚ ਰੋਜ਼ਗਾਰ ਮਿਲ ਸਕੇ, ਕਾਂਗਰਸ ਪਾਰਟੀ ਲੈ ਕੇ ਆਈ ਸੀ। ਫਿਰ ਲੋਕ ਕਿਉਂ ਨਹੀਂ ਸਮਝਦੇ ਪਏ ਇਹਨਾਂ ਚੀਜ਼ਾਂ ਨੂੰ? ਲੋਕਾਂ ਨੂੰ ਐਂ ਕਿਉਂ ਲੱਗਦਾ ਕਾਂਗਰਸ ਫੇਲ ਹੋ ਗਈ ਹੋਈ ਹੈ?
ਕੁਛ ਨਾ ਕੁਛ ਕਮੀਆਂ ਰਹੀਆਂ ਹੋਣਗੀਆਂ, ਲੋਕਾਂ ਨੂੰ ਲੱਗਦਾ ਫੇਲ ਹੋ ਗਈ ਹੋਗੀ। ਪਰ ਮੈਂ ਤੁਹਾਨੂੰ ਕੀ ਕਹਿ ਰਿਹਾ ਕਿ ਸਾਡੀ ਲੜਾਈ ਉਹ ਐਮਐਲਏ ਦੀ ਕੁਰਸੀ ਪਾ ਕੇ ਜਾਂ ਐਮਪੀ ਦੀ ਕੁਰਸੀ ਪਾ ਕੇ ਜੇ ਖਤਮ ਹੁੰਦੀ ਹੈ ਤੇ ਵੈਸੇ ਵੀ ਆਪਾਂ ਫੇਲ ਹੀ ਆ, ਸਾਡਾ ਵੈਸੇ ਵੀ ਕੁਝ ਨਹੀਂ ਬਣਨਾ। ਜੇ ਅਸੀਂ ਅਸਲ ਵਿੱਚ ਸੰਵਿਧਾਨ ਦੀ ਲੜਾਈ ਲੜਨਾ ਚਾਹੁੰਦੇ ਹਾਂ ਤੇ ਸੰਵਿਧਾਨ ਦੀ ਲੜਾਈ ਲੜਨ ਦਾ ਤੇ ਇਸ ਤੋਂ ਵੱਡਾ ਕੋਈ ਮੌਕਾ ਹੀ ਨਹੀਂ ਹੈਗਾ। ਜੇ ਅੱਜ ਆਪਾਂ ਭਾਰਤ ਦਾ ਕਨਸਟੀਟਿਊਸ਼ਨ ਨਹੀਂ ਬਚਾ ਪਾਏ, ਜੇ ਆਪਾਂ ਅੱਜ ਫਰਟਰਨਿਟੀ ਨੂੰ ਯੂਨਿਟੀ ਦੇ ਅੱਗੇ ਨਹੀਂ ਰੱਖ ਪਾਈਏ, ਜੇ ਅੱਜ ਆਪਾਂ ਬ੍ਰਦਰਹੁੱਡ ਪਹਿਲਾਂ ਨਾ ਕਹਿ ਪਾਈਏ ਬਾਅਦ 'ਚ ਕਹੀਏ ਕਿ ਦੇਸ਼ ਇਕੱਠਾ ਹੋਵੇ, ਇਹ ਤਾਂ ਕਹਿ ਰਹੇ ਨੇ ਭਾਰਤ ਅਖੰਡ ਹੋਵੇ, ਪਰ ਭਾਰਤ ਨੂੰ ਅੰਦਰ ਖੰਡ ਖੰਡ ਕਰਕੇ ਥੋੜੀ ਹੋਊਗਾ। ਜੇ ਅੱਜ ਆਪਾਂ ਉਸ ਦੀ ਲੜਾਈ ਨਾ ਲੜੀਏ ਤੇ ਫਿਰ ਕਦੇ ਨਹੀਂ ਲੜਾਈ ਲੜਨੀ। ਅਸਲ ਸਾਡੀ ਲੜਾਈ ਉਹ ਕੁਰਸੀਆਂ ਦੀ ਨਹੀਂ ਹੈ ਕਿ ਕਿੰਨੀ ਜਗ੍ਹਾ ਤੇ ਸਰਕਾਰ ਹੋਵੇਗੀ, ਅਸਲ ਸਾਡੀ ਲੜਾਈ ਹੈ ਕਿ ਅਸੀਂ ਆਪਣੀ ਵਿਚਾਰਧਾਰਾ ਤੇ ਖੜੇ ਹਾਂ, ਸਾਡਾ ਵਰਕਰ ਸਾਡੀ ਵਿਚਾਰਧਾਰਾ ਤੇ ਖੜਾ। ਤੁਹਾਨੂੰ ਲੱਗਦਾ ਕਿ ਪੰਜਾਬ ਕਾਂਗਰਸ ਦੇ ਜਿਹੜੇ ਮੌਜੂਦਾ ਪ੍ਰਧਾਨ ਹੈਗੇ ਰਾਜਾ ਵੜਿੰਗ, ਉਹਦੇ ਨਾਲ ਜਿਹੜੀ ਤੁਸੀਂ ਇੱਕ ਮਾਡਲ ਤਿਆਰ ਕੀਤਾ ਸੀਗਾ ਜਿੱਤੇਗਾ ਪੰਜਾਬ, ਤੁਹਾਨੂੰ ਲੱਗਦਾ ਕਿ ਹੁਣ ਜਿੱਤੇਗਾ ਪੰਜਾਬ? ਦੇਖੋ, ਮੈਨੂੰ ਇਹ ਲੱਗਦਾ ਹੈ ਕਿ ਰਾਜਾ ਵੜਿੰਗ ਜੀ ਇੱਕ ਬੜੀ ਚੰਗੀ ਸੋਚ ਨਾਲ ਕੰਮ ਕਰ ਰਹੇ ਨੇ। ਮੈਂ ਉਹਨਾਂ ਨਾਲ ਬਹੁਤ ਲੰਬਾ ਡਿਸਕਸ ਕੀਤਾ। ਅਸਲ 'ਚ ਉਹਨਾਂ ਨੇ ਕੀਤਾ, ਉਹ ਚਾਹੁੰਦੇ ਸੀ, ਕਹਿੰਦੇ ਯਾਰ ਆਪਾਂ ਇਹ ਕਰਨਾ। ਅੱਛਾ, ਮੈਂ ਉਹਨਾਂ ਨੂੰ ਆਪਾਂ ਐਗਰੀਕਲਚਰ ਉੱਤੇ ਗੱਲ ਕੀਤੀ, ਹੋਰ ਚੀਜ਼ਾਂ ਉੱਤੇ ਗੱਲ ਕੀਤੀ ਕਿ ਆਪਾਂ ਪੰਜਾਬ ਦੀ ਲੜਾਈ ਲੜਨੀ ਹੈ ਯਾਰ, ਅਤੇ ਉਹਨਾਂ ਦਾ ਬੜਾ ਦਿਲ ਹੈ। ਤੁਸੀਂ ਇੱਕ ਗੱਲ ਜ਼ਰੂਰ ਸਮਝਣਾ ਕਿ ਜਦੋਂ ਟਰਾਂਸਪੋਰਟ ਮੰਤਰੀ ਬਣੇ ਉਹਨਾਂ ਨੂੰ 3 ਮਹੀਨੇ ਦਾ ਮੌਕਾ ਮਿਲਿਆ ਸੀਗਾ ਤੇ ਉਹਨਾਂ ਨੇ ਬੜੇ ਕਾਮਯਾਬ ਟਰਾਂਸਪੋਰਟ ਮੰਤਰੀ ਵਾਂਗ ਆਪਣਾ ਟਾਈਮ ਕੱਢਿਆ ਸੀਗਾ। ਲੋਕੀ ਕਹਿੰਦੇ ਬੜੀਆਂ ਬੱਸਾਂ ਫੜੀਆਂ, ਬੜੇ ਕੰਮ ਕੀਤੇ। ਸੋ ਮੈਨੂੰ ਲੱਗਦਾ ਹੈ ਕਿ ਜ਼ਿੰਦਗੀ ਦੇ ਅੰਦਰ ਨਾ ਤੁਹਾਨੂੰ ਜਿਹੜੀ ਆਰਗੇਨਾਈਜੇਸ਼ਨ 'ਚ ਤੁਸੀਂ ਕੰਮ ਕਰਦੇ ਹੋ, ਉਹ ਬਹੁਤ ਸਿਆਣੇ ਇਸ ਗੱਲ ਨੂੰ ਸਮਝਦੇ ਨੇ ਕਿ ਆਰਗੇਨਾਈਜੇਸ਼ਨ ਕੀ ਹੈ। ਲੋਕਾਂ ਨੂੰ ਜੋ ਬਹਿਨੇ ਜੋ ਪਿੰਡ ਦੇ ਬੰਦੇ ਵੀ ਇਕੱਠੇ ਕਰ ਲਈਏ, ਆਪਾਂ ਆਪਣਾ ਕੁਝ ਤਿਆਗ ਕੇ, ਆਪਣਾ ਕੁਝ ਯੋਗਦਾਨ ਪਾ ਕੇ ਇੱਕ ਟੀਮ ਦੇ ਭਲੇ ਦੀ ਸੋਚਦੇ ਹਾਂ। ਮੈਨੂੰ ਲੱਗਦਾ ਹੈ ਕਿ ਕਾਂਗਰਸ ਨੂੰ ਅਸਲ ਜੇ ਕਿਤੇ ਮਾਰ ਪੈਂਦੀ ਹੈ ਤੇ ਉਹ ਤੋਂ ਪੈਂਦੀ ਹੈ ਜਦੋਂ ਕੁਝ ਲੋਕ ਇੱਕ ਦੂਸਰੇ ਨੂੰ ਉਡਾ ਕੇ, ਇਨਸਿਕਿਉਰਿਟੀਆਂ ਪਵਾ ਕੇ ਇਹ ਮੈਨੇਜਮੈਂਟ 'ਚ ਲੱਗੇ ਰਹਿੰਦੇ ਨੇ ਤੇ ਰਾਜਨੀਤੀ ਛੱਡ ਦਿੰਦੇ ਨੇ, ਲੋਕਾਂ ਦਾ ਭਲਾ ਛੱਡ ਦਿੰਦੇ ਨੇ ਤੇ ਉਹ ਛੱਡ ਦਿੰਦੇ ਨੇ ਕਿ ਆਪਾਂ ਆਪਣਾ ਕੁਝ ਤਿਆਗ ਕੇ ਟੀਮ ਦਾ ਭਲਾ ਕਰ ਲਈਏ। ਹੁਣ ਹੈਗੇ ਉਹ ਬੰਦੇ ਕਾਂਗਰਸ ਸਿਸਟਮ ਹੈਗੇ, ਕਿਉਂਕਿ ਕਾਂਗਰਸ ਟੁੱਟੀ ਬੜੀ ਹੈ ਨਾ। ਦੇਖੋ, ਹਰ ਤਰ੍ਹਾਂ ਦਾ ਇਨਸਾਨ ਤੁਹਾਨੂੰ ਹਰ ਜਗ੍ਹਾ ਮਿਲੇਗਾ, ਪਰ ਆਪਾਂ ਜੇ ਵਿਚਾਰਧਾਰਾ ਤੇ ਖੜੇ ਰਹੇ, ਇਹਦੇ ਲਈ ਕੋਈ ਪਾਲਿਸੀ ਤਿਆਰ ਕਰ ਰਹੇ ਹੋ ਤੁਸੀਂ ਇਹੋ ਜਿਹੇ ਬੰਦਿਆਂ ਲਈ? ਮੈਨੂੰ ਲੱਗਦਾ ਹੈ ਕਿ ਬ੍ਰਦਰ, ਮੈਂ ਵੀ ਇੱਕ ਇਨਸਾਨ ਹਾਂ ਤੇ ਮੇਰੇ ਅੰਦਰ ਕੁਝ ਕਮੀਆਂ ਨੇ, ਮੇਰੇ ਅੰਦਰ ਕੁਝ ਚੰਗਿਆਈਆਂ ਹੋਣਗੀਆਂ। ਤੁਸੀਂ ਮੇਰੇ ਨਾਲ ਵਰਤ ਰਹੇ ਹੋ ਤੇ ਤੁਸੀਂ ਮੇਰਾ ਇੱਕ ਪੂਰਾ ਪੈਕੇਜ ਲੈ ਕੇ ਚੱਲਦੇ ਹੋ, ਯਾਰ ਇਹਦੀ ਆਹ ਕਮੀ ਹੈ, ਇਹਦੀ ਆਹ ਖਾਸੀਅਤ, ਇਹਨੂੰ ਨਾਲ ਲੈ ਕੇ ਚੱਲੀਏ। ਹਰ ਤਰ੍ਹਾਂ ਦਾ ਬੰਦਾ ਹੈ ਤੇ ਉਹਦੇ ਅੰਦਰ ਹੀ ਬਹੁਤ ਖਾਸੀਅਤਾਂ ਹੋਣਗੀਆਂ, ਤੁਸੀਂ ਉਹ 'ਚੋਂ ਚੰਗਾ ਤਾਂ ਕੱਢ ਲਓ। ਆਪਾਂ ਕੀ ਹੈ, ਬੰਦੇ ਨੂੰ ਨਾ ਅੱਜ ਕੱਲ੍ਹ ਸਿਰਫ ਖਤਮ ਕਰਨ ਤੇ ਲੱਗੇ ਹੋਏ ਆ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਬੰਦਾ ਜਮਾਂ ਮਾਰਿਆ ਨੂੰ ਜ਼ੀਰੋ ਕਰ ਦਿਓ, ਜੋ ਇੱਕ ਸੋਚ ਬਣ ਗਈ ਹੈ। ਅੱਛਾ, ਇੱਕ ਚੀਜ਼ ਦੱਸੋ ਸੁਮਿਤ ਜੀ, ਪੂਰੀ ਪੰਜਾਬ ਦੀ ਜੋ ਰਾਜਨੀਤੀ ਹੁਣ ਚੱਲਦੀ ਪਈ ਹੈ ਔਰ ਪੰਜਾਬ ਜਿਸ ਤਰੀਕੇ ਦੇ ਨਾਲ ਅੱਗੇ ਵੱਧਦਾ ਪਿਆ, ਉਹਦੇ 'ਚ ਨਵਜੋਤ ਸਿੰਘ ਸਿੱਧੂ ਦੀ ਕਮੀ ਕਿਸ ਤਰੀਕੇ ਦੇ ਨਾਲ ਖਲਦੀ ਪਈ ਹੈ? ਦੇਖੋ ਜੀ, ਮੈਨੂੰ ਇਹ ਲੱਗਦਾ ਹੈ ਕਿ ਕੋਈ ਵੀ ਲੀਡਰ ਜੋ ਪੰਜਾਬ ਦੇ ਹੱਕ ਦੀ ਗੱਲ ਕਰਨਾ ਚਾਹੁੰਦਾ ਹੈ, ਉਹਦੀ ਕਮੀ ਪੰਜਾਬ 'ਚ ਰਹੇਗੀ। ਅੱਜ ਪੰਜਾਬ ਕਾਂਗਰਸ ਦੇ ਅੰਦਰ ਕਾਫੀ ਲੀਡਰ ਨੇ ਜੋ ਪੰਜਾਬ ਦੀ ਆਵਾਜ਼ ਚੁੱਕ ਰਹੇ। ਮੈਂ ਪ੍ਰਤਾਪ ਬਾਜਵਾ ਜੀ ਦੀ ਕਾਫੀ ਸਟੇਟਮੈਂਟ ਸੁਣਦਾ ਰਹਿਣਾ, ਮੈਂ ਦੇਖਦਾ ਰਹਿਣਾ ਕਿ ਕਾਫੀ ਸਿਆਣੇ ਤਰੀਕੇ ਨਾਲ ਉਹ ਗੱਲ ਕਰ ਰਹੇ ਨੇ। ਮੈਂ ਰਾਜਾ ਵੜਿੰਗ ਜੀ ਦੀ ਆਰਗੇਨਾਈਜੇਸ਼ਨੈਬਿਲਿਟੀ ਦੇਖ ਰਿਹਾ, ਕਿਸ ਤਰ੍ਹਾਂ ਉਹ ਵਰਕਰ ਜੋੜ ਰਹੇ ਨੇ। ਤੇ ਆਪਾਂ ਇਹ ਸਮਝੀਏ ਕਿ ਜੇ ਮੈਂ ਸਮਿਤ ਉਹਦੇ ਅੰਦਰ ਥੋੜਾ ਕੁਝ ਐਕਸਟਰਾ ਐਡ ਕਰ ਪਾਏਗਾ ਤੇ ਉਹਨੂੰ ਕਰਨਾ ਚਾਹੀਦਾ ਹੈ। ਸਿੱਧੂ ਜੀ ਕੁਝ ਲੈ ਕੇ ਆ ਪਾਣਗੇ ਤਾਂ ਉਹਨੂੰ ਐਡ ਕਰਨਾ ਚਾਹੀਦਾ। ਪ੍ਰਗਟ ਜੀ ਦੇ ਅੰਦਰ ਬਹੁਤ ਟੈਲੈਂਟ ਹੈ, ਉਹ ਕੁਝ ਲੈ ਕੇ ਆਉਣ, ਉਹਨੂੰ ਐਡ ਕਰਨਾ ਚਾਹੀਦਾ ਹੈ। ਜਿੰਨੇ ਪੰਜਾਬ ਦੇ ਲੀਡਰ ਨੇ, ਮੈਂ ਤਾਂ ਨਾਗਰਾ ਜੀ ਨੂੰ ਬੜਾ ਅੱਛਾ ਸਮਝ, ਬੜੇ ਇਮਾਨਦਾਰ ਲੀਡਰ ਨੇ, ਮੈਨੂੰ ਬੜੇ ਪਸੰਦ ਨੇ, ਉਹਨੂੰ ਸਮਝਦਾ। ਹਰ ਲੀਡਰ, ਮੈਂ ਕਿੰਨੇ ਲੀਡਰਾਂ ਨਾਮ ਭੁੱਲੂੰਗਾ ਬਾਅਦ 'ਚ ਲੋਕੀ ਮੈਨੂੰ ਕਹਿਣਗੇ ਕਿ, ਪਰ ਮੈਨੂੰ ਲੱਗਦਾ ਮੈਂ ਬੰਦੇ ਨੂੰ ਦੇਖਦਾ, ਮੈਂ ਕਹਿੰਦਾ ਯਾਰ ਇਹ ਬੰਦੇ 'ਚ ਇਹ ਹੁਨਰ ਹੈ, ਇਹ ਚੀਜ਼ ਆਪਾਂ ਨੂੰ ਚਾਹੀਦੀ ਹੈ, ਇਹ ਟੀਮ ਦੇ ਅੰਦਰ ਕਿਉਂ ਨਾ ਪਾਵੇ। ਉਸ ਤਰੀਕੇ ਨਾਲ ਸਿੱਧੂ ਜੀ ਅੰਦਰ। ਤੁਸੀਂ ਜਦੋਂ ਸਫ਼ਰ ਕਰ ਰਹੇ ਸੀਗੇ ਗੱਡੀ ਦੇ ਵਿੱਚ ਵੜਿੰਗ ਸਾਹਿਬ ਦੇ ਨਾਲ, ਇਹ ਸਾਰੀਆਂ ਗੱਲਾਂ ਬਾਤਾਂ ਦੇ ਵਿੱਚ ਵੜਿੰਗ ਸਾਹਿਬ ਦੀ ਕੋਈ ਚਿੰਤਾ ਇਹੋ ਜਿਹੀ ਸੀਗੀ ਕਿ ਯਾਰ ਸਿੱਧੂ ਸਾਹਿਬ ਦੀ ਕਮੀ ਖਲਦੀ ਪਈ ਹੈ, ਪੰਜਾਬ ਦੀ ਕਾਂਗਰਸ ਨੂੰ ਵੀ ਖਲਦੀ ਪਈ ਹੈ ਔਰ ਪੰਜਾਬ ਦੇ ਲੋਕਾਂ ਨੂੰ ਵੀ ਖਲਦੀ ਪਈ? ਯਾਰ ਤੁਸੀਂ, ਮੈਂ ਆਪਣੇ ਬਾਰੇ ਜਵਾਬ ਦੇ ਸਕਦਾ ਨਹੀਂ, ਵੜਿੰਗ ਸਾਹਿਬ ਨਾਲ ਇਹੋ ਜਿਹੀ ਕੋਈ ਗੱਲਬਾਤ ਨਹੀਂ ਹੋਈ? ਕਿਉਂਕਿ ਸਾਬਕਾ ਤਾਂ ਫਾਰਮਰ ਪੰਜਾਬ ਕਾਂਗਰਸ ਦੇ ਪ੍ਰਧਾਨ ਤਾਂ ਰਹੀ ਹੈ ਸਿੱਧੂ ਸਾਹਿਬ। ਮੈਨੂੰ ਲੱਗਦਾ ਵੜਿੰਗ ਸਾਹਿਬ ਇਹ ਚੰਗੀ ਤਰ੍ਹਾਂ ਜਾਣਦੇ ਨੇ ਕਿ ਜਿਹੜੀ ਸਾਡੀ ਪੋਲਿਟਿਕਸ ਹੈ ਤੇ ਜਿਹੜੇ ਸਾਡੇ ਇਸ਼ੂਜ਼ ਨੇ, ਉਹਨਾਂ ਨੂੰ ਆਪਾਂ ਜੇ ਕਵਰ ਕਰਨਾ ਹੈ, ਉਹ ਬਹੁਤ ਜ਼ਰੂਰੀ ਹੈ। ਉਹ ਇੰਨੇ ਕੁ ਸਿਆਣੇ ਪੋਲੀਟੀਸ਼ੀਅਨ ਨੇ ਕਿ ਉਹ ਸਮਝਦੇ ਨੇ ਕਿ ਇਨਸਾਨ ਤੋਂ ਜ਼ਿਆਦਾ ਜ਼ਰੂਰੀ ਆਰਗੇਨਾਈਜੇਸ਼ਨ ਦੇ ਹੁੰਦਾ ਹੈ ਕਿ ਉਹਦੇ ਆਈਡੀਆਜ਼ ਬਚੇ ਰਹਿਣ। ਇਨਸਾਨ ਤੋਂ ਜ਼ਿਆਦਾ ਜ਼ਰੂਰੀ ਹੁੰਦਾ, ਮੈਨੂੰ ਇਹ ਲੱਗਦਾ ਕਿ ਯਾਰ ਮੈਂ ਪੰਜਾਬ ਨੂੰ ਜੇ ਕੁਝ ਦੇ ਕੇ ਚਲਾ ਗਿਆ ਤਾਂ ਮੈਂ ਬਹੁਤ ਖੁਸ਼ ਰਹਾਂਗਾ। ਤੇ ਮੈਨੂੰ ਲੱਗਦਾ ਹੈ ਕਿ ਜੇ ਮੈਂ ਅੱਜ ਕੁਝ 4 ਚੀਜ਼ਾਂ, ਕੁਝ ਹੋਰ ਚੀਜ਼ਾਂ, ਸ਼ਾਇਦ ਮੇਰੇ ਮਨ 'ਚ ਕੁਝ ਹੋਰ ਹੋਵੇ ਪੰਜਾਬ ਵਾਸਤੇ ਕਰਨ ਦਾ, ਮੈਂ ਉਹ ਕਰ ਲਿਆ ਤਾਂ ਬਹੁਤ ਹੋਏਗਾ। ਤੇ ਮੈਨੂੰ ਖੁਸ਼ੀ ਇਸ ਗੱਲ ਦੀ ਮਿਲੇਗੀ ਕਿ ਮੇਰੇ ਉਹ ਕੰਮ ਨੂੰ ਕੋਈ ਚੱਕ ਲੇ। ਤੇ ਸ਼ਾਇਦ ਸਿੱਧੂ ਸਾਹਿਬ ਵੀ ਕਾਫੀ ਟਾਈਮ ਤੇ ਇਹ ਗੱਲ ਕਹਿੰਦੇ ਸੀ ਕਿ ਮੈਨੂੰ ਤਾਕਤ ਦੀ ਲੋੜ ਨਹੀਂ, ਆਹ ਚੀਜ਼ਾਂ ਕਰ ਲਿਓ। ਅਸਲ 'ਚ ਮੁੱਦਾ ਇਹ ਹੈ ਕਿ ਆਪਾਂ ਕਿਤੇ ਨਾ ਕਿਤੇ ਪੰਜਾਬ ਦੀ
ਉਹ ਮਸਲਿਆਂ ਦੀ ਰਾਜਨੀਤੀ ਤੇ ਦੇਸ਼ ਦੇ ਸੰਵਿਧਾਨ ਦੀ ਰਾਜਨੀਤੀ ਜੋ ਕਾਂਗਰਸ ਦੀ ਅਸਲ ਜੜ ਹੈ, ਆਪਾਂ ਉਸ ਦੀ ਲੜਾਈ ਲੜਨੀ ਹੈ। ਤੇ ਮੈਂ ਤਾਂ ਬੜਾ ਕਲੀਅਰ ਹਾਂ ਜੀ ਕਿ ਮੇਰੀ ਇਹ ਸੋਚ ਹੈ, ਮੈਂ ਇਸ ਤੇ ਚੱਲਣਾ ਹੈ। ਮੈਂ ਬੜਾ ਨਿਮਾਣਾ ਜਿਹਾ ਹੋ ਕੇ ਜੋ ਤਿਲ ਫੁਲ ਪਾਉਂਗਾ। ਆਪਾਂ ਨੂੰ ਕੋਈ ਇਨਸਿਕਿਉਰਿਟੀ ਨਹੀਂ ਜ਼ਿੰਦਗੀ 'ਚ, ਕਿਉਂਕਿ ਆਪਾਂ ਇਹ ਤਾਂ ਹੈ ਨਹੀਂ ਕਿਸ ਤੋਂ ਕੁਝ ਲੈ ਕੇ। ਮੇਰਾ ਸਵਾਲ ਕੁਝ ਹੋਰ ਸੀ, ਵੈਸੇ ਗੱਲਬਾਤ ਹੋਈ ਗੱਡੀ 'ਚ? ਨਹੀਂ, ਮੈਂ ਤੁਹਾਨੂੰ ਕਹਿ ਰਿਹਾ ਕਿ ਨਹੀਂ, ਇੱਕ ਦੇਖੋ ਇੱਕ ਬਹੁਤ ਵੱਡਾ ਲੀਡਰ ਫਿਲਹਾਲ ਦੂਰ ਹੈ, ਪਾਰਟੀ ਤੋਂ ਦੂਰ ਹੈ, ਪੰਜਾਬ ਤੋਂ ਦੂਰ ਹੈ, ਔਰ ਉਹ ਸਮਾਂ ਬਤਾ ਰਹੇ ਆ ਜੇਲ੍ਹ ਦੇ ਅੰਦਰ। ਕਿਤੇ ਨਾ ਕਿਤੇ ਤਾਂ ਕੁਛ ਨਾ ਕੁਛ ਤਾਂ ਕੋਈ ਇਹੋ ਜਿਹੀ ਗੱਲ ਨਹੀਂ ਹੋਈ ਕਿ ਸਿੱਧੂ ਸਾਹਿਬ ਹੁੰਦੇ ਤਾਂ ਸ਼ਾਇਦ ਚੀਜ਼ਾਂ ਇਸ ਤਰੀਕੇ ਨਾਲ ਚੱਲਦੀਆਂ ਹੁੰਦੀਆਂ, ਕੁਛ ਇਸ ਤਰੀਕੇ ਦੇ ਨਾਲ ਕੋਈ ਆਪਸ 'ਚ ਗੱਲਬਾਤ ਨਹੀਂ ਹੋਈ? ਦੇਖੋ ਜੀ, ਸਿੱਧੂ ਸਾਹਿਬ ਇੱਕ ਉਹਨਾਂ ਦੀ ਪੰਜਾਬ ਨੂੰ ਕਮੀ ਜ਼ਰੂਰ ਖਲਦੀ ਹੈ ਕਿ ਉਹਨਾਂ ਦੇ ਅੰਦਰ ਬਹੁਤ ਇੱਕ ਕ੍ਰਿਜ਼ਮਾ ਸੀਗਾ, ਇੱਕ ਲੋਕਾਂ ਅੰਦਰ ਉਹਨਾਂ ਦੀ ਬੜੀ ਕ੍ਰੈਡੀਬਿਲਿਟੀ ਬਣੀ, ਕਿਉਂਕਿ ਉਹਨਾਂ ਨੇ ਪਰਸਨਲੀ ਇਮਾਨਦਾਰੀ ਰੱਖੀ ਇੰਨੇ ਸਾਲ ਪੋਲਿਟਿਕਸ ਅੰਦਰ, ਜੋ ਬਹੁਤ ਮੁਸ਼ਕਿਲ ਚੀਜ਼ ਹੈ। ਇਹ ਚੀਜ਼ਾਂ ਉਹਨਾਂ ਨੇ ਕਹੀਆਂ ਨਹੀਂ, ਇਹ ਉਹਨਾਂ ਨੇ ਕਰਕੇ ਦਿਖਾਈਆਂ। ਲੋਕ ਬੜੀ ਕਹਿਣ ਵਾਲੀ ਗੱਲਾਂ ਤੋਂ ਹਟ ਗਏ, ਲੋਕ ਇੱਕ ਇਮਾਨਦਾਰੀ ਤੇ ਜੁੜ ਰਹੇ, ਕਰਤਾਰਪੁਰ ਸਾਹਿਬ ਦੇ ਲਾਂਘੇ ਨਾਲ ਜੁੜੇ ਰਹੇ। ਪਰ ਐਜ਼ ਅ ਹਿਊਮਨ ਬੀਇੰਗ ਉਹਨਾਂ ਅੰਦਰ ਵੀ ਸ਼ਾਇਦ ਕੁਝ ਕਮੀਆਂ ਹੋਣਗੀਆਂ, ਜਿਵੇਂ ਮੇਰੇ ਅੰਦਰ ਕਮੀਆਂ ਨੇ ਤੇ ਹਰ ਇਨਸਾਨ ਦੇ ਅੰਦਰ ਨੇ। ਤੇ ਮੈਨੂੰ ਲੱਗਦਾ ਹੈ ਕਿ ਉਹ ਚੀਜ਼ਾਂ ਚੱਲਦੀਆਂ ਰਹਿਣਗੀਆਂ, ਪਰ ਐਟ ਦਾ ਐਂਡ ਇਨਸਾਨ ਨੇ ਆ ਕੇ ਚਲੇ ਜਾਣਾ। ਮੈਂ ਇਹ ਸੋਚਦਾ ਕਿ ਕਿਤੇ ਨਾ ਕਿਤੇ ਆਪਾਂ ਉਹਨਾਂ ਦੀ ਇਮਾਨਦਾਰੀ ਦੀ ਪੋਲਿਟਿਕਸ, ਕਿਤੇ ਆਪਾਂ ਕੁਝ ਮੁੱਦੇ, ਕੁਝ ਮਸਲੇ ਇਹਨਾਂ ਨੂੰ ਅੱਗੇ ਲੈ ਕੇ ਜਾ ਸਕਦੇ। ਹੁੰਦੀ ਤੁਹਾਡੀ ਸਿੱਧੂ ਸਾਹਿਬ ਨਾਲ ਗੱਲਬਾਤ ਹੋਈ? ਮੇਰੀ ਸਿੱਧੂ ਸਾਹਿਬ ਮੇਰੇ ਵਾਸਤੇ ਪਰਿਵਾਰ ਨੇ, ਮੈਂ ਉਹਨਾਂ ਨਾਲ ਇਨ ਟੱਚ ਰਹਿਣਾ। ਤੇ ਮੈਨੂੰ ਖੁਦੇ ਲੱਗਦਾ ਹੈ ਕਿ ਕਦੇ ਕਦੇ ਕਿ ਜੇਲ੍ਹ ਇੱਕ ਬੜਾ ਮੁਸ਼ਕਿਲ ਸਮਾਂ ਹੈ, ਉਹਨਾਂ ਕਿਸੇ ਵੀ ਇਨਸਾਨ ਦੇ ਮਾਨਸਿਕ ਤੌਰ ਤੇ ਆਸਾਨ ਨਹੀਂ ਹੋਏਗਾ। ਪਰ ਮੈਂ ਇੱਛਾ ਇਹ ਕਰਾਂਗਾ ਕਿ ਇਹਦੇ ਅੰਦਰ ਵੀ ਉਹ ਕੁਝ ਚੰਗਾ ਸਿੱਖ ਕੇ ਨਿਕਲਣ, ਕੁਝ ਲੱਭੇ ਉਹਨਾਂ ਨੂੰ ਇਸ ਸਾਲ ਦੇ ਅੰਦਰ, ਕਿਉਂਕਿ ਵੈਸੇ ਤਾਂ ਮਾਨਸਿਕ ਤੌਰ ਤੇ ਕਿਸੇ ਵਾਸਤੇ ਵੀ ਆਸਾਨ ਨਹੀਂ ਹੈ, ਸਮਾਂ ਕਿਸੇ ਵਾਸਤੇ ਵੀ ਆਸਾਨ ਨਹੀਂ। ਪਰ ਕੁਝ ਲੋਕ ਕਹਿੰਦੇ ਕਿ ਪੋਲਿਟਿਕਸ ਵਾਸਤੇ ਬੜਾ ਚੰਗਾ ਹੁੰਦਾ। ਮੈਂ ਥੋੜਾ ਜਿਹਾ ਉਸ ਤੋਂ ਇੱਕ ਕਦਮ ਅੱਗੇ ਵਧਣਾ ਚਾਹੁੰਦਾ। ਮੈਂ ਚਾਹੁੰਦਾ ਕਿ ਉਹ ਇਸ ਟਾਈਮ ਨੂੰ ਆਪਣੇ ਵਾਸਤੇ ਕਿਵੇਂ ਭਲੇ ਵਾਸਤੇ ਹੋਰ ਵਰਤ ਸਕਦੇ ਨੇ, ਉਸ ਚੀਜ਼ ਤੇ ਲੱਗਣ। ਤੁਸੀਂ ਬੜੀ ਟੈਲਿੰਗ ਜੀ ਸਟੇਟਮੈਂਟ ਦਿੱਤੀ ਕਿ ਪੋਲਿਟਿਕਸ ਲਈ ਚੰਗਾ ਹੁੰਦਾ ਜੇਲ੍ਹ ਦੇ ਵਿੱਚ ਬਿਤਾਇਆ ਹੋਇਆ ਸਮਾਂ। ਇਹ ਸਾਰੇ ਕਹਿੰਦੇ ਨੇ ਆਜ਼ਾਦੀ ਟਾਈਮ ਵੀ ਕਹਿੰਦੇ ਵੱਡੇ ਬਾਦਲ ਸਾਹਿਬ ਦੀ ਪੋਲਿਟਿਕਸ ਵੀ ਉੱਥੋਂ ਹੀ ਚੱਲੀ। ਤੇ ਫਿਰ ਕੀ ਦੇਖਦੇ ਹੋ ਸਿੱਧੂ ਸਾਹਿਬ ਦਾ ਫਿਊਚਰ ਜੇਲ੍ਹ ਤੋਂ ਬਾਅਦ ਪੰਜਾਬ ਦੀ ਕਾਂਗਰਸ ਦੇ ਵਿੱਚ? ਇਹਦੇ ਬਾਰੇ ਤਾਂ ਮੈਂ ਕੁਝ ਕਹਿ ਨਹੀਂ ਸਕਦਾ, ਮੈਨੂੰ ਕੁਝ ਆਈਡੀਆ ਨਹੀਂ। ਪਰ ਮੈਂ ਇੱਕ ਚੀਜ਼ ਜ਼ਰੂਰ ਚਾਹੂੰਗਾ ਕਿ ਸਿੱਧੂ ਜੀ ਪਰਸਨਲੀ ਕੁਝ ਚੀਜ਼ਾਂ ਤੇ ਜੇ ਕੰਮ ਕਰ ਸਕਣ ਜੇਲ੍ਹ ਦੇ ਅੰਦਰ, ਕਿਉਂਕਿ ਯਾਰ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਇਹ ਜਿਹੜਾ ਆਪਾਂ ਬਣਾ ਰਹੇ ਨਾ ਸਿਸਟਮ ਕਿ ਕਾਂਗਰਸ ਖਤਮ ਹੋ ਗਈ, ਆ ਖੜਾ ਹੋ ਗਿਆ, ਇਹ MLA MP ਬਣ ਗਏ, ਇਹਨੇ ਆਪ ਅਹੁਦਾ ਲੈ ਲਿਆ, ਅਸਲ 'ਚ ਇਹ ਕੁਝ ਹੈ ਨਹੀਂ। ਤੁਸੀਂ ਕੈਪਟਨ ਸਾਹਿਬ ਜਾਂਦੇ ਹੋਏ ਦੇਖੇ, ਮੈਂ ਉਦੋਂ ਸੋਚ ਰਿਹਾ ਸੀਗਾ, ਮੈਂ ਕਿਹਾ ਯਾਰ ਬੰਦੇ ਦਾ ਫਿਰ ਰਹਿ ਕੀ ਜਾਂਦਾ। ਮੈਂ ਕਿਹਾ ਬੰਦਾ ਕੋਈ ਚੰਗਾ ਕੰਮ ਕਰ ਜੇ ਉਹੀ ਰਹਿ ਜਾਂਦਾ, ਬਾਕੀ ਤਾਂ ਸਭ ਤੁਰ ਜਾਂਦਾ। ਇੱਕ ਦਿਨ ਮੈਂ ਕੇਂਦਰ ਸਰਕਾਰ 'ਚ ਨੌਕਰੀ ਕਰਦਾ ਸੀ ਤੇ ਮੈਨੂੰ ਯਾਦ ਆਇਆ ਕਿ ਜਿੱਦਣ ਪ੍ਰਣਾਬ ਮੁਖਰਜੀ ਜੀ ਪ੍ਰੈਜ਼ੀਡੈਂਟ ਤੋਂ ਹਟੇ ਨਾ, ਤੇ ਸਾਡੇ ਆਫਿਸ ਦੇ ਅੰਦਰ ਮੈਂ ਵੜਿਆ ਤੇ ਆਫਿਸ ਦੇ ਬਾਹਰ ਕੰਧ ਦੇ ਨਾਲ ਨਾ ਦਰਵਾਜ਼ੇ ਦੇ ਕੋਲੇ ਪ੍ਰਣਾਬ ਮੁਖਰਜੀ ਦੀ ਫੋਟੋ ਪਈ, ਤੇ ਸਾਰੇ ਅਫਸਰਾਂ ਨੇ ਚੱਕ ਕੇ ਨੀਚੇ ਲਾਤੀਆਂ ਤੇ ਰਾਮਨਾਥ ਕੋਵਿੰਦ ਜੀ ਦੀ ਫੋਟੋ ਆ ਗਿਆ। ਮੈਂ ਕਿਹਾ ਅਸਲ ਸਿਸਟਮ ਦੇ ਅੰਦਰ ਬੰਦਾ ਉਹਨਾਂ ਕੀ ਹੈ ਜਿੰਨਾ ਕੋਈ ਯੋਗਦਾਨ ਪਾ ਜੇ, ਉਸ ਦਾ ਕੁਝ ਰਹਿੰਦਾ ਨਹੀਂ। ਸੋ ਆਪਾਂ ਨੇ ਇਸ ਪੋਲਿਟਿਕਸ ਤੋਂ ਉੱਪਰ ਉੱਠੀਏ, ਕਿਉਂਕਿ ਬੜਾ ਈਜ਼ੀ ਹੈ ਕਿ ਮੇਰੇ ਵਾਸਤੇ ਇਹ ਕਹਿਣਾ ਕਿ ਬੜੇ ਲੋਕ ਨਾ, ਅਸਲ 'ਚ ਮੈਂ ਤੁਹਾਡੇ ਮਾਇਨੇ ਨਾਲ ਇਹ ਗੱਲ ਜ਼ਰੂਰ ਕਰਨਾ ਚਾਹਾਂਗਾ, ਬੜੇ ਲੋਕ ਇਹ ਕਰਨਾ ਚਾਹੁੰਦੇ ਨੇ ਕਿ ਸਿੱਧੂ ਸਾਹਿਬ ਤੇ ਰਾਜਾ ਵੜਿੰਗ ਜੀ ਨੂੰ ਵੰਡ ਦਿਓ, ਜਾਂ ਪ੍ਰਤਾਪ ਬਾਜਵਾ ਤੇ ਰਾਜਾ ਵੜਿੰਗ ਜੀ ਨੂੰ ਵੰਡ ਦਿਓ, ਜਾਂ ਆਪਾਂ ਇਹ ਦੇਖ ਲਈਏ ਵੀ ਆਹ ਇਹਦਾ ਬੰਦਾ ਜਾਂ ਉਹਦਾ ਬੰਦਾ। ਅਸਲ 'ਚ ਇਹ ਵੀ ਉਹੀ ਪੋਲਿਟਿਕਸ ਹੈ। ਮਸਲੇ ਤੋਂ ਘੁਮਾਓ, ਸਵਾਦ ਲਓ, ਨਜ਼ਾਰੇ ਲਓ, ਇਹਨਾਂ ਦੇ ਪਟਾਕੇ ਪਵਾਓ। ਮੈਂ ਬੜਾ ਕਲੀਅਰ ਹਾਂ ਕਿ ਸੰਵਿਧਾਨ ਦੀ ਰਾਜਨੀਤੀ ਕਰਨੀ ਹੈ ਤੇ ਪੰਜਾਬ ਦੇ ਮਸਲੇ ਨੇ ਇਹਦੇ ਵਾਸਤੇ ਆਪਣਾ ਯੋਗਦਾਨ ਪਾਉਣਾ। ਚਿੰਤਾਵਾਂ ਬਰਕਰਾਰ ਨੇ ਸਿੱਧੂ ਸਾਹਿਬ ਦੀਆਂ ਪੰਜਾਬ ਨੂੰ ਲੈ ਕੇ? ਅੰਦਰ ਵੀ ਕੋਈ ਗੱਲਬਾਤ ਹੋਈ ਇਸ ਨੂੰ ਰਿਲੇਟਡ? ਬਰਕਰਾਰ ਹੋਣ। ਮੇਰਾ ਇਹੀ ਸੋਚਣਾ ਹੈ ਕਿ ਪਰਸਨਲੀ ਕੁਝ ਚੀਜ਼ਾਂ ਤੇ ਜੇ ਤੁਹਾਡੀ ਫੋਟੋ ਜਦੋਂ ਰਾਜਾ ਵੜਿੰਗ ਸਾਹਿਬ ਨੇ ਪਾਈ ਨਾ, ਕਈਆਂ ਨੇ ਕਮੈਂਟ ਵੀ ਕੀਤੇ, ਕਈਆਂ ਨੇ ਕਿਹਾ ਕਿ ਤੁਸੀਂ ਧੜਾ ਬਦਲ ਲਿਆ। ਮੈਂ ਤਾਂ ਕਰਕੇ ਵਾਰ-ਵਾਰ ਉੱਤੇ ਫੋਕਸ ਕਰਨਾ ਚਾਹੁੰਦਾ। ਇਸੇ ਗੱਲ ਤੇ ਕਹਿਣਾ ਕਿ ਇੱਕ ਪਾਰਟੀ ਦੇ ਅੰਦਰ ਜੋ ਆਪਾਂ ਧੜੇ ਬਣਾਉਂਦੇ ਆ ਨਾ, ਮੈਂ ਵੀ ਇਸ ਤੇ ਫੋਕਸ ਕਰਨਾ ਚਾਹੁੰਦਾ। ਮੈਂ ਤਾਂ ਹੀ ਕਿਹਾ ਇਹ ਜਿਹੜੀ ਪੋਲਿਟਿਕਸ ਹੈ ਨਾ, ਹੁਣ ਜੇ ਕਾਂਗਰਸੀ ਵਰਕਰ ਕਹੇਗਾ ਜਾਂ ਆਮ ਬੰਦਾ ਕਹਿ ਰਿਹਾ ਹੋਏਗਾ, ਇਹਦਾ ਮਤਲਬ ਤੇ ਰਾਘਵ ਚੱਡਾ ਜਦੋਂ ਭਗਵੰਤ ਮਾਨ ਕੋਲ ਜਾਂਦਾ ਉਦੋਂ ਭਗਵੰਤ ਮਾਨ ਧੜੇ 'ਚ ਹੋ ਗਿਆ, ਜਦੋਂ ਕੇਜਰੀਵਾਲ ਕੋਲ ਜਾਂਦਾ ਕੇਜਰੀਵਾਲ ਧੜੇ 'ਚ ਹੋ ਗਿਆ। ਇਹਨੇ ਤਾਂ ਖਤਮ ਕਰਤਾ ਸਾਰਾ ਕੁਛ। ਆਪਾਂ ਗੱਲ ਕਰ ਰਹੇ ਹਾਂ ਸੰਵਿਧਾਨ ਦੀ, ਆਪਾਂ ਗੱਲ ਕਰ ਰਹੇ ਹਾਂ ਨੀਤੀਆਂ ਦੀ, ਆਪਾਂ ਗੱਲ ਕਰ ਰਹੇ ਹਾਂ ਰੇਤੇ 'ਚੋਂ ਪੈਸਾ ਕੱਢ ਨਹੀਂ ਸਕਦੇ। ਆਪਾਂ ਗੱਲ ਕਰ ਰਹੇ ਹਾਂ ਕਿ ਅੱਜ ਆਪਾਂ ਕਿਸਾਨਾਂ ਨੂੰ MSP ਦੇਣੀ, ਆਪਾਂ ਕਿਹੜੀ ਫਸਲਾਂ ਦੇ ਪੰਜਾਬ ਦੇ ਕੋਲੋਂ ਦਵਾ ਸਕਦੇ ਹਾਂ। ਅੱਜ ਆਪਾਂ ਗੱਲ ਕਰ ਰਹੇ ਹਾਂ ਕਿ ਪਾਣੀ ਦਾ ਮਸਲੇ ਦਾ ਹੱਲ ਕਿਵੇਂ ਕਰੀਏ, ਤੇ ਇਹ ਕਹਿ ਰਿਹਾ ਕਿ ਇਹ ਤਾਂ ਭਰਪੂਰ ਸਿੰਘ ਦੇ ਨਾਲ ਹੈ, ਪਹਿਲਾਂ ਗੁਰਚਰਨ ਦੇ ਨਾਲ ਸੀ। ਯਾਰ ਆਪਾਂ ਆਪਣੀ ਸੋਚ ਦੇ ਨਾਲ ਆ, ਕਾਂਗਰਸ ਪਾਰਟੀ ਦੇ ਨਾਲ ਆ, ਕਿਉਂਕਿ ਉਹ ਸੰਵਿਧਾਨ ਤੇ ਚੱਲ ਰਹੀ ਹੈ, ਸੰਵਿਧਾਨ ਤੇ ਚੱਲਣ ਦੀ ਲੜਾਈ ਹੈ। ਇਹ ਸੋਚ ਦੀ ਲੜਾਈ ਹੈ।
ਇਸ ਤੋਂ ਬਾਹਰ ਤਾਂ ਕੁਝ ਦਿਖਣਾ ਹੀ ਨਹੀਂ। ਮੈਂ ਤੁਹਾਨੂੰ ਕੀ ਕਹਿ ਰਿਹਾ ਕਿ ਪ੍ਰਣਾਬ ਮੁਖਰਜੀ ਦੀਆਂ ਫੋਟੋਆਂ ਪਈਆਂ ਦੇਖਿਆ, ਤੇ ਮੈਂ ਉਦੋਂ ਥੋੜਾ ਬੜਾ ਉੱਥੇ ਖੜ ਕੇ ਸੋਚਦਾ ਰਿਹਾ, ਮੈਂ ਕਿਹਾ ਪ੍ਰਣਾਬ ਮੁਖਰਜੀ ਜੀ ਦਾ ਕਿੱਡਾ ਲੰਬਾ ਸਿਆਸੀ ਸਫ਼ਰ ਹੈ, ਤੇ ਅੱਜ ਉਹ ਪ੍ਰੈਜ਼ੀਡੈਂਟ ਤੋਂ ਲਏ ਨੇ ਤੇ ਫੋਟੋ ਜ਼ਮੀਨ ਤੇ ਪਈ ਹੈ। ਤੇ ਮੈਂ ਸੋਚਿਆ ਕਿ ਬੰਦਾ ਇੰਨਾ ਕੀ ਹੁੰਦਾ, ਬੰਦਾ ਨਿਮਾਣਾ ਬਣ ਕੇ ਸਮਝ ਲੇ ਕਿ ਹੁਣ ਤੁਸੀਂ ਮੇਰੇ ਨਾਲ ਗੱਲ ਕਰ ਰਹੇ ਹੋ, ਸ਼ਾਇਦ ਕੱਲ ਨੂੰ ਨਾ ਕਰੋ, ਪਰਸੋਂ ਕੋਈ ਨਾ ਪੁੱਛੇ, ਕਾਂਗਰਸ ਪਾਰਟੀ ਨੇ ਟਿਕਟ ਦਿੱਤੀ। ਮਜੀਠੀਆ ਸਾਹਿਬ ਬੜਾ ਤੰਜ ਕਰਦੇ, ਬਾਹਰ ਆਉਂਦੇ ਆ ਸਰ ਜੇਲ੍ਹ ਚੋਂ, ਕਹਿੰਦੇ ਕਿ ਉਹਨਾਂ ਨੂੰ ਗਰਮੀ ਬੜੀ ਲੱਗਦੀ ਅੰਦਰ ਸਿੱਧੂ ਸਾਹਿਬ ਨੂੰ। ਮੈਂ ਤੇ ਕੀ ਕਮੈਂਟ ਕਰਾਂਗਾ ਭਾਜੀ। ਤੇ ਮਜੀਠੀਆ ਸਾਹਿਬ ਨੇ ਆਪ ਜੇਲ੍ਹ ਕੱਟੀ ਹੈ ਉਹਨਾਂ ਦੇ। ਮੈਂ ਤਾਂ ਵੀ ਸੋਚ ਰਿਹਾ ਸੀ ਕਿ ਜਿਵੇਂ ਉਹ ਕਹਿ ਰਹੇ ਆ ਕਿ ਕਾਫੀ ਮੁਸ਼ਕਿਲ ਸਮਾਂ ਹੁੰਦਾ, ਉਹਨਾਂ ਵਾਸਤੇ ਮੁਸ਼ਕਿਲ ਰਿਹਾ ਹੋਊਗਾ। ਉਮੀਦ ਕਰਦਾ ਕਿ ਉਹਨਾਂ ਨੂੰ ਵੀ ਕੁਝ ਚੰਗਾ ਮਿਲਿਆ ਹੋਊਗਾ ਜੇਲ੍ਹ ਦੇ ਅੰਦਰੋਂ। ਕਾਫੀ ਮੁਸ਼ਕਿਲ ਸਮਾਂ ਹੈ ਤੇ ਜੇਲ੍ਹ ਕੱਟਣਾ। ਬਹੁਤ ਬਹੁਤ ਸ਼ੁਕਰੀਆ ਸਮੇਂ ਜੀ ਟਾਈਮ ਦੇਣ ਦੇ ਲਈ। ਬਹੁਤ ਚੰਗੀਆਂ ਗੱਲਾਂ ਵੀ ਹੋਈਆਂ, ਇਕੋਨਮੀ ਨੂੰ ਲੈ ਕੇ ਗੱਲਾਂ ਹੋਈਆਂ, ਪੰਜਾਬ ਮਾਡਲ ਤੇ ਗੱਲਾਂ ਹੋਈਆਂ। ਜਿਹੜੀਆਂ ਅਖੀਰ ਦੀਆਂ ਗੱਲਾਂ ਸੀਗੀਆਂ ਉਹ ਸਵਾਦ ਸੀ, ਉਹ ਨਜ਼ਾਰਾ ਲੈਣ ਦੇ ਲਈ ਸੀ, ਕਿਉਂਕਿ ਤੁਹਾਡੇ 'ਚੋਂ ਬਹੁਤ ਸਾਰੇ ਲੋਕ ਉਹੀ ਚੀਜ਼ ਦੀ ਭਾਲ ਕਰਦੇ ਆ। ਲੇਕਿਨ ਸੁਮਿਤ ਸਿੰਘ ਆਪਣੀ ਗੱਲ ਦੇ ਵਿੱਚ ਵਾਰ-ਵਾਰ ਇਸ ਚੀਜ਼ ਦਾ ਜ਼ਿਕਰ ਕਰਦੇ ਪਏ ਆ ਕਿ ਇਹਨਾਂ ਚੀਜ਼ਾਂ ਤੋਂ ਉੱਠਣਾ ਪਏਗਾ, ਪੰਜਾਬ ਨੂੰ ਉੱਠਣਾ ਪਏਗਾ। ਸਾਨੂੰ ਇਹ ਸਵਾਦ ਲੈਣ ਵਾਲੀ ਜਿਹੜੀ ਨੇਚਰ ਹੈਗੀ ਹੈ, ਇਹ ਤੋਂ ਖੜੇ ਹੋ ਕੇ ਅੱਗੇ ਨੂੰ ਤੁਰਨਾ ਔਰ ਅੱਗੇ ਨੂੰ ਤੁਰ ਕੇ ਪੰਜਾਬ ਨੂੰ ਵੀ ਨਾਲ-ਨਾਲ ਆਪਣੇ ਅੱਗੇ ਲੈ ਕੇ ਜਾਣਾ। ਕਿੱਦਾਂ ਦੀ ਲੱਗੀ ਇੰਟਰਵਿਊ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰ ਦੇਣਾ। ਫਿਲਹਾਲ ਮੈਨੂੰ ਦਿਓ ਇਜਾਜ਼ਤ, ਰੱਬ ਖੈਰ ਕਰੇ।